ਅਕਾਲ ਪਿਆਰੇ ਸਰੋਤਿਓ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM। ਸਭ ਤੋਂ ਪਹਿਲਾਂ ਮੇਰੇ ਸਤਿ ਸ਼੍ਰੀ ਅਕਾਲ ਹੈ। ਹੁਣ ਦੱਸੋ ਸਾਰੇ ਤੁਹਾਡਾ ਕੀ ਹਾਲ ਚਾਲ ਹੈ। ਨੌਜਵਾਨੋ ਮੇਰੀ ਆਵਾਜ਼ ਨੂੰ ਪਛਾਣੋ, ਬੱਚਿਆਂ ਨੂੰ ਪਿਆਰ ਵੱਡਿਆਂ ਦਾ ਸਤਿਕਾਰ ਹੈ। ਮੈਂ ਕਾਮਯਾਬ ਬੰਦਿਆਂ ਨਾਲ ਕਰਾਂ ਮੁਲਾਕਾਤਾਂ, ਸਿਖਾਵਾਂ ਕਿਵੇਂ ਖਾਣ ਲਈ ਬਣਾਉਣੀਆਂ ਸੌਗਾਤਾਂ। ਨਵੇਂ ਨਵੇਂ ਮੁੱਦਿਆਂ ਤੇ ਰੱਖਾਂ ਮੈਂ ਡਿਬੇਟ, ਫਰਮਾਇਸ਼ ਕਰਾਂ ਪੂਰੀ ਕਦੇ ਖਰੀਦਾ ਨਾ ਲੈ। ਮੈਂ ਪੂਰਾ ਕਿਸੇ ਦਾ ਨਾ ਪੱਖ ਖੜਾ, ਨਾਲ ਸਦਾ ਸੱਚ ਤੇ ਝੂਠਿਆਂ ਦੇ ਭੇਤ ਖੋਲਦਾ। ਓ ਮੈਂ ਰੇਡੀਓ ਸਪਾਈਸ ਬੋਲਦਾ, ਓ ਮੈਂ ਰੇਡੀਓ ਸਪਾਈਸ ਬੋਲਦਾ, ਓ ਮੈਂ ਰੇਡੀਓ ਸਪਾਈਸ ਬੋਲਦਾ, ਓ ਮੈਂ ਰੇਡੀਓ ਸਪਾਈਸ ਬੋਲਦਾ। ਰੇਡੀਓ ਸਪਾਈਸ 88 FM। ਸਤਿ ਸ਼੍ਰੀ ਅਕਾਲ ਪਿਆਰੇ ਸਰੋਤਿਓ ਤੇ ਤੁਸੀਂ ਕਿਹੜਾ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਸਾਰੇ ਹੀ ਮਿੱਤਰ ਪਿਆਰਿਆਂ ਨੂੰ। ਔਰ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਤੇ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਸਾਡੇ ਨਾਲ ਅੱਜ ਦੇ ਇਸ ਜਿਹੜਾ ਪ੍ਰੋਗਰਾਮ ਅਸੀਂ ਪਹਿਲਾਂ ਤੋਂ ਲਿਖਿਆ ਸੀ, ਐਂਜਲ ਇਮੀਗ੍ਰੇਸ਼ਨ ਸਾਡੇ ਪ੍ਰਮੁੱਖ ਸਪਾਂਸਰ ਨੇ, ਜਿਹੜੇ ਕਿ ਇਮੀਗ੍ਰੇਸ਼ਨ ਨਾਲ ਸੰਬੰਧਿਤ ਤੁਹਾਡੀਆਂ ਜਿੰਨੀਆਂ ਵੀ ਜ਼ਰੂਰਤਾਂ ਨੇ, ਜਿੰਨੇ ਕਾਨੂੰਨੀ ਮਸ਼ਵਰੇ ਨੇ, ਉਸ ਲਈ ਮਾਹਰ ਨੇ, ਜਾਣੇ ਜਾਂਦੇ ਨੇ। ਔਰ ਇੰਦਰਜੀਤ ਕੌਰ ਮਠਾਰੂ ਜਿਹੜੇ ਨੇ, ਉਹ ਇਸ ਮਾਮਲੇ ਦੇ ਵਿੱਚ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਹੋਣ ਦੇ ਨਾਤੇ ਤੁਹਾਡੇ ਨਾਲ ਪਹਿਲਾਂ ਵੀ ਗਾਹੇ ਬਗਾਹੇ ਰੇਡੀਓ ਦੇ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਸਾਂਝ ਪਾਉਂਦੇ ਰਹਿੰਦੇ ਨੇ। ਸੋ ਸਾਨੂੰ ਉਹਨਾਂ ਦੀ ਉਡੀਕ ਹੈ। ਹਾਲਾਂਕਿ ਉਹਨਾਂ ਦਾ ਜੋ ਸੇਵਾਵਾਂ ਨੇ ਉਹ ਵੱਖ-ਵੱਖ ਥਾਵਾਂ ਤੋਂ ਤੁਹਾਡੇ ਲਈ ਹਾਜ਼ਰ ਕਰਦੇ ਨੇ, ਜਿਸ ਦੇ ਵਿੱਚ ਜੇ ਆਪਾਂ ਗੱਲ ਕਰੀਏ ਆਕਲੈਂਡ ਤੇ ਨਾਲ ਕ੍ਰਾਈਸਟਚਰਚ ਦੇ ਵਿੱਚ ਉਹ ਆਪਣੀਆਂ ਸੇਵਾਵਾਂ ਦਿੰਦੇ ਨੇ। ਸੋ ਉਹਨਾਂ ਦੀਆਂ ਸੇਵਾਵਾਂ ਦੇ ਨਾਲ ਅੱਜ ਵਿਸ਼ੇਸ਼ ਤੌਰ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗੀ ਸਾਥੀ ਵੀ ਹਾਜ਼ਰ ਰਹਿਣਗੇ। ਸੋ ਮੈਨੂੰ ਉਮੀਦ ਹੈ ਕਿ ਅੱਜ ਦੀ ਇਸ ਗੱਲਬਾਤ ਤੋਂ ਤੁਸੀਂ ਜ਼ਰੂਰ ਫਾਇਦਾ ਲਓਗੇ। ਇੰਦਰਜੀਤ ਕੌਰ ਮਠਾਰੂ ਹੁਣੀ ਸਟੂਡੀਓ ਦੇ ਵਿੱਚ ਸਾਡੇ ਨਾਲ ਸਟ੍ਰੀਮ ਯਾਰਡ ਦੇ ਰਾਹੀਂ ਸਾਂਝ ਪਾ ਰਹੇ ਨੇ, ਤੇ ਨਾਲ ਉਹਨਾਂ ਦੇ ਸਹਿਯੋਗੀ ਸ਼ਰਨ ਜਿਹੜੇ ਨੇ ਐਂਜਲ ਇਮੀਗ੍ਰੇਸ਼ਨ ਤੋਂ ਤੁਹਾਨੂੰ ਮੁਖਾਤਬ ਹੋਣਗੇ। ਤੁਹਾਡੇ ਜੋ ਵੀ ਸਵਾਲਾਤ ਹੋਣ ਤੁਸੀਂ ਸਾਡੇ ਨਾਲ ਚੱਲਦੇ ਪ੍ਰੋਗਰਾਮ ਦੇ ਨਾਲ ਸਾਂਝੇ ਕਰਨੇ, ਔਰ ਆਪਣੀ ਸਮਰੱਥਾ ਦੇ ਮੁਤਾਬਕ ਇੱਕ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਹੋਣ ਦੇ ਨਾਤੇ ਉਹ ਜ਼ਰੂਰ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਨਗੇ। ਇੰਦਰਜੀਤ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਤੇ ਨਾਲ ਸ਼ਰਨ ਜੀ ਨੂੰ ਵੀ ਸ਼ਾਮਲ ਕਰਦੇ ਹਾਂ। ਸ਼ਰਨ ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਸਮਾਂ ਦੇਣ ਦੇ ਲਈ। ਸਤਿ ਸ਼੍ਰੀ ਅਕਾਲ ਜੀ, ਮਾਫ ਕਰਨਾ, ਤੁਹਾਡਾ ਜਿਹੜਾ ਮਾਈਕ ਸੀ ਉਹ ਮਿਊਟ ਸੀ, ਸੋ ਤੁਸੀਂ ਦੁਬਾਰਾ ਸਾਡੇ ਸਰੋਤਿਆਂ ਨਾਲ ਸਾਂਝ ਪਾ ਸਕਦੇ ਹੋ ਸ਼ਰਨ ਜੀ। ਹਾਂਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ੁਕਰੀਆ, ਬਹੁਤ ਸ਼ੁਕਰੀਆ। ਤੇ ਆਪਣੀ ਜਦੋਂ ਗੱਲਬਾਤ ਹੋਈ ਸੀ ਉਹਦੇ ਵਿੱਚ ਇੱਕ ਵਾਰ ਸਾਰੇ ਜਿਹੜੇ ਪੁਆਇੰਟਸ ਨੇ ਇੰਦਰਜੀਤ ਜੀ, ਅਸੀਂ ਚਾਹਾਂਗੇ ਜਿਹੜੇ ਮੋਟੇ ਤੌਰ ਦੇ ਉੱਤੇ ਸਾਡੇ ਜ਼ਿਹਨ ਦੇ ਵਿੱਚ ਆਉਂਦੇ ਨੇ ਕਿ ਇਸ ਨਵੀਂ ਪਾਲਿਸੀ ਦੇ ਵਿੱਚ ਤੱਤੇ ਘਾਹ ਬਹੁਤ ਲੋਕਾਂ ਨੇ ਇਹਨੂੰ ਸੈਲੀਬ੍ਰੇਟ ਕੀਤਾ, ਇਹਦਾ ਚਾਅ ਵੀ ਜਿਹੜਾ ਬਹੁਤ ਜ਼ਿਆਦਾ, ਲੇਕਿਨ ਫਿਰ ਵੀ ਬਹੁਤ ਲੋਕ ਨੇ ਜਿਹੜੇ ਇਸ ਦੀ ਜਿਹੜੀ ਦੁਬਾਰਾ ਹੈਡਲਾਈਨਸ ਨੂੰ ਜਾਣਨਾ ਚਾਹਣਗੇ। ਸੋ ਮੈਂ ਇੰਦਰਜੀਤ ਤੁਹਾਡੇ ਤੋਂ ਚਾਹਾਂਗਾ ਕਿ ਇੱਕ ਵਾਰ ਫਿਰ ਇਹ ਜਿਹੜੀਆਂ ਪ੍ਰਮੁੱਖ ਤੌਰ ਦੇ ਉੱਤੇ 4 ਜਾਂ 5 ਗੱਲਾਂ ਇਸ ਐਲਾਨ ਦੇ ਵਿੱਚ ਸਾਹਮਣੇ ਆਈਆਂ, ਉਹਨਾਂ ਨੂੰ ਤੁਸੀਂ ਸਾਡੀ ਆਪਣੀ ਭਾਸ਼ਾ ਦੇ ਵਿੱਚ ਸਰਲ ਤਰੀਕੇ ਨਾਲ ਜ਼ਰੂਰ ਸਮਝਾਓ। ਬਿਲਕੁਲ ਜੀ। ਇਹ ਪਹਿਲਾਂ ਤੇ ਜਿਹੜਾ ਵੀਜ਼ਾ ਆਪਾਂ ਨੂੰ ਪਤਾ ਸਾਰਿਆਂ ਨੂੰ ਕਿ ਇੱਕ ਨਵੀਂ ਕੈਟਾਗਰੀ ਇੰਟਰੋਡਿਊਸ ਕੀਤੀ ਹੈ ਇਮੀਗ੍ਰੇਸ਼ਨ ਨੇ, ਦੈਟ ਇਜ਼ ਕਾਲਡ ਐਜ਼ ਅ ਵਨ ਆਫ 2021 ਰੈਜ਼ੀਡੈਂਟ ਵੀਜ਼ਾ। ਤੇ ਇਹਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਜੋ ਕਿ ਸਭ ਨੇ ਮੀਟ ਕਰਨਾ ਹੈ, ਅਗਰ ਕੋਈ ਵੀ ਇਸ ਕੈਟਾਗਰੀ ਦੇ ਵਿੱਚ ਐਪਲੀਕੇਸ਼ਨ ਪਾਉਣਾ ਚਾਹੁੰਦਾ ਹੈ, ਉਹ ਹੈਗਾ ਕਿ ਇੱਕ ਤਾਂ ਉਹ ਨਿਊਜ਼ੀਲੈਂਡ ਦੇ ਵਿੱਚ ਹੋਣਾ ਚਾਹੀਦਾ ਹੈ 29 ਸਤੰਬਰ 2021 ਨੂੰ। ਸੈਕੰਡਰੀ ਕਿ ਉਹ ਬੰਦੇ ਦੇ ਕੋਲ ਐਲੀਜੀਬਲ ਵੀਜ਼ਾ ਹੋਣਾ ਚਾਹੀਦਾ ਹੈ। ਐਲੀਜੀਬਲ ਵੀਜ਼ਾ ਦਾ ਇਹਨਾਂ ਨੇ ਇੱਕ ਲਿਸਟ ਦਿੱਤੀ ਹੈ, ਜਿਹਦੇ ਵਿੱਚ 14 ਤਰ੍ਹਾਂ ਦੇ ਵੀਜ਼ਾਸ ਲਿਸਟਡ ਨੇ, ਜਿਨ੍ਹਾਂ ਵਿੱਚੋਂ ਜਿਹੜੇ ਮੋਸਟ ਕਾਮਨ ਵੀਜ਼ਾਸ ਆ, ਜਿੱਦਾਂ WTR ਲੌਂਗ ਟਰਮ ਵਾਲੇ ਵੀਜ਼ਾਸ ਆ, ਵਰਕ ਵੀਜ਼ਾਸ ਆ, ਰਿਲੀਜੀਅਸ ਵਰਕਰ ਵਰਕ ਵੀਜ਼ਾ ਆ, ਆਪਣਾ ਐਸੈਂਸ਼ੀਅਲ ਸਕਿੱਲ ਵਰਕ ਵੀਜ਼ਾ ਆ। ਸੋ ਇੱਦਾਂ ਦੇ 14 ਵੀਜ਼ਾਸ ਉਹਦੇ ਵਿੱਚ ਲਿਸਟਡ ਹੈਗੇ ਆ ਕਿ ਉਹ ਬੰਦਾ 29 ਸਤੰਬਰ ਨੂੰ ਉਹ ਵੀਜ਼ਾ ਹੋਲਡ ਕਰਦਾ ਹੋਵੇ ਜਾਂ ਉਹਨੇ ਉਹ ਵੀਜ਼ੇ ਲਈ ਅਪਲਾਈ ਕੀਤਾ ਹੋਵੇ, ਔਰ ਉਹ ਬਾਅਦ ਵਿੱਚ ਗ੍ਰਾਂਟ ਵੀ ਹੋ ਜਾਏ। ਇਹ ਨਹੀਂ ਕਿ ਉਹ ਡਿਕਲਾਈਨ ਹੋ ਗਿਆ ਤਾਂ ਉਹ ਬੰਦਾ ਸਟਿਲ ਆਪਣੇ ਆਪ ਨੂੰ ਐਲੀਜੀਬਲ ਸਮਝੇਗਾ, ਨਹੀਂ। ਤੀਸਰੀ ਇਹਦੇ ਵਿੱਚ ਨੈਕਸਟ ਪੁਆਇੰਟ ਜਿਹੜਾ ਹੈਗਾ ਆ, 3 ਤਰ੍ਹਾਂ ਦੇ ਕ੍ਰਾਈਟੇਰੀਆਸ ਆ ਜਿਨ੍ਹਾਂ ਵਿੱਚੋਂ ਕੋਈ ਵੀ ਇੱਕ ਮੀਟ ਕਰਨਾ ਹੈ।
ਠੀਕ ਹੈ। ਓਕੇ ਫਸਟ ਉਹਦੇ ਵਿੱਚ ਉਹ ਹੈਗਾ ਕਿ ਤੁਹਾਡਾ ਟਾਈਮ ਸਪੈਂਡ ਇੱਥੇ 3 ਇਅਰਸ ਔਰ ਮੋਰ ਹੋਣਾ ਚਾਹੀਦਾ ਹੈ। ਆਈ ਨੋ ਕਿ ਕਾਫੀ ਲੋਕਾਂ ਨੂੰ 10 ਸਾਲ ਹੋ ਗਏ, 15 ਸਾਲ ਹੋ ਗਏ, ਬਟ ਇਹਦੇ ਵਿੱਚ ਇਮੀਗ੍ਰੇਸ਼ਨ ਨੇ ਇੱਕ ਛੋਟਾ ਜਿਹਾ ਹੈਕ ਰੱਖਿਆ ਹੈ ਕਿ 28 ਸਤੰਬਰ 2021 ਤੋਂ ਜਿਹੜਾ ਸੌਰੀ 2018 ਤੋਂ ਜਿਹੜਾ ਬੰਦਾ ਇੱਥੇ ਆ 29 ਸਤੰਬਰ 2021 ਤੱਕ 821 ਦਿਨ ਰਹਿਣਾ ਆ ਉਹਨੇ ਇੱਥੇ, ਫਿਰ ਉਹ ਬੰਦਾ ਇਹਦੇ ਵਿੱਚ ਐਲੀਜੀਬਲ ਹੋ ਸਕਦਾ ਆ। ਠੀਕ ਹੈ। ਹੁਣ ਅੱਛਾ ਜੀ ਇਹਦੇ ਵਿੱਚ ਕਾਫੀ ਆਪਣੇ ਜਿਹੜੇ ਭੈਣ ਭਰਾ ਉਹਨਾਂ ਨੂੰ ਕਾਫੀ ਇਹਦੇ ਵਿੱਚ ਦਿੱਕਤ ਆ ਰਹੀ ਹੈ ਕਿ ਕੋਈ ਓਵਰਸੀਜ਼ ਗਿਆ ਸੀ 2 ਮਹੀਨੇ ਲਈ, 3 ਮਹੀਨੇ ਲਈ, ਸੋ 3 ਸਾਲ ਦਾ ਇਹਨਾਂ ਨੂੰ ਜਿਹੜਾ ਟਾਈਮ ਫਰੇਮ ਦਿੱਤਾ ਆ ਜਿਹਦੇ ਵਿੱਚ 1095 ਦਿਨ ਆ। ਠੀਕ ਹੈ। ਓਕੇ ਤੇ ਆਪਾਂ ਉਹਦੇ ਵਿੱਚ 821 ਦਿਨ ਰਹਿਣੇ ਆ, ਸੋ ਆਪਾਂ ਕੋਲ ਲੈਵਰੇਜ ਹੈ। ਬਾਕੀ ਸਾਨੂੰ ਏਦਾਂ ਦੀ ਪ੍ਰੋਬਲਮ ਨਹੀਂ ਹੈਗੀ ਕਿ ਅਸੀਂ ਇੱਕ ਕੈਲੰਡਰ ਈਅਰ ਚ ਕਿੰਨੇ ਦਿਨ ਰਹਿਣੇ ਆ, ਇਹ ਓਵਰਆਲ ਟਾਈਮ ਫਰੇਮ ਆ। ਠੀਕ ਹੈ, ਜਿਹਦੇ ਨਾਲ ਕਾਫੀ ਈਜ਼ੀ ਹੋ ਜਾਂਦਾ ਚੀਜ਼ਾਂ। ਸੈਕੰਡ ਇਹਦਾ ਹੈਗਾ ਆ ਕਿ ਸੈਕੰਡ ਪੁਆਇੰਟ ਹੈਗਾ ਕਿ ਮਿਨੀਮਮ ਜਿਹੜੀ ਸੌਰੀ ਮੀਡੀਅਨ ਇਨਕਮ ਹੈਗੀ ਐਟ ਔਰ ਅਬਵ $27 ਹੋਣੀ ਚਾਹੀਦੀ। ਮੀਨਸ 29 ਸਤੰਬਰ ਨੂੰ ਕੋਈ ਵੀ ਬੰਦਾ ਅਗਰ ਉਹ ਇਨਕਮ ਵਾਲੇ ਪੁਆਇੰਟ ਨੂੰ ਮੀਟ ਕਰਕੇ ਪਾ ਰਿਹਾ ਤਾਂ 29 ਸਤੰਬਰ 2021 ਨੂੰ ਉਹ $27 ਲੈਂਦਾ ਹੋਵੇ। ਠੀਕ ਹੈ। ਓਕੇ ਉਹਦੇ ਕੋਲ ਆਬਵੀਅਸਲੀ ਫੁੱਲ ਟਾਈਮ ਐਗਰੀਮੈਂਟ ਵੀ ਚਾਹੀਦਾ ਹੈ, ਬਾਕੀ ਹਾਲੇ ਇਨਸਟਰਕਸ਼ਨਸ ਆਉਣੀਆਂ, ਬਟ ਅਗਰ ਇਨਕਮ ਦਾ ਪੁਆਇੰਟ ਹੈ ਡੈਫੀਨੇਟਲੀ ਦੇ ਵਿਲ ਲੁੱਕ ਫॉर द ਫੁੱਲ ਟਾਈਮ ਇੰਪਲੋਇਮੈਂਟ, ਜੋ ਕਿ ਮਿਨੀਮਮ 30 ਆਵਰਸ ਪਰ ਵੀਕ ਤੋਂ ਕੰਸੀਡਰ ਕੀਤੀ ਜਾਂਦੀ ਆ। ਤੀਸਰਾ ਪੁਆਇੰਟ ਜਿਹੜਾ ਇਹਦੇ ਵਿੱਚ ਸਾਡੇ ਕੋਲ ਹੈਗਾ ਆ ਉਹ ਲਿਸਟ ਹੈ, ਸਕਾਰਸ ਲਿਸਟ ਇਹਨੂੰ ਬੋਲਦੇ, ਜਿਹ ਚ 4 ਤਰ੍ਹਾਂ ਦੀਆਂ ਲਿਸਟ ਉਹਨਾਂ ਨੇ ਇਨਕਲੂਡ ਕੀਤੀਆਂ। ਪਹਿਲੀ ਲੌਂਗ ਟਰਮ ਲਿਸਟ ਆ, ਪੋਜੀਸ਼ਨ ਬੰਦੇ ਦੀ ਉਹਦੇ ਵਿੱਚ ਹੈ ਜਾਂ ਨਹੀਂ। ਫਿਰ ਪ੍ਰਾਇਮਰੀ ਸੈਕਟਰ ਰੋਲਸ ਆ, ਉਹਦੇ ਵਿੱਚ ਤਾਂ ਕਾਫੀ ਜ਼ਿਆਦਾ ਪੋਜੀਸ਼ਨਸ ਆ, ਈਵਨ ਫਰੂਟ ਐਂਡ ਨਟ ਪਿਕਰਸ ਵੀ ਹੈਗੇ ਆ ਉਹਦੇ ਵਿੱਚ, ਜਿਹੜੇ ਆਪਣੇ ਹਾਰਟੀਕਲਚਰ ਇੰਡਸਟਰੀ ਚ ਭੈਣ ਭਰਾ ਕੰਮ ਕਰਦੇ ਆ ਤਾਂ ਉਹਦੇ ਵਿੱਚ ਐਲੀਜੀਬਲ ਹੋ ਜਾਣੇ। ਫਿਰ ਹੈਲਥ ਕੇਅਰ ਵਾਲੇ ਵੀ ਹੈਗੇ, ਹੈਲਥ ਪ੍ਰੈਕਟੀਸ਼ਨਰਸ ਦੀ ਲਿਸਟ ਹੈਗੀ ਆ, ਹੈਲਥ ਇੰਡਸਟਰੀ ਦੇ ਜਿੰਨੇ ਵੀ ਹੈਗੇ ਜਿੱਦਾਂ ਏਜਡ ਕੇਅਰ ਵਰਕਰ, ਮੈਂਟਲ ਅਸਾਈਲਮ ਦੇ ਵਰਕਰਸ ਹੈਗੇ ਆ, ਉਹ ਸਾਰੇ ਉਹਦੇ ਵਿੱਚ ਆ, ਡਾਕਟਰਸ ਆ, ਟੈਕਨੀਸ਼ੀਅਨਸ ਆ, ਈਵਨ अर्ਲੀ ਚਾਈਲਡਹੁੱਡ ਟੀਚਰਸ ਵੀ ਉਹਦੇ ਵਿੱਚ ਇਨਕਲੂਡਡ ਆ। ਸੋ ਇੱਕ ਪਰਸਨਲ ਕੇਅਰ ਵਾਲੀ ਹੋ ਗਈ, ਹੈਲਥ ਕੇਅਰ ਵਾਲੀ ਹੋ ਗਈ, ਪ੍ਰਾਇਮਰੀ ਸੈਕਟਰ ਰੋਲਸ ਹੋ ਗਏ, ਤੇ ਇੱਕ ਕ੍ਰਿਟੀਕਲ ਵਰਕਰ ਵੀ ਇਹਨਾਂ ਨੇ ਪਾਇਆ ਹੈ, ਕ੍ਰਿਟੀਕਲ ਪਰਪਸ ਵਿਜ਼ਟਰ ਵੀਜ਼ਾ। ਅਗਰ ਕਿਸੇ ਦਾ 6 ਮਹੀਨੇ ਤੱਕ ਜਾਂ 6 ਮਹੀਨੇ ਤੋਂ ਵੱਧ ਦਾ ਵੀਜ਼ਾ ਲੱਗਾ ਹੈ ਨਿਊਜ਼ੀਲੈਂਡ ਆਉਣ ਵਾਸਤੇ, ਉਹ ਵੀ ਬੰਦਾ ਇਹਦੇ ਵਿੱਚ ਐਲੀਜੀਬਲ ਹੋ ਜਾਂਦਾ। ਹੁਣ ਕ੍ਰਿਟੀਕਲ ਹੈਲਥ ਵਰਕਰ ਦੀ ਅਗਰ ਗੱਲ ਕਰੀਏ ਤਾਂ ਉਹ ਬੰਦੇ ਜਿਹੜੇ ਕਿ ਓਵਰਸੀਜ਼ ਤੋਂ ਆਏ ਨੇ, ਕੋਵਿਡ ਦੇ ਦੌਰਾਨ ਇਹ ਵੀਜ਼ਾ ਇੰਟਰੋਡਿਊਸ ਕੀਤਾ ਗਿਆ ਸੀਗਾ ਕਿ ਹੈਲਥ ਪ੍ਰੈਕਟੀਸ਼ਨਰਸ ਹੋਣ, ਉਹਨਾਂ ਦੇ ਉਹ ਐਕਟ ਦੇ ਅਕੋਰਡਿੰਗਲੀ ਉਹ ਰਜਿਸਟ੍ਰੇਸ਼ਨ ਦੀਆਂ ਰਿਕੁਆਇਰਮੈਂਟਸ ਮੀਟ ਕਰਦੇ ਹੋਣ। ਅਗਰ ਰਜਿਸਟ੍ਰੇਸ਼ਨ ਨਹੀਂ ਚਾਹੀਦੀ ਤਾਂ ਉਹ ਕੰਮ ਕਰਨ ਦੇ ਮਤਲਬ ਰਿਕੁਆਇਰਮੈਂਟਸ ਮੀਟ ਕਰਦੇ, ਜਿੱਦਾਂ ਏਜਡ ਕੇਅਰ ਵਰਕਰਸ ਆ, ਉਹਨਾਂ ਨੂੰ ਰਜਿਸਟ੍ਰੇਸ਼ਨ ਤਾਂ ਨਹੀਂ ਚਾਹੀਦੀ ਬਟ ਉਹ ਸਟਿਲ ਇੱਥੇ ਹੈਗੇ, ਹੈਲਥ ਕੇਅਰ ਅਸਿਸਟੈਂਟ ਦੇ ਨਾਮ ਤੇ ਕੰਮ ਕਰਦੇ, ਹੈਲਥ ਕੇਅਰ ਗਿਵਰ ਦੇ ਨਾਮ ਤੇ ਕੰਮ ਕਰਦੇ ਆ, ਓਵਰਸੀਜ਼ ਤੋਂ ਆਏ, ਜਿਨ੍ਹਾਂ ਦਾ ਵੀਜ਼ਾ 6 ਮਹੀਨੇ ਜਾਂ 6 ਮਹੀਨੇ ਤੋਂ ਜ਼ਿਆਦਾ ਹੈ। ਦੂਸਰਾ ਅਦਰ ਕ੍ਰਿਟੀਕਲ ਵਰਕਰਸ ਦੇ ਵਿੱਚ ਉਹ ਬੰਦੇ ਆ ਜਾਂਦੇ ਆ ਜਿਹੜੇ ਇੱਥੇ ਗਵਰਨਮੈਂਟ ਪ੍ਰੋਜੈਕਟਸ ਲਈ ਆਏ ਆ, ਜਿਨ੍ਹਾਂ ਦੇ ਕੋਲ ਹਾਈਲੀ ਕੁਆਲੀਫਾਈਡ ਆ, ਇਦਾਂ ਦੀਆਂ ਸਕਿੱਲਸ ਆ ਜਿਹੜੀਆਂ ਨਿਊਜ਼ੀਲੈਂਡ 'ਚ ਅਵੇਲੇਬਲ ਨਹੀਂ ਆ, ਜਾਂ ਫਿਰ ਜਿਨ੍ਹਾਂ ਦਾ ਪੇ ਰੇਟ $51 ਦੇ ਕਰੀਬ ਹੈ ਅਗਰ 40 ਘੰਟੇ ਦੇ ਅਕੋਰਡਿੰਗਲੀ ਕੰਮ ਕਰਦੇ ਆ। ਸੋ ਉਹ ਬਹੁਤ ਹੀ ਹਾਈ ਪ੍ਰੋਫਾਈਲ ਜਾਂ ਫਿਲਮ ਐਕਟਰਸ ਆ, ਕੋਈ ਜਿਹਦੇ ਤੋਂ ਬਿਨਾਂ ਉਹ ਫਿਲਮ ਬਣ ਨਹੀਂ ਸਕਦੀ, ਮੇਨ ਕੀ ਰੋਲ ਆ ਉਹਨਾਂ ਦਾ। ਠੀਕ ਹੈ, ਉਸ ਤਰੀਕੇ ਦੇ ਸਾਰੇ ਆ ਜਾਂਦੇ। ਕ੍ਰਿਟੀਕਲ ਪਰਪਸ ਵੀਜ਼ਾ ਵਾਲਿਆਂ ਨੂੰ ਲੈਵਰੇਜ ਹੈਗੀ ਆ 31 ਜੁਲਾਈ 2022 ਤੱਕ ਦੇ ਪਾਉਣ ਦੀ, ਕਿ ਜੇ ਬਾਅਦ ਵਿੱਚ ਵੀ ਕੋਈ ਆ ਰਿਹਾ ਆ 31 ਜੁਲਾਈ 2022 ਤੱਕ ਵੀ ਉਹ ਆਪਣੀਆਂ ਫਾਈਲਾਂ ਪਾ ਸਕਦੇ ਆ। ਸੋ ਹੁਣ ਇਹਦੇ ਵਿੱਚ ਕਿ ਕਿਸ ਤਰ੍ਹਾਂ ਦੇ ਫੇਸਿਸ ਹੋਣੇ ਆ, ਆਈ ਫੀਲ ਕਿ ਸ਼ਰਨਪ੍ਰੀਤ ਵਿਲ ਡਿਸਕਸ ਅਬਾਊਟ ਦੈਟ ਕਿ ਕਦੋਂ ਕਦੋਂ ਬੰਦਾ ਅਪਲਾਈ ਕਰ ਸਕਦਾ ਹੈ। ਬਿਲਕੁਲ ਬਿਲਕੁਲ ਸ਼ਰਨ, ਤੁਸੀਂ ਦੇਖ ਰਹੇ ਹੋਣੇ ਆ ਸਾਡੇ ਸਕਰੀਨ ਦੇ ਉੱਤੇ ਸਵਾਲ ਆਉਣੇ ਸ਼ੁਰੂ ਹੋ ਗਏ। ਵੈਸੇ ਨਾ ਇੰਦਰਜੀਤ ਕੌਰ ਮਠਾਰੂ ਹੁਣਾਂ ਨੂੰ ਮੈਂ ਨਾ ਬਚਪਨ 'ਚ ਜੋ ਰਾਗੀਆਂ ਢਾਡੀਆਂ ਨੂੰ ਸੁਣਦਾ ਹੁੰਦਾ ਸੀ, ਪ੍ਰਸੰਗ ਸਹਿਤ ਵਿਆਖਿਆ ਇਦਾਂ ਕਰਦੇ ਹੁੰਦੇ ਸੀ, ਪਰ ਉਹਨਾਂ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਤੇ ਮੂੰਹ ਜ਼ਬਾਨੀ ਇੰਨੀ ਵਿਆਖਿਆ ਕਰਨ ਦੇ ਲਈ ਪਹਿਲਾਂ ਇੰਦਰਜੀਤ ਉਹਨਾਂ ਦਾ ਧੰਨਵਾਦ ਕਰਦੇ ਚੱਲੀਏ। ਮੈਨੂੰ ਸਪੀਡ ਸਲੋ ਰੱਖਣ ਦੀ ਲੋੜ ਹੈ। ਵੈਲ ਡਨ, ਆਈ ਵੁੱਡ ਸੇ ਵੈਲ ਡਨ, ਕਿਉਂਕਿ ਸਰੋਤਾਂ ਦੇ ਮੇਰਾ ਸਵਾਲ ਬਹੁਤ ਆ, ਨੋ ਡਾਊਟ, ਕੋਈ ਸ਼ੱਕ ਨਹੀਂ ਹੈ। ਸ਼ਰਨ ਜੀ, ਫਰਦਰ ਜਿਹੜੀ ਗੱਲਬਾਤ ਜੋ ਇੰਦਰ ਹੁਣਾਂ ਨੇ ਹੁਣੇ ਕੀਤੀ ਹੈ, ਉਹਦੇ ਵਿੱਚ ਤੁਸੀਂ ਕੁਝ ਹੋਰ ਐਡ ਆਨ ਕਰਨਾ ਚਾਹੋਗੇ ਇਸ ਤੋਂ ਪਹਿਲਾਂ ਕਿ ਅਸੀਂ ਕਮੈਂਟਸ ਲਈਏ? ਹਾਂਜੀ, ਇਹਦੇ ਜਿਹੜਾ ਨਿਊ 2021 ਰੈਜ਼ੀਡੈਂਟ ਵਨ ਆਫ ਰੈਜ਼ੀਡੈਂਟ ਵੀਜ਼ਾ ਇੰਟਰੋਡਿਊਸ ਕੀਤਾ ਇਮੀਗ੍ਰੇਸ਼ਨ ਨੇ, ਇਹਦਾ ਐਪਲੀਕੇਸ਼ਨ ਪ੍ਰੋਸੈਸ 2 ਫੇਜ਼ਸ ਦੇ ਵਿੱਚ ਹੋਏਗਾ। ਸੋ ਜਿਹੜਾ ਫਰਸਟ ਫੇਜ਼ ਹੈਗਾ ਆ ਉਹ 1 ਦਸੰਬਰ 2021 ਤੋਂ ਸ਼ੁਰੂ ਹੋਏਗਾ, ਐਂਡ ਉਹਦੇ ਵਿੱਚ ਉਹ ਐਪਲੀਕੈਂਟਸ ਐਲੀਜੀਬਲ ਹੋਣਗੇ ਜਿਨ੍ਹਾਂ ਨੇ ਆਲਰੇਡੀ ਰੈਜ਼ੀਡੈਂਸ ਵੀਜ਼ਾਸ ਅਪਲਾਈ ਕੀਤੇ ਹੋਏ ਨੇ ਅੰਡਰ ਐਸਐਮਸੀ ਔਰ ਵਰਕ ਟੂ ਰੈਜ਼ੀਡੈਂਸ ਐਪਲੀਕੇਸ਼ਨਸ ਅਪਲਾਈ ਕੀਤੀਆਂ ਹੋਈਆਂ ਨੇ 29 ਸਤੰਬਰ 2021 ਤੋਂ ਪਹਿਲਾਂ। ਤੇ ਸੈਕੰਡ ਉਹਨਾਂ ਨੇ ਹਾਂਜੀ, ਤੇ ਜਾਂ ਜਿਨ੍ਹਾਂ ਨੇ EOIs ਆਪਣੀਆਂ ਪਾਈਆਂ ਹੋਈਆਂ ਨੇ ਬਟ ਜਿਨ੍ਹਾਂ ਦੇ ਨਾਲ ਡਿਪੈਂਡੈਂਟ ਚਿਲਡਰਨ ਨੇ 17 ਜਾਂ 17 ਇਅਰਸ ਤੋਂ ਉੱਤੇ। ਸੋ ਇਹ ਜਿਹੜੇ ਹੈਗੇ ਨੇ ਸਾਰੇ 1 ਦਸੰਬਰ 2021 ਨੂੰ ਐਲੀਜੀਬਲ ਹੋਣਗੇ, ਐਂਡ ਬਾਈ ਦੀ ਐਂਡ ਆਫ ਅਕਤੂਬਰ ਮੋਸਟ ਪ੍ਰੋਬੇਬਲੀ ਇਮੀਗ੍ਰੇਸ਼ਨ ਇਹਨਾਂ ਨੂੰ ਈਮੇਲਸ ਕਰਨੀਆਂ ਸ਼ੁਰੂ ਕਰ ਦੇਣਗੇ
ਕਿ ਜਿਹੜੇ ਵੀ ਇਹ ਐਲੀਜੀਬਲ ਹੋਣਗੇ ਐਂਡ ਰੈਸਟ ਜਿਹੜੇ ਬਾਕੀ ਦੇ ਐਲੀਜੀਬਲ ਐਪਲੀਕੈਂਟਸ ਨੇ ਉਹ ਸੈਕੰਡ ਫੇਜ਼ ਜੋ ਕਿ 1 ਮਾਰਚ 2022 ਨੂੰ ਸ਼ੁਰੂ ਹੋਏਗਾ ਉਹਦੇ ਵਿੱਚ ਐਲੀਜੀਬਲ ਹੋਣਗੇ ਐਂਡ ਸਾਰੀਆਂ ਦੀਆਂ ਸਾਰੀਆਂ ਐਪਲੀਕੇਸ਼ਨਸ 31st of July 2022 ਤੋਂ ਪਹਿਲਾਂ ਸਬਮਿਟ ਹੋਣੀਆਂ ਚਾਹੀਦੀਆਂ ਨੇ ਉਸ ਤੋਂ ਬਾਅਦ ਕੋਈ ਐਪਲੀਕੇਸ਼ਨ ਐਕਸੈਪਟ ਨਹੀਂ ਹੋਏਗੀ ਐਂਡ ਇਸ ਦੀ ਕੀ ਫੀਸ ਹੋਏਗੀ ਕੀ ਹੋਏਗਾ ਇਹ ਸਭ ਕੁਝ ਹਜੇ ਇਮੀਗ੍ਰੇਸ਼ਨ ਇੰਸਟਰਕਸ਼ਨਸ ਕੀ ਰਿਕੁਆਇਰਮੈਂਟਸ ਨੇ ਕੀ ਪੇਪਰ ਵਰਕ ਹੈ ਸਾਰਾ ਕੁਝ ਹਜੇ ਬਾਈ ਐਂਡ ਆਫ ਅਕਟੂਬਰ ਵਿਲ ਬੀ ਡਿਸਕਲੋਜ਼ਡ ਬਾਈ ਇਮੀਗ੍ਰੇਸ਼ਨ ਨਿਊਜ਼ੀਲੈਂਡ I understand. Thank you very much ਜਿਹੜਾ ਤੁਸੀਂ ਖਾਸ ਤੌਰ ਤੇ ਜਿਹੜਾ ਐਕਸਟੈਂਡਡ ਵਰਜ਼ਨ ਹੈ ਉਹ ਦਿੱਤਾ ਲਓ ਹੁਣ ਸਵਾਲ ਸ਼ੁਰੂ ਕਰਦੇ ਹਾਂ ਇੱਧਰ ਜੀ ਮੈਂ ਚਾਹਾਂਗਾ ਕਿ ਜ਼ਰੂਰ ਬਰੀਕੀ ਦੇ ਨਾਲ ਇਹਨਾਂ ਸਵਾਲਾਂ ਦਾ ਜਵਾਬ ਦਿੱਤਾ ਜਾਵੇ ਕਿਉਂਕਿ ਜਦੋਂ ਕਲਾਸਿਸ ਇਮੀਗ੍ਰੇਸ਼ਨ ਐਡਵਾਈਜ਼ਰ ਨੂੰ ਅਸੀਂ ਖਾਸ ਤੌਰ ਤੇ ਇਸ ਤਰ੍ਹਾਂ ਦੇ ਸ਼ੋਜ਼ ਦੇ ਵਿੱਚ ਬੁਲਾਉਂਦੇ ਆ ਆਬਵੀਅਸਲੀ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਸਾਡੇ ਮੋਢਿਆਂ ਤੇ ਹੈ ਸੋ ਖੁਸ਼ਪ੍ਰੀਤ ਸੰਧੂ ਉਹਨਾਂ ਦਾ ਸਵਾਲ ਜਿਹੜਾ ਇਸ ਵਕਤ ਸਕਰੀਨ ਦੇ ਉੱਤੇ ਹੈ ਜੀ ਇਸ ਨੂੰ ਲੈ ਕੇ if someone is on post-study work visa, working in healthcare as a support worker, as you mentioned in the doing study level 2 from company being here more than 3 years. Will they be eligible for new policy? ਦੇਖੋ ਪੋਸਟ ਸਟੱਡੀ ਵਰਕ ਵੀਜ਼ਾ ਹੈ ਇਹਨਾਂ ਦਾ ਅਗਰ ਇਹੀ ਵੀਜ਼ਾ ਇਹਨਾਂ ਦਾ 29 ਸਤੰਬਰ 2021 ਦੇ ਵਿੱਚ ਵੀ ਸੀਗਾ ਉਨੀ ਡੇਟ ਨੂੰ ਕਈ ਵੇਲੇ ਹੁੰਦਾ ਕਿ ਅਪਲਾਈ ਕੀਤਾ ਹੋਇਆ ਜਾਂ ਫਿਰ ਅਗਲਾ ਅਪਰੂਵ ਹੋ ਗਿਆ ਅਗਰ ਇਹ ਸੇਮ ਵੀਜ਼ਾ ਉਸ ਟਾਈਮ ਉਹਨਾਂ ਕੋਲ ਸੀਗਾ ਔਰ ਹੈਲਥ ਕੇਅਰ ਵਾਲੇ ਜਿਹੜਾ ਲਿਸਟ ਦੇ ਵਿੱਚ ਹੈ ਇਹ ਠੀਕ ਹੈ ਸਕਾਸ ਲਿਸਟ ਦੇ ਵਿੱਚ ਲਿਸਟਡ ਹੈ ਪਲੱਸ ਇਹਨਾਂ ਦੀ ਇਹਨਾਂ ਨੂੰ 3 ਸਾਲ ਤੋਂ ਉੱਪਰ ਵੀ ਹੋ ਗਏ ਆ ਨਿਊਜ਼ੀਲੈਂਡ ਦੇ ਵਿੱਚ ਅਗਰ ਇਹ 21 ਡੇਜ਼ ਵਾਲੀ ਰਿਕੁਆਇਰਮੈਂਟ ਮੀਟ ਕਰਦੇ ਆ ਤਾਂ ਦੈਨ ਯੈਸ ਸ਼ੀ ਇਜ਼ ਐਲੀਜੀਬਲ ਇਹਨਾਂ ਦੇ 2 ਪੁਆਇੰਟਸ ਜਿਹੜੇ ਉਹ ਮੀਟ ਕਰਦੇ ਕ੍ਰਾਈਟੇਰੀਆ ਚ ਵੰਡਰਫੁਲ ਪਹਿਲਾਂ ਸ਼ਰਨ ਜੀ ਨੇ ਜਿਹੜੀ ਗੱਲ ਟੱਚ ਕੀਤੀ ਸੀ ਆਪਾਂ ਹੁਣ ਉਹਦੇ ਤੇ ਆਉਂਦੇ ਆ ਸੁਖ ਨੂਰ ਹੁਣੀ ਪੁੱਛ ਰਹੇ ਨੇ ਕਿ ਜੋ 2 ਸਾਲ ਤੋਂ ਇੰਤਜ਼ਾਰ ਕਰ ਰਹੇ ਨੇ ਫਾਈਲ ਲਗਾ ਕੇ ਔਰ ਸਾਰੇ ਪੇਪਰ ਵਰਕ ਜਿਹੜਾ ਉਹ ਦੇ ਚੁੱਕੇ ਆ ਇਮੀਗ੍ਰੇਸ਼ਨ ਨੂੰ do they need to provide all the paperwork again ਇਹ ਥੋੜਾ ਜਿਹਾ ਜਿੱਦਾਂ ਇਹ ਕਈ ਲੋਕਾਂ ਦੇ ਮਨਾਂ 'ਚ ਸਵਾਲ ਹੈਗਾ ਸ਼ਰਨ ਜੀ ਅਸੀਂ ਚਾਹਾਂਗੇ ਇਹਦਾ ਜ਼ਰੂਰ ਤੁਸੀਂ ਜਵਾਬ ਦਿਓ ਇਹਦਾ ਇਹ ਈਮੇਲਸ ਵਗੈਰਾ ਜਿਵੇਂ ਮੈਂ ਕਿਹਾ ਕਿ ਇਮੀਗ੍ਰੇਸ਼ਨ ਕਰਨਗੇ ਦੇ ਵਿਲ ਗਿਵ ਐਨ ਆਪਸ਼ਨ ਕਿ ਤੁਸੀਂ ਐਸਐਮਸੀ ਦੇ ਅੰਡਰ ਹੀ ਪ੍ਰੋਸੈਸ ਕਰਨਾ ਹੈ ਜਾਂ ਤੁਸੀਂ ਨਿਊ ਵੀਜ਼ਾ ਐਪਲੀਕੇਸ਼ਨ ਅਪਲਾਈ ਕਰਨੀ ਹੈ ਜੋ ਕਿ ਉਹਨਾਂ ਨੇ ਕਿਹਾ ਹੈ ਕਿ ਪੇਪਰ ਵਰਕ ਆਲਰੇਡੀ ਸਬਮਿਟ ਕੀਤਾ ਹੋਇਆ ਆ ਸੋ ਪ੍ਰੋਬੇਬਲੀ ਉਹ ਨਹੀਂ ਪ੍ਰੋਵਾਈਡ ਕਰਨਾ ਪਏਗਾ ਇਨ ਐਡੀਸ਼ਨ ਜੇ ਇਮੀਗ੍ਰੇਸ਼ਨ ਆਫਿਸਰ ਮੰਗਦੇ ਨੇ ਕੁਝ ਵੀ ਤੇ ਉਹ ਆਪਾਂ ਨੂੰ ਪ੍ਰੋਵਾਈਡ ਕਰਨਾ ਪਏਗਾ ਬਟ ਦੇ ਵਿਲ ਗਿਵ ਐਨ ਆਪਸ਼ਨ ਕਿ ਉਹਨਾਂ ਨੇ ਐਸਐਮਸੀ ਦੇ ਅੰਡਰ ਹੀ ਪ੍ਰੋਸੈਸ ਕਰਨਾ ਹੈ ਜਾਂ ਨਵੇਂ ਵੀਜ਼ੇ ਦੇ ਅੰਡਰ ਇਫ ਦੇ ਆਰ ਐਲੀਜੀਬਲ ਦੇ ਕੈਨ ਅਪਲਾਈ ਫॉर द ਨਿਊ ਵੀਜ਼ਾ ਐਸ ਵੈਲ ਤਾਂ ਮੈਂ ਇਸ ਥੋੜਾ ਜਿਹਾ ਐਡ ਆਨ ਕਰਨਾ ਚਾਹੂੰਗੀ ਇਹਦੇ ਵਿੱਚ ਕਿ ਜਿੱਦਾਂ ਸੁਖ ਨੂਰ ਦਾ ਜੋ ਕੁਐਸਚਨ ਸੀਗਾ ਇਹਨਾਂ ਦੇ ਵਿੱਚ ਇਹਨਾਂ ਨੇ ਕਿਹਾ ਕਿ ਆਲਰੇਡੀ ਸਬਮਿਟਡ ਬਟ ਇਹ ਜਿਹੜੀ ਕੈਟਾਗਰੀ ਹੈ ਦੈਟ ਇਜ਼ ਕੰਪਲੀਟਲੀ ਨਿਊ ਕੈਟਾਗਰੀ ਠੀਕ ਹੈ ਬਿਲਕੁਲ ਹੀ ਡਿਫਰੈਂਟ ਹੈ ਐਸਐਮਸੀ ਦੇ ਨਾਲੋਂ ਆਪਸ਼ਨ ਤਾਂ ਜ਼ਰੂਰ ਦੇਗੀ ਇਮੀਗ੍ਰੇਸ਼ਨ ਦੇਗੀ ਜਿੱਦਾਂ ਸ਼ਰਨਪ੍ਰੀਤ ਨੇ ਕਿਹਾ ਹੈ ਬਟ ਹਾਂ ਜਿੱਥੇ ਤੱਕ ਡਾਕੂਮੈਂਟ ਸਬਮਿਟ ਕਰਨ ਦੀ ਗੱਲ ਆ ਰਹੀ ਹੈ ਡਾਕੂਮੈਂਟੇਸ਼ਨ ਪਾਰਟ ਦੀ ਤਾਂ ਹੋ ਸਕਦਾ ਕਿ ਸਾਨੂੰ ਉਹ ਦੇਣੇ ਪੈਣ ਬਿਕੋਜ਼ ਦਿਸ ਇਜ਼ ਕੰਪਲੀਟਲੀ ਨਿਊ ਕੈਟਾਗਰੀ ਤਾਂ ਆਪਣੇ ਆਪ ਉਧਰੋਂ ਟ੍ਰਾਂਸਫਰ ਹੋ ਜਾਣੇ ਥੋੜਾ ਜਿਹਾ ਇਸ ਚੀਜ਼ ਨੂੰ ਆਈ ਐਮ ਡਾਊਟਫੁਲ ਕਿ ਇਹਦਾ ਨਹੀਂ ਹੋਏਗਾ ਕਿਉਂਕਿ ਉਹ ਆਪਾਂ ਨੂੰ ਸਬਮਿਟ ਹੀ ਕਰਨਾ ਪਏਗਾ ਨਿਊ ਐਪਲੀਕੇਸ਼ਨ ਫਾਰਮਸ ਨਿਊ ਐਪਲੀਕੇਸ਼ਨ ਫੀ ਐਵਰੀਥਿੰਗ ਵਿਲ ਬੀ ਡਿਫਰੈਂਟ ਸੋ ਉਹਦੇ ਲਈ ਆਪਾਂ ਯਾਦ ਕਰਾਂਗੇ ਕਿ ਐਂਜਲ ਇਮੀਗ੍ਰੇਸ਼ਨ ਜਿਹੜੀ ਕਿ 2 ਥਾਵਾਂ ਤੋਂ ਆਪਣੀ ਸਰਵਿਸਿਜ਼ ਦੇ ਰਹੇ ਨੇ ਜਿਨ੍ਹਾਂ ਦੇ ਐਡਰੈਸ ਜਿਹੜੇ ਨੇ ਵਾਰ-ਵਾਰ ਅਸੀਂ ਆਪਣੀ ਸਕਰੀਨ ਦੇ ਉੱਤੇ ਵੀ ਜ਼ਰੂਰ ਮੈਂਸ਼ਨ ਕਰਦੇ ਜਾ ਰਹੇ ਹਾਂ ਤੇ ਮੈਂ ਇਹ ਵੀ ਚੇਤੇ ਕਰਾਦਾ ਹਾਂ ਕਿ ਨੰਬਰ 300 ਹੈ ਜੀ ਕੁਈਨ ਸਟਰੀਟ ਆਕਲੈਂਡ ਸੈਂਟਰਲ ਦੇ ਵਿੱਚ ਉਹਦੇ ਤੇ ਲੈਵਲ 6 ਤੇ ਜਾ ਕੇ ਸੂਟ 6E ਆਕਲੈਂਡ CBD ਦੇ ਵਿੱਚ ਅਤੇ ਫੋਨ ਨੰਬਰ ਬੜਾ ਸਖਾਲਾ ਜੀ 303-2209 ਕ੍ਰਾਈਸਟਚਰਚ ਬ੍ਰਾਂਚ ਜਿਹੜੀ ਹੈ ਨੰਬਰ 2A/2 ਕਾਰਨਰ ਸਟਰੀਟ ਪਾਪਨੂਈ ਕ੍ਰਾਈਸਟਚਰਚ ਦੇ ਵਿੱਚ ਜਿਹੜੇ ਸਾਡੇ ਸਰੋਤੇ ਸੁਣ ਰਹੇ ਨੇ ਉਹ ਆਪਣੇ ਹਰੇਕ ਪੜ੍ਹਦੇ ਸੁਣਦੇ ਭਰਾਵਾਂ ਨੂੰ ਜ਼ਰੂਰ ਦੱਸਣ 03 ਕੋਡ ਹੈ ਜੀ ਕ੍ਰਾਈਸਟਚਰਚ ਦਾ ਜੇਕਰ ਬਾਹਰੋਂ ਕਾਲ ਕਰਦੇ ਹੋ 2601690 ਉਹਨਾਂ ਦਾ ਕ੍ਰਾਈਸਟਚਰਚ ਦਾ ਫੋਨ ਨੰਬਰ ਹੈ ਕਿੰਨੇ ਸਾਲ ਤੋਂ ਇੰਦਰ ਜੀ ਤੁਸੀਂ ਇਸ ਖੇਤਰ ਦੇ ਵਿੱਚ ਲਗਾਤਾਰ ਆਪਣੀਆਂ ਸੇਵਾਵਾਂ ਦੇ ਰਹੇ ਹੋ ਉਹ ਵੀ ਜ਼ਰੂਰ ਸਾਂਝੀਆਂ ਕਰੋ ਹਾਫ ਆਫ ਡਿਕੇਡ ਤਾਂ ਹੋ ਗਿਆ ਸਾਨੂੰ ਵੈਲ ਸੈਡ ਅਗਲਾ ਸਵਾਲ ਹੈ ਜੀ ਸਾਡੇ ਕੋਲ ਰਮਨਪ੍ਰੀਤ ਚੌਹਾਨ ਹੋਣਾ ਦਾ if someone came in April 2019 and did master level 9 and was working full time during pandemic and had held post study work visa and not having pay rate why they are not considering in this category and that is really unfair okay ਕੁਝ ਲੋਕ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ ਮਿਸ ਆਊਟ ਕਰ ਗਏ ਆ ਆਬਵੀਅਸਲੀ ਪਾਲਿਸੀ ਦੇ ਰਾਹ ਦੇ ਵਿੱਚ ਉਹਨਾਂ ਨੂੰ ਸ਼ਮੂਲੀਅਤ ਕਰਾਉਣ ਦੇ ਲਈ ਨਾਨ ਪੋਲੀਟੀਕਲ ਲੌਬਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਆ ਪ੍ਰੈਸ਼ਰ ਗਰੁੱਪਸ ਜਿਹੜੀ ਕਮਿਊਨਿਟੀ ਦੇ ਇਕੱਲੇ ਪੰਜਾਬੀ ਨਹੀਂ ਵੱਖ-ਵੱਖ ਕਮਿਊਨਿਟੀਜ਼ ਦੇ ਮੈਂ ਆਪਣੇ ਸੁਣਨ ਵਾਲੇ ਸਰੋਤਿਆਂ ਨੂੰ ਦੱਸ ਦਿਆਂ ਉਹ ਲਗਾਤਾਰ ਦਿਨ ਰਾਤ ਇੱਕ ਕਰਕੇ ਉਸ ਦੇ ਲਈ ਕੋਸ਼ਿਸ਼ ਕਰ ਰਿਹਾ ਜਿਹਦੇ ਵਿੱਚ ਸਾਡੇ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਜਿਹੜੇ ਨੇ ਉਹਨਾਂ ਤੋਂ ਵੀ ਸਲਾਹ ਲਈ ਜਾ ਰਹੀ ਹੈ ਜਿਹੜੀ ਇਹਦੇ ਵਿੱਚ ਜਿਹੜੀ ਤੁਹਾਡੇ ਹਿੱਸੇ ਦੀ ਗੱਲ ਆ ਉਹ ਤੁਸੀਂ ਕਹੋ ਇੰਦਰ ਜੀ
ਜੀ ਹਰਮਨ ਜਿੱਦਾਂ ਇਹਨਾਂ ਨੇ ਗੱਲ ਕੀਤੀ ਹਰਮਨਪ੍ਰੀਤ ਨੇ ਕਿ ਲੈਵਲ 9 ਕੀਤਾ ਔਰ ਫੁੱਲ ਟਾਈਮ ਵਰਕਿੰਗ ਸੀ ਪੈਂਡੇਮਿਕ ਦੇ ਦੌਰਾਨ। ਹੁਣ ਡਿਪੈਂਡ ਕਰਦਾ ਕਿ ਇਹਨਾਂ ਦੀ ਪੋਜੀਸ਼ਨ ਕੀ ਸੀ। ਅਗਰ ਤਾਂ ਪੋਜੀਸ਼ਨ ਇਹਨਾਂ ਦੀ ਲਿਸਟ ਦੇ ਵਿੱਚ ਆਉਂਦੀ ਹੈ ਤਾਂ ਸਟਿਲ ਹੀ ਇਜ਼ ਐਲੀਜੀਬਲ ਹੈ ਨਾ। ਅਗਰ ਪੋਸਟ ਸਟੱਡੀ ਵਰਕ ਵੀਜ਼ਾ ਜਿੱਦਾਂ ਇਹਨਾਂ ਨੇ ਕਿਹਾ ਕਿ ਹੋਲਡ ਕੀਤਾ ਸੀਗਾ ਔਰ 29 ਸਤੰਬਰ 2021 ਨੂੰ ਵੀ ਅਗਰ ਪੋਸਟ ਸਟੱਡੀ ਓਪਨ ਵਰਕ ਵੀਜ਼ੇ ਤੇ ਸੀ ਤਾਂ ਇਹ ਐਲੀਜੀਬਲ ਹੋ ਸਕਦੇ ਆ। ਪੇ ਰੇਟ ਹੋਣਾ ਤੇ ਟਾਈਮ ਫਰੇਮ ਵਾਲਾ 3 ਇਅਰਸ ਵਾਲਾ ਇਹ ਅਗਲੇ ਦੋ ਕ੍ਰਾਈਟੇਰੀਆ ਪਰ ਤਿੰਨਾਂ ਦੇ ਵਿੱਚੋਂ ਆਪਾਂ ਇੱਕ ਮੀਟ ਕਰਨਾ ਹੈ। ਸੋ ਇਹ ਕੁਐਸਚਨ ਥੋੜਾ ਜਿਹਾ ਇਨਕੰਪਲੀਟ ਆ। ਅਗਰ ਇਹ ਦੱਸ ਸਕਣ ਕਿ ਕਿਹੜੀ ਪੋਜੀਸ਼ਨ ਤੇ ਕੰਮ ਕਰਦੇ ਸੀ ਤਾਂ ਦੈਟ ਵਿਲ ਬੀ ਮੋਰ ਐਕੂਰੇਟ। ਆਈ ਥਿੰਕ ਇੰਦਰਜੀਤ ਤੇ ਸ਼ਰਨ ਜੀ ਜਿਹੜਾ ਐਂਡ ਤੇ ਔਰ ਦਾ ਰੌਲਾ ਉਹ ਹੱਲੇ ਵੀ ਆਪਣੇ ਲੋਕਾਂ 'ਚ ਕਿਤੇ ਨਾ ਕਿਤੇ ਗ੍ਰੇ ਏਰੀਆ ਬਣਾ ਰਿਹਾ, ਕਿਉਂਕਿ ਅਸਲ ਦੇ ਵਿੱਚ ਜਦੋਂ ਕਲੀਅਰਲੀ ਕੱਲੀ ਟਰਮਸ ਐਂਡ ਕੰਡੀਸ਼ਨਸ ਜਿਹੜੀ ਆ ਉਹ ਆਪਣੇ ਸਾਹਮਣੇ ਆ ਜਾਣੀਆਂ ਫਿਰ ਹੋਰ ਵੀ ਜ਼ਿਆਦਾ ਕਲੈਰਿਟੀ ਆ ਜਾਣੀ ਆ। ਲੇਕਿਨ ਹਾਲ ਦੀ ਜਿਹੜੀ ਜਿਵੇਂ ਤੁਸੀਂ ਸ਼ੁਰੂਆਤੀ ਦੌਰ 'ਚ ਜ਼ਿਕਰ ਕੀਤਾ, ਅਸੀਂ ਇਹਦੀ ਅਲੱਗ ਵੀਡੀਓ ਬਣਾ ਕੇ ਪਾਵਾਂਗੇ ਸੋ ਦੈਟ ਬਿਲਕੁਲ ਸਰਲ ਤਰੀਕੇ ਨਾਲ ਸਾਡੇ ਸਰੋਤਿਆਂ ਨੂੰ ਸਮਝ ਆ ਜਾਵੇ। ਸੁਖ ਨੂਰ ਹੁਣੀ ਜਿਹੜਾ ਪਹਿਲਾਂ ਤੁਸੀਂ ਪੁਆਇੰਟ ਰੇਜ਼ ਕੀਤਾ ਸੀਗਾ ਸੁਖੀ, ਉਹਦੇ 'ਚ ਉਹਨਾਂ ਨੇ ਐਡ ਆਨ ਕੀਤਾ ਕਿ ਮੈਡੀਕਲ ਤੇ ਆਇਲਟਸ ਜਿਹੜਾ ਉਹ ਕਹਿੰਦੇ ਐਕਸਪਾਇਰ ਹੋ ਚੁੱਕਾ। ਸੋ ਇਹਦੀ ਕੀ ਅਪਡੇਟ ਰਹੇਗੀ? ਦੇਖੋ ਆਇਲਸ ਜਿਹੜੀ ਰਿਕੁਆਇਰਮੈਂਟ ਆ ਉਹ ਐਸਐਮਸੀ ਦੀ ਹੈ, ਠੀਕ ਹੈ, ਜਾਂ WTR ਦੀ ਆਪਾਂ ਕਹਿ ਸਕਦੇ ਸੈਕੰਡਰੀ ਐਪਲੀਕੈਂਟ ਵਾਸਤੇ। ਬਟ ਇਹਦੇ ਵਿੱਚ ਹਾਲੇ ਤੱਕ ਇਦਾਂ ਦਾ ਕੁਝ ਨਹੀਂ ਆਇਆ ਕਿ ਇੰਗਲਿਸ਼ ਦੀ ਰਿਕੁਆਇਰਮੈਂਟ ਆਪਾਂ ਮੀਟ ਕਰਨੀ ਕਿ ਨਹੀਂ। ਬਾਕੀ ਇਮੀਗ੍ਰੇਸ਼ਨ ਇਨਸਟਰਕਸ਼ਨਸ ਹਾਲੇ ਆਉਣੀਆਂ ਆ ਜੋ ਕਿ ਅਕਤੂਬਰ ਐਂਡ 'ਚ ਹੋ ਗਿਆ। ਹਾਲੇ ਸਿਰਫ ਓਵਰਵਿਊ ਆਇਆ। ਓਵਰਵਿਊ ਇੱਕ ਜਸਟ ਇੰਟਰੋਡਕਸ਼ਨ ਹੁੰਦੀ ਹੈ ਕਿਸੇ ਵੀ ਪਾਲਿਸੀ ਦੀ, ਉਹ ਹਮੇਸ਼ਾ ਹੀ ਬਹੁਤ ਈਜ਼ੀ ਲੱਗਦੀ ਹੈ ਦੇਖਿਆ ਜਾਵੇ ਤਾਂ। ਬਟ ਜੋ ਮੇਨ ਲੂਪ ਹੋਲਸ ਹੁੰਦੇ ਆ ਜਾਂ ਕਿਸੇ ਵੀ ਫਾਈਲ ਨੂੰ ਕਿੱਦਾਂ ਰੀਪ੍ਰੈਜ਼ੈਂਟ ਕਰਨਾ, ਕੀ ਡਾਕੂਮੈਂਟੇਸ਼ਨ ਹੋਣਾ ਚਾਹੀਦਾ ਆ, ਉਹਨੂੰ ਕਿਸ ਤਰੀਕੇ ਦੇ ਨਾਲ ਬਣਾਉਣਾ ਆ, ਉਹ ਸਾਰਾ ਕੁਝ ਚੀਜ਼ਾਂ ਜਿਹੜੀਆਂ ਉਹ ਇਮੀਗ੍ਰੇਸ਼ਨ ਇਨਸਟਰਕਸ਼ਨਸ 'ਚ ਹੁੰਦੀਆਂ। ਸੋ ਆਈ ਵਿਲ ਐਡਵਾਈਜ਼ ਕਿ ਉਦੋਂ ਤੱਕ ਵੇਟ ਕਰ ਲੈਣਾ ਚਾਹੀਦਾ। ਬਾਕੀ ਜਿੱਥੇ ਤੱਕ ਇਹਨਾਂ ਨੇ ਮੈਡੀਕਲ ਦੀ ਗੱਲ ਕੀਤੀ ਆ, ਮੈਡੀਕਲ ਵੈਸੇ ਅਗਰ ਇੱਕ ਵਾਰੀ ਸਬਮਿਟ ਹੋ ਗਿਆ ਤਾਂ 36 ਮੰਥਸ ਲਈ ਵੈਲਿਡ ਹੁੰਦਾ ਆ, ਠੀਕ ਹੈ। ਬਟ ਇਸ ਓਵਰਵਿਊ 'ਚ ਓਕੇ ਸ਼ਰਨ ਜੀ, ਇੰਦਰ ਜੀ ਨੇ ਕਿਹਾ ਕਿ ਡਰਾਤਾ ਵੀ ਬਾਅਦ ਵਿੱਚ ਪਤਾ ਨਹੀਂ ਨਵਾਂ ਸੱਪ ਨਾ ਕੱਢ ਦੇਣ ਅਗਲੇ। ਤੁਸੀਂ ਥੋੜਾ ਜਿਹਾ ਹੌਸਲਾ ਵਧਾਓ ਸਾਡੇ ਭੈਣ ਭਰਾਵਾਂ ਦਾ। ਹੋਪਫੁਲੀ ਤਾਂ ਬੈਟਰ ਹੀ ਹੋਏਗਾ ਕਿ ਸਾਰਾ ਕੁਝ ਹੈ ਨਾ ਮਾਈਗ੍ਰੈਂਟਸ ਦੇ ਹੱਕ 'ਚ ਹੀ ਹੋਏਗਾ। ਬਟ ਸਟਿਲ ਅਸੀਂ ਜਦ ਤੱਕ ਇਮੀਗ੍ਰੇਸ਼ਨ ਇਨਸਟਰਕਸ਼ਨਸ ਨਹੀਂ ਆਉਂਦੀਆਂ ਹੈ ਨਾ ਬੈਟਰ ਪਿਕਚਰ ਉਸ ਤੋਂ ਬਾਅਦ ਹੀ ਪਤਾ ਲੱਗ ਸਕਦੀ ਹੈ। ਪਰਮਿੰਦਰ ਜੀ ਮੈਂ ਇੱਕ ਚੀਜ਼ ਛੋਟੀ ਜਿਹੀ ਤੁਹਾਨੂੰ, ਇਹ ਮੇਰਾ ਮੋਟਿਵ ਕਿਉਂ ਸੀ ਇਹ ਚੀਜ਼ ਕਹਿਣ ਦਾ, ਮੈਂ ਥੋੜਾ ਜਿਹਾ ਤੁਹਾਨੂੰ ਉੱਤੇ ਚਾਨਣਾ ਪਾਉਂਗੀ। ਕਿਉਂਕਿ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਦੇ ਵਿੱਚ ਕਾਫੀ ਰੌਲਾ ਚੱਲ ਰਿਹਾ ਹੈ ਕਿ ਨਹੀਂ ਜੀ ਬਹੁਤ ਈਜ਼ੀ ਹੈ, ਇਮੀਗ੍ਰੇਸ਼ਨ ਦੀ ਸਾਈਟ ਤੇ ਆ, ਅਸੀਂ ਆਪਣੇ ਆਪ ਪਾ ਸਕਦੇ। ਦੇਖੋ 90% ਐਪਲੀਕੇਸ਼ਨਸ ਆਨਲਾਈਨ ਆ, ਠੀਕ ਹੈ। ਹਰ ਇੱਕ ਐਪਲੀਕੇਸ਼ਨ ਦੀ ਇਨਫੋਰਮੇਸ਼ਨ ਆਨਲਾਈਨ ਪਈ ਆ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਚੱਕੂਗੀ ਐਸੈਂਸ਼ੀਅਲ ਸਕਿੱਲ ਵੀਜ਼ਾ ਦੀ। ਲੇਬਰ ਮਾਰਕੀਟ ਟੈਸਟ ਪਿਆ, ਉਹਦੇ ਤੇ ਆਰਾਮ ਨਾਲ ਪਿਆ ਹੋਇਆ, ਸਭ ਨੂੰ ਪਤਾ ਉਹ ਕੀ ਹੁੰਦਾ ਕੀ ਨਹੀਂ ਹੁੰਦਾ। ਫੇਰ ਵੀ ਕਾਲਸ ਆਉਂਦੀਆਂ ਸਾਨੂੰ, ਲੇਬਰ ਮਾਰਕੀਟ ਟੈਸਟ ਨਵੀਂ ਚੀਜ਼ ਆ, ਇਹ ਕਿਸ ਤਰੀਕੇ ਨਾਲ ਹੋਣੀ, ਸਭ ਪਤਾ ਐਡ ਹੁੰਦੀ ਹੈ। ਉਹ ਅੱਗੇ ਇਮੀਗ੍ਰੇਸ਼ਨ ਇਨਸਟਰਕਸ਼ਨ 'ਚ ਆ। ਇਨਸਟਰਕਸ਼ਨਸ ਦੇ ਵਿੱਚ ਇਹ ਆ ਕਿ ਉਹ ਕਿੰਨੀ ਪੁਰਾਣੀ ਹੋਣੀ ਚਾਹੀਦੀ ਆ, ਕਿੱਦਾਂ ਹੋਣੀ ਚਾਹੀਦੀ, ਉਹ ਓਵਰਵਿਊ 'ਚ ਨਹੀਂ ਹੁੰਦਾ। ਹੁਣ ਇਹ ਇੱਕ 골ਡਨ ਚਾਂਸ ਆ ਸਾਨੂੰ ਮਿਲਿਆ ਇਮੀਗ੍ਰੇਸ਼ਨ ਵੱਲੋਂ ਕਿ ਜਿੰਨੇ ਵੀ ਅਸੀਂ ਇੱਥੇ ਪੁਰਾਣੇ ਲੋਕੀ ਬੈਠੇ ਆ, ਅਸੀਂ ਇੱਕ ਪਾਥਵੇ ਸਾਨੂੰ ਦਿੱਤਾ ਗਿਆ, ਅਸੀਂ ਰੈਜ਼ੀਡੈਂਟ ਹੋ ਜਾਏ। ਅਸੀਂ ਓਵਰ ਕੌਨਫੀਡੈਂਸ ਦੇ ਵਿੱਚ ਆ ਕੇ ਆਪਣੇ ਹੱਥੋਂ ਉਹ ਚੀਜ਼ ਗਵਾ ਨਾ ਲਈਏ, ਠੀਕ ਹੈ। ਬਸ ਇਹ ਇੱਕ ਮੇਰਾ ਛੋਟਾ ਜਿਹਾ ਮੈਸੇਜ ਆ। ਮੈਨੂੰ ਇਹ ਗੱਲ ਚੰਗੀ ਲੱਗੀ ਕਿ ਜਦੋਂ ਗਰਾਊਂਡ ਰਿਐਲਿਟੀ ਦੇ ਨਾਲ ਵਾਬਸਤਾ ਹੁੰਦਾ ਬੰਦਾ ਤਾਂ ਫਿਰ ਇੱਕ ਤਾਂ ਦਾ ਪਲਾਨ ਬਣਾਉਣਾ, ਇੱਕ ਤਾਂ ਪਲਾਨ ਨੂੰ ਇੰਪਲੀਮੈਂਟ ਕਰਨਾ। ਉਦੋਂ ਕਹਾਣੀਆਂ ਥੋੜ੍ਹੀਆਂ ਜਿਹੀਆਂ ਵੱਖਰੀਆਂ ਹੋ ਸਕਦੀਆਂ, ਉਹਦੇ ਲਈ ਆਪਾਂ ਨੂੰ ਮੈਂਟਲੀ ਪ੍ਰੀਪੇਅਰਡ ਰਹਿਣਾ ਚਾਹੀਦਾ। ਔਰ ਉਹਦੀ ਪੇਪਰ ਵਰਕ ਕਿਵੇਂ ਤਿਆਰ ਕਰਨਾ, ਅਗਲੇ ਹਿੱਸੇ 'ਚ ਆਪਾਂ ਉਹਦੇ ਬਾਰੇ ਵੀ ਚਰਚਾ ਜ਼ਰੂਰ ਕਰਾਂਗੇ। ਵਾਪਸ ਮੁੜਦੇ ਹਾਂ ਰਮਨਪ੍ਰੀਤ ਚੌਹਾਨ ਉਹਨਾਂ ਦਾ, ਜਿਹੜੇ ਤੁਸੀਂ ਸੋਚ ਰਹੇ ਸੀ ਕਿ ਸਵਾਲ ਇਨਕੰਪਲੀਟ ਆ, ਉਹਨਾਂ ਨੇ ਥੋੜੀ ਜਾਣਕਾਰੀ ਦਿੱਤੀ ਹੈ। ਕਹਿੰਦੇ ਮੈਂ ਅਸਿਸਟੈਂਟ ਮੈਨੇਜਰ ਦੇ ਰੋਲ ਦੇ ਵਿੱਚ ਆ, ਜਿਹੜਾ ਉਹਨਾਂ ਨੇ ਕਿਹਾ ਸੀ ਨਾ ਕਿ ਇਹਦੇ ਨਾਲ ਆਪਾਂ ਜੋੜ ਕੇ ਦੇਖਦੇ ਹਾਂ। ਪਰ ਦੇਖੋ ਅਸਿਸਟੈਂਟ, ਹਾਂਜੀ ਮੈਨੂੰ ਯਾਦ ਆ, ਅਸਿਸਟੈਂਟ ਮੈਨੇਜਰ ਵੀ ਅਲੱਗ-ਅਲੱਗ ਤਰ੍ਹਾਂ ਦੇ ਸੈਕਟਰਸ ਦੇ ਵਿੱਚ ਹੁੰਦੇ ਆ। ਐਸ ਸੱਚ ਚਲੋ ਅਸਿਸਟੈਂਟ ਮੈਨੇਜਰ ਤਾਂ ਉਹਦੇ ਵਿੱਚ ਲਿਸਟਡ ਨਹੀਂ ਆ, ਪਰ ਮੈਂ ਹੁਣ ਐਗਜ਼ਾਮਪਲ ਪਿਕ ਕਰਦੀ ਹਾਂ ਕਿ ਜਿੱਦਾਂ ਦੇਖੋ ਟਾਈਟਲ ਜਿਹੜੇ ਉਹ ਫੈਂਸੀ ਹੋ ਸਕਦੇ ਆ। ਫੋਰ ਐਗਜ਼ਾਮਪਲ ਕਿ ਉਹ ਅਸਿਸਟੈਂਟ ਮੈਨੇਜਰ ਆ ਕਿਸੇ ਰੈਸਟੋਰੈਂਟ ਦੇ, ਜਾਂ ਇੱਕ ਪੇਸਟਰੀ ਕੁੱਕ ਅਸਿਸਟੈਂਟ ਆ ਬਟ ਉਹਨਾਂ ਨੂੰ ਅਸਿਸਟੈਂਟ ਮੈਨੇਜਰ ਦੀ ਪੋਜੀਸ਼ਨ ਦੇ ਦਿੱਤੀ ਗਈ ਆ, ਜਾਂ ਹਾਰਟੀਕਲਚਰ ਦੇ ਵਿੱਚ ਆ ਬਟ ਸੁਪਰਵਾਈਜ਼ਰ ਦੀ ਕੋਡਿੰਗ ਯੂਜ਼ ਕੀਤੀ ਗਈ ਆ, ਠੀਕ ਹੈ। ਫਰੂਟ ਔਰ ਨਟ ਪੈਕਰ ਹੈਗੇ ਆ ਜਾਂ ਪਿਕਰ ਹੈਗੇ ਆ, ਉਹ ਚੀਜ਼ਾਂ ਦੇ। ਤਾਂ ਉਹ ਕੋਡਿੰਗ ਦੇ ਹਿਸਾਬ ਨਾਲ ਉਹਨਾਂ ਦੀ ਕੀ ਜੌਬ ਡਿਸਕ੍ਰਿਪਸ਼ਨ ਆ, ਉਹਦੇ ਤੇ ਆਪਾਂ ਗੱਲ ਕਰ ਸਕਦੇ ਆ। ਆਈ ਸੁਜੈਸਟ ਕਿ ਰਮਨਪ੍ਰੀਤ ਤੁਹਾਡਾ ਬਹੁਤ ਕੇਸ ਸਪੈਸਿਫਿਕ ਜਿਹਾ ਕੁਐਸਚਨ ਆ, ਤੁਸੀਂ ਡਾਇਰੈਕਟ ਸਰ ਨਾਲ ਕੰਟੈਕਟ ਕਰ ਸਕਦੇ, ਆਫਿਸ ਵਿਜ਼ਿਟ ਵੀ ਕਰ ਸਕਦੇ ਲੈਵਲ 2 ਤੇ। ਤੁਸੀਂ ਤੁਹਾਡੀ ਗੱਲ ਠੀਕ ਹੈ, ਕਿਉਂਕਿ ਤੁਸੀਂ ਰੈਡਲੀ ਅਵੇਲੇਬਲ ਹੋ। ਜਿਹੜੀ ਅੱਗੇ ਵਧਣ ਤੋਂ ਪਹਿਲਾਂ ਇੰਦਰ ਜੀ ਮੈਂ ਜਾਣਨਾ ਚਾਹੂੰਗਾ, ਕਿਉਂਕਿ ਬਾਅਦ ਵਿੱਚ ਵੀ ਦੁਬਾਰਾ ਅਸੀਂ ਚਰਚਾ ਕਰਾਂਗੇ, ਤੁਹਾਡੇ ਵਰਕਿੰਗ ਆਵਰਸ ਕੀ ਨੇ? ਐਡਰੈਸ ਜਿਵੇਂ ਮੈਂ ਦੱਸਿਆ, ਉਸ ਦੌਰਾਨ ਕਿਹੜੇ ਤੁਹਾਡੇ ਕੰਟੈਕਟ ਕੰਟਰੀ ਵਰਕਿੰਗ ਆਵਰਸ ਤੁਹਾਡੇ ਕੀ ਰਹਿਣਗੇ ਦੋਨੋਂ ਆਫਿਸਿਸ ਦੇ ਵਿੱਚ, ਉਹ ਜ਼ਰੂਰ ਚਾਹੇ ਸ਼ਰਨ ਜੀ ਤੁਸੀਂ ਦੱਸ ਦਿਓ। ਹਾਂਜੀ, we are situated at 300 Queen Street, level 6 Auckland, and ਸਾਡੇ working hours ਹੈਗੇ ਨੇ 9:30 to 5:30,
ਐਂਡ ਜੇ ਤੁਸੀਂ ਕੰਟੈਕਟ ਕਰਨਾ ਹੈਗਾ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਔਨ 0224868194 ਜੇ ਅਸੀਂ ਕੋਈ ਕਾਲ ਮਿਸ ਕਰ ਜਾਂਦੇ ਆ ਜਾਂ ਤੁਹਾਡਾ ਹਨਾ ਟੈਕਸਟ ਰਿਪਲਾਈ ਨਹੀਂ ਕਰ ਪਾਉਂਦੇ ਬਟ ਵੀ ਵਿਲ ਮੇਕ ਸ਼ੋਰ ਕਿ ਅਸੀਂ ਤੁਹਾਨੂੰ ਵਿਦਿਨ ਦੀ ਟਾਈਮ ਪੀਰੀਅਡ ਰਿਪਲਾਈ ਬੈਕ ਕਰੀਏ ਐਂਡ ਕਾਲ ਬੈਕ ਕਰੀਏ ਐਂਡ ਸਾਡੀ ਇੱਕ ਹੋਰ ਬ੍ਰਾਂਚ ਹੈਗੀ ਹੈ ਪਾਪਾ ਨੂਈ ਦੇ ਵਿੱਚ ਐਂਡ ਆਫਿਸ ਇਜ਼ ਲੋਕੇਟਡ ਐਟ 2A Horner Street, Papa Nui. And even you can also call in there at 021-186-8351. Wonderful. जो Thank साडे you very much. टाइमिंग्स मंडे टू फ्राइडे 9:30 to 5:30 दोनों ऑफिसेस ਤੇ। ਅੱਛਾ ਜਿੱਦਾਂ ਹੁਣ ਰਸ਼ ਪੈ ਜਾਣਾ ਸਾਡੀ ਬੇਨਤੀ ਪ੍ਰਵਾਨ ਕਰੋ ਦੋਨੇ ਹੱਥ ਜੋੜ ਕੇ ਹੋ ਸਕਦਾ ਸ਼ਨੀਵਾਰ ਵੀ ਖੋਲਣਾ ਪਵੇ ਤੁਹਾਨੂੰ। ਬਿਲਕੁਲ ਕਰਾਂਗੇ। ਸ਼ਰਨ ਤੁਸੀਂ ਵੀ ਇੰਦਰ ਤੁਸੀਂ ਵੀ ਦੇਖੋ ਅਸੀਂ ਸਾਡੇ ਆਪ ਵੀ ਇਮੀਗ੍ਰੈਂਟ ਆ ਅਸੀਂ ਆਪ ਵੀ ਇਮੀਗ੍ਰੈਂਟ ਹੀ ਆਏ ਆ ਸਾਨੂੰ ਪਤਾ ਕਿੰਨਾ ਔਖਾ ਲੱਗਦਾ ਆ ਇੱਥੇ ਆ ਕੇ ਸੈਟਲ ਹੋਣਾ ਇੱਕ ਆਪਣੀ ਫੈਮਿਲੀ ਪਿੱਛੇ ਛੱਡ ਕੇ ਆਉਣਾ ਸੋ ਅਗਰ ਜਿੱਥੇ ਸਾਨੂੰ ਮੌਕਾ ਮਿਲਦਾ ਆ ਸਭ ਦੀ ਸੇਵਾ ਕਰਨ ਦਾ ਤਾਂ ਡੈਫੀਨਿਟਲੀ ਵੀ ਵਿਲ ਡੂ ਦੈਟ। ਹਾਂਜੀ let's get back to work. If someone already have applied EOI then they can apply visa ਸਰਬ ਕੁਝ ਹੈ। ਹਾਂਜੀ ਦੇਖੋ ਜੇ ਆਲਰੇਡੀ ਓਕੇ ਜੇ ਕਿਸੇ ਨੇ EOI ਆਲਰੇਡੀ ਅਪਲਾਈ ਕੀਤੀ ਹੋਈ ਹੈ ਸੋ ਉਹਨਾਂ ਨੂੰ ਮਾਰਚ ਦੇ ਵਿੱਚ ਦੇ ਵਿਲ ਬੀ ਐਲੀਜੀਬਲ ਬਟ ਜੇ ਉਹਨਾਂ ਦੇ ਨਾਲ ਕੋਈ ਡਿਪੈਂਡੈਂਟ ਚਿਲਡਰਨ ਹੈਗੇ ਨੇ 17 ਇਅਰਸ ਔਰ 올ਡਰ ਤੇ ਦੈਨ ਉਹਨੂੰ ਉਹ ਫਰਸਟ ਫੇਜ਼ ਦੇ ਵਿੱਚ ਆਣਗੇ which is opening on 1st of December 2021. ਐਕਸਲੈਂਟ। ਸੋ ਦਸੰਬਰ 2021 ਦੇ ਵਿੱਚ ਪਹਿਲੇ ਫੇਜ਼ ਦੇ ਵਿੱਚ ਸਰ ਜੀ ਤੁਸੀਂ ਆਉਣੇ ਹੋ ਜਸਟ ਨਹੀਂ ਜੇ ਪਹਿਲੇ ਨਹੀਂ ਇਹ ਪਹਿਲੇ ਫੇਜ਼ ਦੇ ਵਿੱਚ ਸਿਰਫ ਉਹ ਵਾਲੇ ਆਣਗੇ ਜਿਨ੍ਹਾਂ ਦੇ ਨਾਲ ਡਿਪੈਂਡੈਂਟ ਚਿਲਡਰਨ 17 ਇਅਰਸ ਔਰ 올ਡਰ ਨੇ ਸੋ ਸਰਬ ਜੀ ਸੈਕੰਡ ਕੈਟਾਗਰੀ ਦੇ ਵਿੱਚ ਐਲੀਜੀਬਲ ਹੋਣਗੇ ਜੋ ਕਿ 1 ਮਾਰਚ 2022 ਜੀ। ਵੈਸੇ ਥੈਂਕ ਯੂ ਮਾਈ ਮਿਸਟੇਕ। ਜਸਟ ਬਾਟ ਨਹੀਂ ਕਹਿੰਦੇ ਜੇਕਰ ਕੋਈ ਪੋਸਟ ਸਟੱਡੀ ਵਰਕ ਵੀਜ਼ਾ ਤੇ VOC ਪਾ ਕੇ ਸਟੱਡੀ ਕਰ ਰਿਹਾ ਕੀ ਉਹ ਐਲੀਜੀਬਲ ਹੈ? पोस्ट स्टडी वर्क वीजा दी अगर कंडीशंस ओपन पोस्ट स्टडी वालियां ही हैं तो यस एलिजिबल है। ਵੰਡਰਫੁਲ। ਹਰਮਨ ਸੇਖ ਉਹਨਾਂ ਦਾ 3.5 ਕਿਲੋਮੀਟਰ ਲੰਬਾ ਸਵਾਲ ਹੈ ਜੀ। ਉਹ ਕਹਿੰਦੇ ਹਾਈ ਸਰ ਦਿਸ ਇਜ਼ ਜਸਪ੍ਰੀਤ here I am in New Zealand from 2015 but in February 2020 I went to India then came back to New Zealand on Feb 2021 almost a year I was stuck in India due to COVID-19 I am on essential work visa when I came back to New Zealand then I applied exemption from India as critical work which was approved. Me and my husband visa was approved under VOC critical purpose. What do you think now? My visa is essential work visa or under work visa? VOC critical purpose. Date start from 6 Jan, I think. देखो इन्होंने ਜਿਹੜੀ ਕੈਟਾਗਰੀ ਦੇ ਵਿੱਚ ਅਪਲਾਈ ਕੀਤਾ ਖੈਰ ਉਹੀ ਹੋਊਗਾ ਬਾਕੀ ਟਾਈਮ ਡਿਊਰੇਸ਼ਨ ਦਾ ਵੀ ਡਿਪੈਂਡ ਕਰਦਾ ਕਿ ਉਹ ਕਿੰਨੀ ਲੈਂਥ ਦਾ 6 ਮੰਥਸ ਤੋਂ ਜ਼ਿਆਦਾ ਦਾ ਵੀਜ਼ਾ ਆ ਤਾਂ ਉਹ ਕ੍ਰਿਟੀਕਲ ਪਰਪਸ ਤੇ ਵੀ ਹੈਗੇ ਆ ਤਾਂ ਉਹ ਐਲੀਜੀਬਲ ਬਣਦੇ ਆ ਠੀਕ ਹੈ ਅਗਰ ਉਹ 29 ਸਤੰਬਰ 2021 ਦੇ ਵਿੱਚ ਇੱਥੇ ਜਿੱਥੇ ਟਾਈਮ ਫਰੇਮ ਵਾਲਾ ਚਲੋ ਇਹਨਾਂ ਨੇ 1 ਸਾਲ ਉੱਥੇ ਲਾ ਲਿਆ ਤਾਂ ਉਹ ਚੀਜ਼ ਹੀ ਮਿਸ ਕਰ ਰਹੇ ਬਟ ਅਗਰ ਹੈਲਥ ਸੈਕਟਰ ਦੇ ਵਿੱਚ ਕੰਮ ਕਰ ਰਹੇ ਆ ਤਾਂ ਉਹ ਐਲੀਜੀਬਲ ਹੋ ਸਕਦੇ ਆ ਬਾਕੀ ਦੇ ਕੈਨ ਕਾਲ ਅਸ ਕਿਉਂਕਿ ਇਹ ਵੀ ਮਤਲਬ केस असेसमेंट ਤੇ ਹੀ ਡਿਪੈਂਡ ਕਰੇਗਾ ਸੋ ਆਈ ਪ੍ਰੈਫਰ ਕਿ ਅਗਰ ਸਾਨੂੰ ਇੰਡੀਵਿਜੂਅਲੀ ਕਾਲ ਕਰ ਸਕਣ ਤਾਂ ਜ਼ਿਆਦਾ ਇਲੈਬੋਰੇਟਲੀ ਆਪਾਂ ਗੱਲ ਕਰ ਸਕਦੇ ਹਾਂ। ਅੱਛਾ ਸ਼ਰਨ ਜੀ ਮੈਨੂੰ ਪਤਾ ਤੁਸੀਂ ਗੱਡੀ ਬਹੁਤ ਹੌਲੀ ਚਲਾਉਂਦੇ ਆ ਕਈ ਮੇਰੇ ਵਰਗੇ ਗੱਡੀ ਬਹੁਤ ਭਜਾਉਂਦੇ ਆ ਸੋ ਉਹਨਾਂ ਦੇ ਵੀ ਸਵਾਲ ਆਉਣੇ ਸ਼ੁਰੂ ਹੋ ਗਿਆ ਕਹਿੰਦੇ ਐਨੀ ਸੁਜੈਸ਼ਨਸ ਫॉर ਟ੍ਰੈਫਿਕ ਕਨਵੈਕਸ਼ਨਸ ਪਾਰਕਿੰਗ ਟਿਕਟ ਔਰ ਇਨਫ੍ਰਿੰਜਮੈਂਟ ਫॉर ਯੂਜ਼ਿੰਗ ਫੋਨ ਵਾਈਲ ਡਰਾਈਵਿੰਗ demerit points but all paid and points claimed back will it affect residence visa of course this is a matter of police clearance ਸ਼ਰਨ ਜੀ ਤੁਸੀਂ ਇਸ ਦਾ ਜਵਾਬ ਦੇ ਸਕੋ। ਹਾਂਜੀ ਡੈਫੀਨੇਟਲੀ ਦੇਖੋ ਓਵਰਸੀਜ਼ ਪੀਸੀਸੀ ਆਪਾਂ ਨੂੰ ਨਹੀਂ ਰਿਕੁਆਇਰਡ ਹੋਏਗੀ ਬਟ ਜਿਹੜੀ ਨਿਊਜ਼ੀਲੈਂਡ ਦੀ ਪੀਸੀਸੀ ਹੈ ਇਮੀਗ੍ਰੇਸ਼ਨ ਵਿਲ ਡਾਇਰੈਕਟਲੀ ਹੈ ਨਾ ਰਿਕੁਐਸਟ ਕਰੇਗੀ ਉਸ ਨੂੰ ਸੋ ਆਪਣਾ ਦੇਖੋ ਕਨਵਿਕਸ਼ਨ ਹੁੰਦਾ ਆ ਬਟ ਜੇ ਇਹ ਮੇਜਰ ਮੰਨਿਆ ਜਾਂਦਾ ਹੈਗਾ ਜੇ ਤੁਹਾਨੂੰ ਲਾਈਕ ਕੋਰਟ ਕੇਸ ਹੈਗਾ ਆ ਜਾਂ ਤੁਹਾਡਾ ਲਾਇਸੈਂਸ ਸਸਪੈਂਡਡ ਹੈਗਾ ਦੈਟ ਇਜ਼ ਅ ਮੈਟਰ ਆਫ ਫੈਕਟ ਸੋ ਜੀ ਇਫ ਯੂ ਹਾਂਜੀ ਜਾਣਕਾਰੀ ਸ਼ਰਨ ਜੀ ਦੇ ਰਹੇ ਨਾ ਪ੍ਰੀਤ ਜੀ ਮੇਰੇ ਹਿਸਾਬ ਨਾਲ ਇਹਨਾਂ ਦਾ ਕੋਈ ਵੱਡਾ ਇਸ਼ੂ ਨਹੀਂ ਹੈ ਸੋ ਹੋਪਫੁਲੀ ਹੀ অর ਸ਼ੀ ਵਿਲ ਬੀ ਫਾਈਨ। ਜਿਹੜੀ ਤੁਸੀਂ ਗੱਲ ਕਹੀ ਆ ਉਹ ਜ਼ਰੂਰ ਜ਼ਿਹਨ 'ਚ ਰੱਖਣੀ ਪੈਣੀ ਕਿ ਕਿਸ ਇੰਟੈਂਸਿਟੀ ਦਾ ਜਿਹੜਾ ਕ੍ਰਾਈਮ ਹੋਇਆ ਕਿ ਆਬਵੀਅਸਲੀ ਟ੍ਰੈਫਿਕ ਦੇ ਮਾਮਲੇ 'ਚ ਕਨਵਿਕਸ਼ਨਸ ਕਾਫੀ ਹੋਈਆਂ ਔਰ ਉਹਦੇ 'ਚ ਸਾਡੇ ਬੰਦੇ ਵੀ ਸੁੱਖ ਨਾਲ ਹੈਗੇ ਆ ਸੋ ਇਸ ਕਰਕੇ ਮੈਨੂੰ ਲੱਗਦਾ ਇਹਨਾਂ ਦੇ ਜਿੰਨੀ ਲਫ਼ਜ਼ ਇਹਨਾਂ ਨੇ ਲਿਖੇ ਹੋਏ ਆ ਪ੍ਰੀਤ ਜੀ ਮੈਂ ਇਹ ਖੁੱਲ੍ਹ ਲੈ ਰਿਹਾ ਨਿੱਜੀ ਤੌਰ ਤੇ ਕਿਉਂਕਿ ਮੈਂ ਪੁਲਿਸ ਨਾਲ ਐਸੋਸੀਏਟਡ ਆ ਸੋ ਮੇਰੇ ਹਿਸਾਬ ਨਾਲ ਤੁਸੀਂ ਠੀਕ ਆ ਕੋਈ ਏਡੀ ਵੱਡੀ ਗੱਲ ਨਹੀਂ ਬਟ ਜਿੱਦਾਂ ਸ਼ਰਨ ਜੀ ਨੇ ਕਿਹਾ ਜੇਕਰ ਉਹ ਕਾਮਾ ਫੇਕ मैं थोड़ा सा ऐड ऑन करना चाहूंगी चाहे छोटा ऑफेंस है चाहे बड़ा डिक्लेयर करना बहुत इंपॉर्टेंट है ठीक है हाँ जी ਇਹ ਚੀਜ਼ ਦੀ ਬੜੀ ਲਾਜ਼ਮੀ ਸ਼ਰਤ ਹੈ ਜੀ ਮੈਂ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਇਹਨੂੰ ਜ਼ਰੂਰ ਤੁਹਾਡੇ ਕੋਲੋਂ ਹੋਰ ਜ਼ਿਆਦਾ ਵਧੀਆ ਢੰਗ ਦੇ ਨਾਲ ਸੁਣਨਾ ਚਾਹਾਂਗਾ। ਪ੍ਰੀਤ ਰੰਧਾਵਾ ਜੀ ਨੇ ਕਹਿੰਦੇ ਕਿ ਮੈਂ ਨਿਊਜ਼ੀਲੈਂਡ ਦੇ 2016 'ਚ ਆਇਆ ਸੀ
due to my employer fault, my visa declined on April 2019. My Section 61 visa was also declined. I stayed New Zealand without visa from April 2019 to Feb 2021. Quite long period of time. And then I got visitor visa and applied essential skill visa on 27 on or $27 I think वो pay ਦੀ ਗੱਲ ਕੀਤੀ ਉਹਨਾਂ ਨੇ on 19th of July 2021 ਹੋਣਾ ਚਾਹੀਦਾ ਸੀ ਗਲਤੀ ਨਾਲ ਲਾਦਾ ਉਹਨਾਂ ਨੇ yeah 21 I am eligible or not so ਇਹਨਾਂ ਦਾ ਮਾਮਲਾ ਕੀ ਹੈ ਜੀ ਕਿਉਂਕਿ ਵਿਚਾਲੇ ਉਹ ਜਿਹੜਾ ਗੈਪ ਤੁਸੀਂ ਦੇਖ ਸਕਦੇ ਆ I think ਉਹ ਇੱਕ ਕ੍ਰਿਟੀਕਲ ਪੁਆਇੰਟ ਹੈ ਇੰਦਰਜੀਤ ਤੁਸੀਂ ਇਹਦਾ ਜਵਾਬ ਜ਼ਰੂਰ ਦੇ ਸਕੋ ਤਾਂ ਦੇਖੋ ਇਹਨਾਂ ਨੇ ਐਸੈਂਸ਼ੀਅਲ ਸਕਿੱਲ ਵੀਜ਼ਾ ਅਪਲਾਈ ਕੀਤਾ ਹੋਇਆ ਬਟ ਇਹਨਾਂ ਨੇ ਇਹ ਨਹੀਂ ਦੱਸਿਆ ਉਹ ਅਪਰੂਵ ਹੋਇਆ ਕਿ ਨਹੀਂ ਹੋਇਆ ਠੀਕ ਹੈ ਅਗਰ ਤਾਂ ਉਹ ਅਪਰੂਵ ਹੋ ਗਿਆ ਕਿਉਂਕਿ ਜੁਲਾਈ 2021 ਦੇ ਵਿੱਚ ਪਾਇਆ ਸੀ ਇਹਨਾਂ ਨੇ ਅਗਰ ਤਾਂ ਉਹ ਅਪਰੂਵ ਹੋ ਜਾਂਦਾ ਆ ਇੱਕ ਕੈਟਾਗਰੀ ਤੋਂ ਐਲੀਜੀਬਲ ਵੀਜ਼ੇ ਵਾਲੀ ਮੀਟ ਕਰਦੇ ਆ ਦੂਸਰੀ ਕੀ 29 ਸਤੰਬਰ 2021 ਨੂੰ ਨਿਊਜ਼ੀਲੈਂਡ ਦੇ ਵਿੱਚ ਵੀ ਆ ਬਾਕੀ ਹੁਣ ਉਹ ਕਿਸ ਤਰ੍ਹਾਂ ਦੀ ਪੋਜੀਸ਼ਨ ਤੇ ਪਾਇਆ ਗਿਆ ਆ ਪਲੱਸ ਕੀ ਪੇ $27 ਤਾਂ ਉਹਨਾਂ ਨੇ ਚਲੋ ਬੋਲਿਆ ਹੀ ਆ ਅਗਰ 29 ਸਤੰਬਰ ਨੂੰ ਇਹਨਾਂ ਵਿਡਰਾਅ ਕਰਦੇ ਰਹੇ ਸੀਗੇ ਉਹ ਤਾਂ ਉਹ ਐਲੀਜੀਬਲ ਬਣਦੇ ਆ ਫਿਰ ਅਸੀਂ ਉਹ ਟਾਈਮ ਫਰੇਮ ਵਾਲਾ ਨਹੀਂ ਦੇਖਣਾ टाइम फ्रेम वाला अगर ਅਸੀਂ क्राइटेरिया मीट करांगे 3 इयर्स वाला फिर वो चीज इंपैक्ट करदी है कि वो इलीगल रहे ਜਾਂ ਉਹਨਾਂ ਦੇ ਕੋਲ ਉਸ ਟਾਈਮ ਵੀਜ਼ਾ ਨਹੀਂ ਸੀਗਾ ਹਨਾ ਕਿ ਕੰਟਰੀ ਉਹ ਫਿਰ ਥੋੜਾ ਜਿਹਾ ਸਪੈਸੀਫਾਈ ਕਰਨਾ ਔਖਾ ਹੋ ਜਾਣਾ ਬਾਕੀ ਇਮੀਗ੍ਰੇਸ਼ਨ ਇਨਸਟਰਕਸ਼ਨਸ ਆਣੀਆਂ ਇਹਦੇ ਤੇ ਰੰਦਾਵਾ ਤੁਸੀਂ ਸੁਣ ਰਹੇ ਹੋ ਕਿਰਪਾ ਕਰਕੇ ਸਾਨੂੰ ਦੁਬਾਰਾ ਇਹ ਬਰੀਫਲੀ ਇਹਨਾਂ ਦੱਸ ਦਿਓ ਕਿ ਤੁਹਾਡਾ ਵੀਜ਼ਾ ਜਿਹੜਾ ਉਹ ਅਪਰੂਵ ਹੋ ਗਿਆ ਜੁਲਾਈ 2021 ਚ ਜਿਹੜਾ ਤੁਸੀਂ ਐਪਲੀਕੇਸ਼ਨ ਪਾਈ ਸੀ ਨਾਲ ਪ੍ਰਿੰਸ ਗੁਲਾਟੀ ਜੀ ਨੇ ਕਹਿੰਦੇ I applied SMC approximately 2 years ago what if I applied under new residency category and in future I got residency in one category then can I get money back from another category देखो एक डिस्कशन चल रही है ਹਾਂਜੀ ਇਹ ਕਾਨਫਰੰਸ ਦੇ ਵਿੱਚ ਕ੍ਰਿਸ ਹੋਈ ਨੇ ਇਹ ਚੀਜ਼ ਮੈਂਸ਼ਨ ਕੀਤੀ ਸੀਗੀ ਕਿ ਉਹ ਹਾਲੇ ਕੈਬਨਿਟ ਦੇ ਵਿੱਚ ਇੱਕ ਡਿਸੀਜਨ ਲਿਆ ਜਾ ਰਿਹਾ ਹੈ ਕਿ ਜਿਹੜੇ ਆਲਰੇਡੀ ਜਿਨ੍ਹਾਂ ਦੀਆਂ ਰੈਜ਼ੀਡੈਂਸੀਜ਼ ਚੱਲ ਰਹੀਆਂ ਹੈ ਕਿ ਉਹਨਾਂ ਦੀ ਫੀਸ ਐਡਜਸਟ ਹੋਏਗੀ ਰੀਫੰਡ ਹੋਏਗੀ ਜਾਂ ਉਹਨਾਂ ਤੋਂ ਫੀਸ ਨਹੀਂ ਚਾਰਜ ਕੀਤੀ ਜਾਏਗੀ ਤਾਂ ਇਹਦੇ ਤੇ ਹਾਲੇ ਇਨਫੋਰਮੇਸ਼ਨ ਇਮੀਗ੍ਰੇਸ਼ਨ ਵੱਲੋਂ ਕੋਈ ਨਹੀਂ ਆਈ ਵਿਚ ਵੀ ਆਰ ਐਕਸਪੈਕਟਿੰਗ ਐਟ ਦਾ ਐਂਡ ਆਫ ਅਕਤੂਬਰ ਵੈਸੇ ਮੈਂ ਤਾਂ ਐਕਸਪੈਕਟ ਕਰਦਾ ਜੀ ਵਾਧੂ ਪੈਸੇ ਜਿਹੜੇ ਵਾਪਸ ਕਰ ਦੇਣੇ ਚਾਹੀਦੇ ਜਾਂ ਕੰਡਕਟਰ ਨਹੀਂ ਮੋੜ ਵਾਲਾ ਝੋਲੇ ਚੋਂ ਕੱਢ ਕੇ ਜਦੋਂ ਫਗਵਾੜੇ ਉਤਰੀ ਦਾ ਬਿਲਕੁਲ ਜੀ ਇਹ ਵੀ ਤਾਂ ਇੱਕ ਤਰ੍ਹਾਂ ਇਹਨਾਂ ਦੀ ਖੁਦ ਦੀ ਇਨਕੰਪੀਟੈਂਸੀ ਹੈ ਕਿ ਇੱਕ ਟਾਈਮ ਫਰੇਮ ਦੇ ਵਿੱਚ ਇਹ ਐਪਲੀਕੇਸ਼ਨਸ ਅਸੈਸ ਨਹੀਂ ਕਰ ਪਾਏ ਬਿਲਕੁਲ ਸਹੀ ਤੁਸੀਂ ਹੁਣ ਦੁੱਖ ਦੀ ਰੱਖ ਤੇ ਹੱਥ ਧਰਿਆ ਸਰਕਾਰ ਦੀ ਖੈਰ ਰੂਪ ਨਿਊਜ਼ੀਲੈਂਡ ਪੁੱਛਦੇ ਆ ਮੁੰਡਾ ਵਾਕਈ ਬਹੁਤ ਰੂਪ ਚੜਿਆ ਮੁੰਡੇ ਨੂੰ ਕਹਿੰਦਾ ਵੀ SSA ਜੀ I am on essential work visa my visa is getting expired on 22nd July 2022 do I need to apply for visa ਹਾਂਜੀ ਰੂਪ ਜੀ ਜਿੱਦਾਂ ਤੁਹਾਡਾ ਵੀਜ਼ਾ ਐਕਸਪਾਇਰ ਹੋ ਰਿਹਾ 22nd of July 2022 ਨੂੰ ਡੈਫੀਨੇਟਲੀ ਯੂ ਵਿਲ ਨੀਡ ਟੂ ਅਪਲਾਈ ਫॉर ਦੀ ਵੀਜ਼ਾ ਬਿਕਾਜ਼ ਆਪਾਂ ਭਾਵੇਂ ਰੈਜ਼ੀਡੈਂਸੀ ਪਾ ਦਾਂਗੇ ਬਟ ਸਾਨੂੰ ਐਟ ਆਲ ਟਾਈਮਸ ਵੀ ਨੀਡ ਟੂ ਬੀ ਲੀਗਲੀ ਇਨ ਨਿਊਜ਼ੀਲੈਂਡ ਸੋ ਆਪਣਾ ਲੀਗਲ ਸਟੇਟਸ ਮੇਨਟੇਨ ਕਰਕੇ ਰੱਖਣਾ ਸੋ ਯੈਸ ਯੂ ਨੀਡ ਟੂ ਅਪਲਾਈ ਫॉर ਯੋਰ ਵੀਜ਼ਾ ਹਰਮਨਦੀਪ ਬਾਵਾ ਜੀ ਪੁੱਛਦੇ ਨੇ ਇਫ ਮੀਟਿੰਗ ਮੀਡੀਅਮ ਵੇਜ ਕੈਨ ਚੇਂਜ ਜੌਬ ਇਸ ਦੌਰਾਨ ਇਸ ਪ੍ਰੋਸੈਸ ਦੇ ਦੌਰਾਨ ਕੀ EMPLOYER ਚੇਂਜ ਕੀਤਾ ਜਾ ਸਕਦਾ ਹੈ ਇੰਦਰ ਜੀ आई गेस कि जितनी इन्फॉर्मेशन अवेलेबल है ਉਹਦੇ ਅਕੋਰਡਿੰਗਲੀ ਯੈਸ ਕਿਉਂਕਿ ਇਹਨਾਂ ਨੇ ਲਿਖਿਆ ਕਿ ਕੋਈ ਵੀ ਐਪਲੀਕੈਂਟ ਹੈ ਉਹਨੇ ਕ੍ਰਾਈਟੇਰੀਆ 29 ਸਤੰਬਰ 2021 ਨੂੰ ਮੀਟ ਕਰਨਾ ਹੈ ਠੀਕ ਹੈ ਉਹਦੇ ਵਿੱਚ ਬਾਅਦ ਦੀ ਕੋਈ ਗੱਲ ਨਹੀਂ ਹਾਲੇ ਤੱਕ ਕੀਤੀ ਗਈ ਬਾਕੀ ਹੋ ਸਕਦਾ ਇਮੀਗ੍ਰੇਸ਼ਨ ਇਨਸਟਰਕਸ਼ਨ ਕੁਝ ਡਿਫਰੈਂਟ ਸਟੋਰੀ ਦੇਣ ਆਪਾਂ Okay so Gaurav Verma ji puch rahe ne hello everyone if someone's visa is going to expire in December 2021 but eligible for one-off resident visa in March 2022 so does he need to apply for another work visa in December 2021 or Immigration New Zealand will extend his visa thanks so ਇਹ ਵੀ ਥੋੜਾ ਜਿਹੜਾ ਗੈਪ ਹੈ ਇਹਨੂੰ ਲੈ ਕੇ ਵੀ ਸਵਾਲ ਬਹੁਤ ਜ਼ਿਆਦਾ ਆ ਰਹੇ ਜੀ ਇਹਦੇ ਬਾਰੇ ਸ਼ਰਨ ਜੀ ਮੈਂ ਤੁਹਾਡੇ ਤੋਂ ਜਾਣਕਾਰੀ ਚਾਹਾਂਗਾ ਐਕਸਟੈਂਸ਼ਨਸ ਦੀ ਕੋਈ ਗੱਲ ਨਹੀਂ ਹੋਈ ਹੈਗੀ ਤਾਂ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਹੈਗਾ ਕਿ ਡੈਫੀਨਿਟਲੀ ਹੈ ਨਾ ਵਰਕ ਵੀਜ਼ਾ ਐਟ ਦੀ ਮੋਮੈਂਟ ਅਪਲਾਈ ਕਰਨਾ ਪਏਗਾ ਯੂ ਹੈਵ ਟੂ ਬੀ ਲੀਗਲੀ ਇਨ ਦੀ ਕੰਟਰੀ ਭਾਵੇਂ ਤੁਸੀਂ ਰੈਜ਼ੀਡੈਂਟ ਹਾਂਜੀ ਰੈਜ਼ੀਡੈਂਟ ਵੀਜ਼ਾ ਲਈ ਐਲੀਜੀਬਲ ਹੋ ਪਾ ਵੀ ਦਿੰਦੇ ਹੋ ਸੋ ਵੀ ਨੀਡ ਟੂ ਅਪਲਾਈ ਫॉर ਇਟ ਵੰਡਰਫੁਲ ਥੈਂਕ ਯੂ ਵੈਰੀ ਮਚ ਸ਼ਰਨ ਤੇ ਨਾਲ ਅੰਮ੍ਰਿਤ ਸਿੰਘ ਪੁੱਛਦੇ ਨੇ ਸਰ ਮੇਰੇ ਕੋਲ ਵਰਕ ਟੂ ਰੈਜ਼ੀਡੈਂਟ ਵੀਜ਼ਾ ਹੈ ਮੇਰਾ 2 ਸਾਲ ਦਾ ਟਾਈਮ ਪੀਰੀਅਡ 10 ਅਕਤੂਬਰ ਨੂੰ ਪੂਰਾ ਹੋ ਗਿਆ ਤੇ ਮੈਂ ਹੁਣ ਰੈਜ਼ੀਡੈਂਸੀ ਫਾਈਲ ਡ੍ਰੌਪ ਕਰਨੀ ਪਵੇਗੀ ਕਿ ਨਹੀਂ ਕਿਉਂਕਿ ਆਬਵੀਅਸਲੀ ਜਿਹੜਾ ਫੇਜ਼ ਵਾਲਾ ਤੁਸੀਂ ਦੱਸਿਆ ਜੀ ਇਸ ਕੈਟਾਗਰੀ ਦੇ ਵਿੱਚ ਆਉਣਾ ਆ ਇਹਦੇ ਵਿੱਚ ਥੋੜਾ ਜਿਹਾ ਤੁਸੀਂ ਪਸੰਦ ਸਹਿਤ ਵਿਆਖਿਆ ਕਰ ਦਿਓ ਹਾਂਜੀ ਜਿਹੜਾ WTR ਅਗਰ ਇਹਨਾਂ ਦਾ 2 ਇਅਰ ਟਾਈਮ ਪੀਰੀਅਡ ਕੰਪਲੀਟ ਹੋ ਗਿਆ ਤਾਂ ਇਹ ਐਲੀਜੀਬਲ ਬਣਦੇ ਰੈਜ਼ੀਡੈਂਸ ਉਹਦੇ ਵਿੱਚ ਪਾਉਣ ਤੇ ਬਾਕੀ ਇਹ ਦੇਖੋ ਇਹ ਪਰਸਨਲ ਚੋਇਸ ਹੋਏਗੀ ਕਿ ਇਹ ਕੈਟਾਗਰੀ ਨੂੰ ਇਹ ਛੱਡਣਾ ਚਾਹੁੰਦੇ ਕਿ ਨਹੀਂ ਚਾਹੁੰਦੇ ਕਿਉਂਕਿ ਜਿਹੜਾ ਵਨ ਆਫ ਰੈਜ਼ੀਡੈਂਟ ਆ ਹਾਲੇ ਤੱਕ ਤਾਂ ਇਮੀਗ੍ਰੇਸ਼ਨ ਕਹਿ ਰਹੀ ਹੈ ਅਸੀਂ 12 ਮੰਥਸ ਦਾ ਟਾਈਮ ਫਰੇਮ ਦੇ ਰਹੇ ਹਾਂ ਅਗਰ ਉਹ 12 ਮੰਥਸ ਵਿੱਚ ਨਹੀਂ ਆਉਂਦੇ ਫਿਰ ਇਹ WTR ਤੋਂ ਵੀ ਜਾਂਦੇ ਆ
ਠੀਕ ਹੈ। ਸੋ ਆਈ ਨੋ ਦਿਸ ਵਿਲ ਬੀ ਅ ਡਬਲ ਕਾਸਟ ਫॉर हिम ਕਿ WTR ਦੀ ਵੀ ਫੀਸ ਇਹਨਾਂ ਨੂੰ ਦੇਣੀ ਪੈਣੀ ਆ, ਦੂਸਰੇ ਪਾਸੇ ਵੀ ਦੇਣੀ ਪੈਣੀ ਆ, ਬਟ ਅਗਰ ਲਗਾ ਲੈਂਦੇ ਆ ਤਾਂ ਐਟਲੀਸਟ ਇਹ ਲਾਸ ਦੇ ਵਿੱਚ ਨਹੀਂ ਆਉਗੇ। ਠੀਕ ਹੈ, ਆਪਣਾ ਥੋੜਾ ਇਹਨਾਂ ਦਾ ਕੇਸ ਮਤਲਬ ਸਟਰੋਂਗ ਤਰੀਕੇ ਨਾਲ ਹੋ ਸਕਦਾ, ਦੋਨਾਂ ਚ ਜਿਹੜੀ ਵੀ ਫਾਈਲ ਪਹਿਲਾਂ ਅਸੈਸ ਹੋਗੀ ਉਹ ਅਸੈਪਟ ਹੋ ਸਕਦੀ ਹੈ। ਬਾਕੀ ਅਗੇਨ ਦਿਸ ਇਜ਼ ਅ ਪਰਸਨਲ ਚੋਇਸ ਕਿ ਉਹ ਅਗਰ ਇਹਨਾਂ ਐਕਸਪੈਂਡੀਚਰ ਬੇਅਰ ਕਰ ਸਕਦੇ ਆ ਜਾਂ ਉਹਨੂੰ ਕਿਸ ਤਰੀਕੇ ਦੇ ਨਾਲ ਸੋਚਦੇ ਆ। ਬਾਕੀ ਦੋਨੇ ਐਪਲੀਕੇਸ਼ਨਸ ਵੱਖੋ ਵੱਖਰੀਆਂ ਆ, ਸੋ ਦੈਟ ਇਜ਼ ਕੰਪਲੀਟਲੀ ਹਿਸ ਪਰਸਨਲ ਚੋਇਸ। Okay, wonderful, thank you. Abhi ji puch rahe hai, hello, I have signed my contract on 16th of September, but my job start at 12th of October in Christchurch. My pay rate is $28 an hour and skill level 1 job. Am I eligible? In proof, I have each and every chat between me and my employer of contract signed. ਉਹ ਜਿਹੜਾ ਗੈਪ ਹੀ ਆ ਜੀ ਵਿਚਾਲੇ ਤੇ $28 ਦੇ ਹਿਸਾਬ ਨਾਲ 12 ਅਕਤੂਬਰ ਤੋਂ ਜੌਬ ਸ਼ੁਰੂ ਕਰਦੇ ਆ, ਫਿਰ ਕਿਦਾਂ ਰੱਬ ਸਿੱਧੀਆਂ ਪਾ ਜੂ ਸ਼ਰਨ ਜੀ? ਦੇਖੋ ਹਾਂਜੀ, ਕੰਟਰੈਕਟ ਉਹਨਾਂ ਨੂੰ ਭਾਵੇਂ ਮਿਲ ਗਿਆ। ਇਮੀਗ੍ਰੇਸ਼ਨ ਇੰਸਟਰਕਸ਼ਨ ਇਹ ਆਈ ਮੀਨ ਜੋ ਨਿਊਜ਼ ਆਈ ਹੈਗੀ ਆ ਉਹ ਇਹ ਕਹਿੰਦੀ ਹੈਗੀ ਹੈ ਕਿ 29th of September ਨੂੰ ਤੁਹਾਨੂੰ $27 ਪੇ ਹੋ ਰਿਹਾ ਹੋਣਾ ਚਾਹੀਦਾ ਹੈ। ਸੋ ਹਾਂਜੀ ਜੀ, ਉਸ ਚੀਜ਼ ਨੂੰ ਸਾਨੂੰ ਹਨਾ ਕੰਸੀਡਰੇਸ਼ਨ ਦੇ ਵਿੱਚ ਰੱਖਣਾ ਪਏਗਾ। ਬਟ ਜੇ ਇਹ ਬਾਕੀ ਦੀਆਂ ਅਦਰ ਕੈਟਾਗਰੀਜ਼ ਦੇ ਵਿੱਚ ਮੀਟ ਕਰਦੇ ਨੇ ਤਾਂ ਡੈਫੀਨੇਟਲੀ ਹਨਾ ਜੇ ਇਹ ਸਾਨੂੰ ਕੰਟੈਕਟ ਕਰ ਸਕਦੇ ਨੇ, ਵੀ ਕੈਨ ਸੀ ਕਿ ਅਦਰ ਕੈਟਾਗਰੀਜ਼ ਐਲੀਜੀਬਲ ਹੈ ਕਿ ਨਹੀਂ। ਜੀ ਜੀ, ਅੱਛਾ ਮਨੀ ਕੌਰ ਆ ਇੱਕ ਸਾਡੀ ਛੋਟੀ ਭੈਣ ਪੁੱਛਦੀ, ਹਾਏ ਸਰ ਇੰਨਾ ਦੱਸ ਸਕਦੇ ਹੋ ਕਿ ਸਾਨੂੰ ਇਮੀਗ੍ਰੇਸ਼ਨ ਨੂੰ ਖੁਦ ਦੱਸਣਾ ਪੈਣਾ ਕਿ ਅਸੀਂ ਐਲੀਜੀਬਲ ਹਾਂ ਜਾਂ ਉਹ ਸਾਨੂੰ ਕੰਟੈਕਟ ਕਰਨਗੇ ਈਮੇਲ ਭੇਜ ਕੇ? ਇਹ ਵੀ ਸਵਾਲ ਬਹੁਤ ਕਾਮਨ ਆ ਜੀ, ਇਹਦੇ ਬਾਰੇ ਇੰਦਰ ਜੀ ਤੁਸੀਂ ਜ਼ਰੂਰ ਦੱਸੋ। ਹਾਂਜੀ, ਦੇਖੋ ਫਸਟ ਫੇਜ਼ ਦੇ ਵਿੱਚ ਉਹ ਲੋਕਾਂ ਨੂੰ ਆਏਗੀ ਈਮੇਲ ਜਿਨ੍ਹਾਂ ਦੀਆਂ ਰੈਜ਼ੀਡੈਂਸੀਜ਼ ਆਲਰੇਡੀ ਪ੍ਰੋਸੈਸ ਦੇ ਵਿੱਚ ਆ ਜਾਂ ਜਿਨ੍ਹਾਂ ਦੀ EOI ਦੇ ਵਿੱਚ 17 ਜਾਂ 17 ਸਾਲ ਤੋਂ ਵੱਡੇ ਬੱਚੇ ਆ, ਡਿਪੈਂਡੈਂਟ ਕੈਟਾਗਰੀ ਦੇ ਵਿੱਚ ਇਨਕਲੂਡਡ ਆ। ਬਾਕੀ ਜਿੰਨੇ ਵੀ ਆ ਉਹਨਾਂ ਨੂੰ ਖੁਦ ਅਪਲਾਈ ਕਰਨਾ ਪਏਗਾ। ਓਕੇ, ਅੱਛਾ ਤੁਸੀਂ ਅੱਖਾਂ ਬੰਦ ਕਰ ਲਓ, ਮੈਂ ਇੱਕ ਹੋਰ ਕਮੈਂਟ ਜਿਹੜਾ ਸਕਰੀਨ ਤੇ ਲਿਆਉਣ ਲੱਗਾ, ਹੋ ਸਕਦਾ ਤੁਹਾਨੂੰ ਪਸੰਦ ਨਾ ਆਵੇ। ਮੈਂ ਪੜ੍ਹ ਲਿਆ ਇਹ ਇਸ ਕਰਕੇ ਆ, ਦੇਖੋ ਇਹ ਮੁੰਡਾ ਬਹੁਤ ਸ਼ਰਾਰਤੀ ਆ, ਇਹਦਾ ਸ਼ਰਾਰਤੀ ਜਿਹਾ ਜਵਾਬ ਦੇ ਦਿਓ। ਹਾਂਜੀ, ਇਹ ਇਸ ਕਰਕੇ ਆ ਕਿਉਂਕਿ ਅਸੀਂ ਵੀ ਇਹਨਾਂ ਦੇ ਨਾਲ ਦੇ ਹੀ ਆਏ ਹੋਏ ਆ ਤੇ ਅਸੀਂ ਅੰਡਰਸਟੈਂਡ ਕਰਦੇ ਹਾਂ ਕਿ ਇੱਕ ਓਪਰਚੁਨਿਟੀ ਮਿਲੀ ਹੈ ਕਿ ਕੋਈ ਪੈਸਿਆਂ ਦੇ ਪਿੱਛੇ ਕੋਈ ਰਹਿ ਨਾ ਜਾਵੇ, ਇਸ ਕਰਕੇ 50% ਡਿਸਕਾਊਂਟ ਬਹੁਤ ਸਾਰੇ ਐਡਵਾਈਜ਼ਰਸ ਦੇ ਰਹੇ ਆ। ਨਹੀਂ ਤਾਂ ਦੇਖ ਲਓ, ਅਸੀਂ ਤੁਹਾਡੇ ਦਫ਼ਤਰ ਦੇ ਬਾਹਰ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਣ ਲਈ ਤਿਆਰ ਹਾਂ। ਕੋਈ ਪ੍ਰੋਬਲਮ ਨਹੀਂ ਹੈ, ਤੁਸੀਂ ਅੰਦਰ ਆ ਕੇ ਲਗਾਓ, ਅਸੀਂ ਤਾਂ ਆਲਰੇਡੀ ਡਿਸਕਾਊਂਟਡ ਪ੍ਰਾਈਸ ਹੀ ਹੈ ਸਾਡੇ, ਅਸੀਂ ਬਹੁਤ ਘੱਟ ਚਾਰਜ ਕਰਦੇ ਹਾਂ। ਬਿਲਕੁਲ ਜੀ, ਬਿਲਕੁਲ ਬਹੁਤ ਘੱਟ ਹੀ ਪ੍ਰਾਈਸ ਅਸੀਂ ਚਾਰਜ ਕਰਦੇ ਹਾਂ ਵੈਸੇ ਤਾਂ ਮਾਰਕੀਟ ਦੇ ਅਕੋਰਡਿੰਗਲੀ। ਬਾਕੀ ਇਹ ਹੈ ਕਿ ਦੇਖੋ ਕੋਈ ਉਹਨਾਂ ਦਾ ਆਈਡੀਆ ਵੀ ਇਹੀ ਸੀ ਕਿ ਘੱਟੋ ਘੱਟ ਥੋੜਾ ਜਿਹਾ ਉਹ ਪੈਂਚਰ ਚੈੱਕ ਕਰ ਲੈਣ ਵੀ ਹਾਂ ਵੀ ਸਾਨੂੰ ਕਿੰਨਾ ਕੁ ਟੀਕਾ ਭਰ ਕੇ ਲਾਉਣਾ ਹੈ ਇਮੀਗ੍ਰੇਸ਼ਨ ਵਾਲਿਆਂ ਨੇ ਜੇ ਤੁਹਾਡੇ ਥਰੂ ਆਉਂਦੇ ਆ। ਨਹੀਂ, ਪਰ ਤੁਸੀਂ ਇਹ ਦੇਖੋ ਨਾ, ਕਿਉਂਕਿ ਕਾਫੀ ਲੋਕਾਂ ਨੂੰ ਲੱਗਦਾ ਬਹੁਤ ਈਜ਼ੀ ਅਸੀਂ ਖੁਦ ਪਾ ਲੈਂਦੇ, ਅਸੀਂ ਤਾਂ ਆਪਣੇ ਵੱਲੋਂ ਪਹਿਲ ਕਰ ਰਹੇ ਹਾਂ ਕਿ ਪੈਸੇ ਪਿੱਛੇ ਨਾ ਤੁਸੀਂ ਇਹ ਚੀਜ਼ ਦਾ ਰਿਸਕ ਲਿਓ ਕਿਉਂਕਿ ਦਿਸ ਇਜ਼ ਅ ਗੋਲਡਨ ਵਨ ਟਾਈਮ ਓਪਰਚੁਨਿਟੀ ਸਾਰੀ ਜ਼ਿੰਦਗੀ। ਬਿਲਕੁਲ ਬਿਲਕੁਲ ਹਾਂਜੀ, ਦੇਖੋ 20-21 ਸਾਲ ਬਾਅਦ, ਖੈਰ ਮੈਨੂੰ ਇੰਨਾ ਟਾਈਮ ਨਹੀਂ ਹੋਇਆ ਨਿਊਜ਼ੀਲੈਂਡ ਦੇ ਵਿੱਚ, ਪਰ 20-21 ਸਾਲ ਜੋ ਮੈਨੂੰ ਸੁਣਨ ਚ ਮਿਲਦਾ ਹੈ ਕਿ ਏਦਾਂ ਦਾ ਮੌਕਾ ਆਇਆ ਕਿ ਜਿੱਥੇ ਰੈਜ਼ੀਡੈਂਸੀਜ਼ ਇਸ ਤਰੀਕੇ ਨਾਲ ਦਿੱਤੀਆਂ ਜਾ ਰਹੀਆਂ। ਜਿੱਦਾਂ ਪਹਿਲਾਂ ਗੱਲ ਚੱਲ ਰਹੀ ਸੀ, ਇਹ ਸਾਰੇ ਮਾਮਲੇ ਦੇ ਵਿੱਚ ਨਿਊਜ਼ੀਲੈਂਡ ਦੇ ਜਿਹੜੇ ਲੋਕ ਨੇ ਉਹ ਪੱਬਾਂ ਭਾਰ ਨੇ, ਐਮਪਲੋਇਰ ਜਿਹੜੇ ਆ ਉਹ ਵੀ ਕਾਫੀ ਹੱਦ ਤੱਕ ਆਪਣੇ EMPLOYEES ਦੇ ਨਾਲ ਖੜੇ ਨੇ। ਇਹਨਾਂ ਸਾਰੇ ਮਾਮਲਿਆਂ ਨੂੰ ਲੈ ਕੇ ਓਵਰਆਲ ਜਿਹੜਾ ਇੰਪ੍ਰੈਸ਼ਨ ਹੈ, ਕਿਉਂਕਿ ਤੁਸੀਂ ਖੁਦ ਜ਼ਿਕਰ ਕੀਤਾ ਸ਼ਰਨ ਜੀ, ਤੁਸੀਂ, ਮੈਂ ਵੀ, ਅਸੀਂ ਸਾਰੇ ਇਸ ਮੁਲਕ ਦੇ ਵਿੱਚ ਇਕਨੋਮਿਕ ਮਾਈਗ੍ਰੈਂਟ ਦੇ ਤੌਰ ਤੇ ਆਏ ਸੀ, ਓਵਰਆਲ ਲੋਕਾਂ ਦੇ ਪ੍ਰਭਾਵ ਕੀ ਦਿਖਾਈ ਦੇ ਰਿਹਾ ਹੈ? ਫਿਲਹਾਲ ਤਾਂ ਐਕਸਾਈਟਮੈਂਟ ਆ। ਹਾਂਜੀ, ਫਿਲਹਾਲ ਤਾਂ ਐਕਸਾਈਟਮੈਂਟ ਆ, ਲੋਕਾਂ ਨੂੰ ਲੱਗਦਾ ਹੈ ਕਿ ਵੈਸੇ ਤਾਂ ਆਲਮੋਸਟ 90% ਤਾਂ ਆਪਾਂ ਕਹਿ ਸਕਦੇ ਕਿ ਲੋਕੀ ਐਲੀਜੀਬਲ ਹੋ ਰਹੇ ਆ, ਬਟ ਜਿਹੜਾ ਲੋਟ ਬਚ ਗਿਆ ਜਿੱਦਾਂ ਕਿ ਵਿਜ਼ਟਰ ਵੀਜ਼ੇ ਵਾਲੇ ਆ ਜਾਂ ਫਿਰ ਪਾਰਟਨਰ ਵਰਕ ਵੀਜ਼ੇ ਵਾਲੇ ਆ, ਤੇ ਜਾਂ ਫਿਰ ਆਪਾਂ ਸਟੂਡੈਂਟ ਵੀਜ਼ਾ ਦੀ ਗੱਲ ਕਰੀਏ, ਕਈ PhD ਸਟੂਡੈਂਟ ਹੈਗੇ ਆ ਹਨਾ, ਜਾਂ ਕਿ ਜਿਨ੍ਹਾਂ ਨੇ ਹਾਲੇ ਐਲੀਜੀਬਲ ਹੋ ਜਾਣਾ ਆ, ਜਾਂ ਕਈਆਂ ਦੇ ਇੰਟਰਮ ਵੀਜ਼ਾ ਇਸ਼ੂ ਆ, ਜੌਬ ਸਰਚ ਪਾਏ ਹੋਏ ਆ, ਉਹ ਇਦਾਂ ਦੇ ਲੋਕ ਲੈਫਟ ਓਵਰ ਫੀਲ ਕਰ ਰਹੇ ਆ। ਠੀਕ, ਉਹਨਾਂ ਨੂੰ ਵੀ ਇਨਕਲੂਡ ਕਰ ਲੈਣਾ ਚਾਹੀਦਾ ਸੀਗਾ ਕਿ ਜਿੱਥੇ ਇੰਨਾ ਆਪਣਾ ਹੋ ਰਿਹਾ ਹੈ ਸਾਰਾ, ਤੇ ਉਹਨਾਂ ਨੂੰ ਵੀ ਇੱਕ ਪਾਥਵੇ ਮਿਲਣਾ ਚਾਹੀਦਾ ਸੀ। ਠੀਕ ਆ, ਦੀਪ ਜੰਡੂ ਜੀ ਨੇ। ਦੀਪ ਜੰਡੂ ਜੀ, ਪਹਿਲਾਂ ਤਾਂ ਇਹ ਦੱਸੋ ਕਿ ਕਰਨ ਔਜਲਾ ਤੁਹਾਡਾ ਸਾਥ ਕਿਉਂ ਛੱਡ ਗਿਆ? ਉਸ ਤੋਂ ਬਾਅਦ ਤੁਹਾਡਾ ਸਵਾਲ ਜਿਹੜਾ ਉਹ ਅਸੀਂ ਇਹਨਾਂ ਨੂੰ ਦੱਸਦੇ ਹਾਂ। ਹਾਊ ਕੈਨ ਆਈ ਚੇਂਜ ਮਾਈ ਈਮੇਲ ਐਡਰੈਸ ਬਿਕੋਜ਼ ਆਈ ਅਪਲਾਈਡ ਮਾਈ EOI ਥਰੂ ਲਾਇਰ? ਦੱਸੋ ਜੀ, ਈਮੇਲ ਐਡਰੈਸ ਕਿੱਦਾਂ ਚੇਂਜ ਕਰਨਾ ਜੀ? ਈਮੇਲ ਐਡਰੈਸ ਅਗਰ EOI ਦਾ ਲੌਗਇਨ ਪਾਸਵਰਡ ਦੀ ਗੱਲ ਕਰ ਰਹੇ ਤੇ ਇਮੀਗ੍ਰੇਸ਼ਨ ਕਾਲ ਕਰਕੇ ਦੇ ਹੀ ਕੈਨ ਸੈਟ ਅਪ। ਬਾਕੀ ਹਰ ਐਡਵਾਈਜ਼ਰ ਦਾ ਆਪਣਾ ਪਰਸਨਲ ਅਕਾਊਂਟ ਹੁੰਦਾ ਹੈ, ਰੀਅਲਮੀ ਅਕਾਊਂਟ ਹੁੰਦਾ ਹੈ, ਠੀਕ ਹੈ, ਤਾਂ ਉਹ ਤਾਂ ਕਲਾਇੰਟ ਨਾਲ ਨਹੀਂ ਸ਼ੇਅਰ ਕੀਤਾ ਜਾ ਸਕਦਾ। ਬਿਲਕੁਲ ਸਹੀ। ਮਲਕੀਤ ਸਿੰਘ ਹੁਣੀ ਪੁੱਛਦੇ ਜੀ, ਕਹਿੰਦੇ ਵੀ ਸਤਿ ਸ੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਸਾਰਿਆਂ ਨੂੰ, ਤੁਹਾਨੂੰ ਵੀ ਮੁਬਾਰਕਾਂ ਮਲਕੀਤ ਸਿੰਘ ਜੀ। ਇੱਕ ਵਾਰ ਤੂਤੀਆਂ ਗਾਣਾ ਸੁਣਾ ਦਿਓ ਜਦੋਂ ਟਾਈਮ ਲੱਗਿਆ। ਕਹਿੰਦੇ ਭਾਜੀ ਜਿੰਨੇ ਦੀ ਸਾਰੀਆਂ ਕੰਡੀਸ਼ਨਸ ਮੀਟ ਕਰਦੇ ਆ ਉਹਨਾਂ ਲਈ ਨੈਕਸਟ ਸਟੈਪ ਆ। ਬਿਲਕੁਲ, ਸੋ ਵੇ ਟੂ ਸਟਾਰਟ। ਸੌਰੀ, ਕਿ ਇਹ ਪੁੱਛ ਰਿਹਾ ਕਿ ਜਿਹੜੀ ਕੰਡੀਸ਼ਨ ਮੀਟ ਕਰ ਰਹੇ ਉਹਨਾਂ ਉਹਨਾਂ ਦਾ ਅਗਲਾ ਸਟੈਪ ਸੀ ਨਾ ਕਿ ਉਹ ਸਾਨੂੰ ਕੰਟੈਕਟ ਕਰਨਗੇ ਕਿ ਅਸੀਂ ਉਹਨਾਂ ਨੂੰ ਕੰਟੈਕਟ ਕਰੀਏ।
ਲੋਕ ਹੁਣ ਜਿਹੜਾ ਚਾਅ ਸੀ ਉਹ ਜਿਵੇਂ ਜਿਵੇਂ ਉਹਦੀ ਧੂੜ ਬਹਿੰਦੀ ਜਾ ਰਹੀ ਆ, ਕਿਉਂਕਿ ਲੋਕਾਂ ਨੂੰ ਰਾਤ ਨੂੰ ਰੋਟੀ ਖਾਂਦੇ ਆ ਆਪਸ ਵਿੱਚ ਡਿਸਕਸ਼ਨ ਕਰਨ ਦਾ ਮੌਕਾ ਮਿਲਦਾ ਕਿ ਵਟ ਨੈਕਸਟ, ਅਸਲ 'ਚ ਪ੍ਰੋਸੈਸ ਸ਼ੁਰੂ ਕਿਵੇਂ ਹੋਣਾ ਹੈ, ਕਿਉਂਕਿ ਐਜ਼ ਯੂ ਸੈਡ ਮੈਂ ਅਰਲੀਅਰ ਕਿ ਪਹਿਲਾਂ ਲਈ ਸਾਰਾ ਆਉਣਾ ਹੈ ਸਮਾਨ ਆਪਾਂ। ਹਾਂਜੀ, ਇਮੀਗ੍ਰੇਸ਼ਨ ਇਨਸਟਰਕਸ਼ਨਸ ਆਉਣੀਆਂ ਜੋ ਕਿ ਐਂਡ ਆਫ ਅਕਤੂਬਰ ਆਉਣੀਆਂ, ਫਾਰਮਸ ਵਗੈਰਾ ਰਿਲੀਜ਼ ਹੋਣੇ, ਐਪਲੀਕੇਸ਼ਨ ਫੀ ਤੇ ਸਾਰਾ ਕੁਝ ਇਨਫੋਰਮੇਸ਼ਨ ਆਪਾਂ ਨੂੰ ਐਂਡ ਆਫ ਅਕਤੂਬਰ ਹੀ ਹੋਏਗੀ। ਸੋ ਹੋਪਫੁਲੀ ਫਸਟ ਵੀਕ ਆਫ ਨਵੰਬਰ ਆਪਾਂ ਰੈਡੀ ਹੋਵਾਂਗੇ ਉਹ ਸਾਰੀਆਂ ਚੀਜ਼ਾਂ ਵਾਸਤੇ ਔਰ ਅਪਲਾਈ ਕਰਨ ਵਾਸਤੇ। ਅਸੀਂ ਵੀ ਕਲਾਇੰਟਸ ਨੂੰ ਦੱਸ ਸਕਾਂਗੇ ਕੀ ਡਾਕੂਮੈਂਟਸ ਆਪਣੇ ਰੈਡੀ ਕਰਕੇ ਰੱਖਣ। ਬਿਲਕੁਲ ਸਹੀ। ਆਹ ਦੇਖੋ ਬੰਦੇ ਜਿਹਨਾਂ ਨੂੰ ਤੁਸੀਂ ਪੈਸੇ ਦਿੱਤੇ ਸੀ ਉਹ ਲਾਪਾ ਲਿਖਣ, ਕਹਿੰਦੇ ਐਂਜਲ ਇਮੀਗ੍ਰੇਸ਼ਨ ਸਰਵਿਸਿਜ਼ ਬੈਸਟ, ਕੈਪੀਟਲ ਲੈਟਰਸ ਲਿਖਿਆ ਨਾਲ ਉਹਨਾਂ ਨੇ। ਭਾਜੀ ਤੁਸੀਂ ਵੀ ਲਿਖ ਦੇਣਾ ਸੀ। ਤੁਹਾਡੀ ਗੱਲ ਲੋਕੀ ਜ਼ਿਆਦਾ ਮੰਨਦੇ ਆ। ਮੈਂ ਥੋੜਾ ਲਾਈਟ ਮੂਡ ਦੇ ਵਿੱਚ ਆਉਣਾ। ਕਰਵੀਰ ਕੌਰ ਭੈਣੇ ਤੇਰਾ ਬੜਾ ਧੰਨਵਾਦ, ਕਿਉਂਕਿ ਜਿਹੜਾ ਬੰਦਾ ਜੈਨੂਅਲੀ ਵਧੀਆ ਸਰਵਿਸ ਦੇ ਰਿਹਾ ਉਹਨੂੰ ਕੈਪੀਟਲ ਲੈਟਰ ਦੇ ਵਿੱਚ ਵਾਕਈ ਬੈਸਟ ਲਿਖਣ ਨੂੰ ਦਿਲ ਕਰਦਾ। ਸੋ ਵਾਕਈ ਹਾਂਜੀ, ਤੁਸੀਂ ਹੁਣ ਇੱਕ ਆਪਣੇ ਵੱਲੋਂ ਭਾਜੀ ਹੁਣ ਤੁਸੀਂ ਆਪਣੇ ਵੱਲੋਂ ਬੋਲੋ ਕਿ ਮੈਂ ਵੀ ਮੰਨਦਾ ਐਂਜਲ ਇਮੀਗ੍ਰੇਸ਼ਨ ਇਜ਼ ਦਾ ਬੈਸਟ ਐਂਡ ਆਈ ਹਾਈਲੀ ਰეკਮੈਂਡ them, I highly recommend them, only them. Yes. ਤੁਸੀਂ ਫਸ ਗਏ ਆ, ਬਾਕੀ ਐਡਵਾਈਜ਼ਰਾਂ ਨਾਲ ਵੀ ਇੰਟਰਵਿਊ ਕਰਨੀਆਂ ਹੁੰਦੀਆਂ, ਤੁਸੀਂ ਫਸ ਰਹੇ ਤੁਸੀਂ। ਆ ਮੈਂ ਤੁਹਾਨੂੰ ਦਿਖਾਉਣ ਲੱਗਾ, ਆ ਦੇਖੋ, ਠੀਕ ਹੈ ਜੀ। ਚਲੋ ਇਹ ਤਾਂ ਸਪਾਂਸਰਸ, ਇਹ ਤਾਂ ਹੋ ਜਾਣਾ ਕਿ ਪੈਸੇ ਦੇ ਕੇ ਕਹਾਇਆ, ਇਹ ਤਾਂ ਤੁਹਾਨੂੰ ਦਿਖਾਣਾ ਨਹੀਂ ਚਾਹੀਦਾ ਸੀ। ਯੈਸ, ਐਂਜਲ ਇਮੀਗ੍ਰੇਸ਼ਨ ਜਿਹੜੇ ਆ ਉਹ ਬੈਸਟ ਨੇ। ਮੈਨੂੰ ਇਸ ਗੱਲੋਂ ਵੀ ਬੈਸਟ ਲੱਗਦਾ ਕਿ ਜਿਹੜਾ ਖਾਸ ਤੌਰ ਤੇ ਇੰਦਰਜੀਤ ਤੇ ਸ਼ਰਨਜੀਤ, ਜਿਹੜਾ ਸਾਡਾ ਸਰੋਤਾ ਕ੍ਰਾਈਸਟਚਰਚ ਦੇ ਵਿੱਚ ਆ ਜਾਂ ਸਾਊਥ ਆਈਲੈਂਡ ਦੇ ਵਿੱਚ ਦੂਰ ਦਰਾਡੇ ਖੇਤਰਾਂ ਦੇ ਵਿੱਚ ਬੈਠਾ ਆ, he or she don't have to fly all the way to Auckland, ਹਨਾ। ਉਹਨੂੰ ਲਾਗੇ ਲੱਗਦਾ ਗਾ, ਉਹ ਬੰਦਾ ਸਵੇਰੇ ਗੱਡੀ ਚੁੱਕਦਾ ਕ੍ਰਾਈਸਟਚਰਚ ਜਾ ਕੇ ਉੱਥੇ ਮਿਲ ਆਉਂਦਾ ਟੀਮ ਨੂੰ। ਸੋ ਮੈਂ ਉਮੀਦ ਕਰਦਾ ਕਿ ਉੱਥੇ ਦੀ ਟੀਮ ਜਿਹੜੀ ਆ ਉਹਦਾ ਵੀ ਕੰਮ ਵੱਧ ਜਾਣਾ। ਓਬਵੀਅਸਲੀ ਡਾਕੂਮੈਂਟੇਸ਼ਨ ਨੂੰ ਲੈ ਕੇ ਹੋਰ ਬਹੁਤ ਕੁਝ ਨਵਾਂ ਜਿਹੜਾ ਉਹ ਸਾਹਮਣੇ ਆਉਣਾ ਹੈ। ਸੋ ਆਪਾਂ ਉਮੀਦ ਕਰਦੇ ਹਾਂ ਕਿ ਇਹ ਸਾਰੇ ਸਾਡੇ ਭੈਣ ਭਰਾ ਜਿਹੜੇ ਨੇ, ਜਿਵੇਂ ਆਪਾਂ ਅੱਜ ਬੈਠੇ ਇੱਥੇ ਹਾਸੇ ਵੰਡ ਰਹੇ ਹਾਂ, ਖੁਸ਼ੀ ਖੁਸ਼ੀ ਇਹ ਗੱਲਾਂ ਜਿਹੜੀਆਂ ਨਾਲ ਇਨਫੋਰਮੇਸ਼ਨ ਦੇ ਰਹੇ ਆ, ਨਾਲ ਸਾਨੂੰ ਇਸ ਗੱਲ ਦਾ ਚਾਅ ਵੀ ਆ ਕਿ ਸਾਡੇ ਇੰਨੇ ਭੈਣ ਭਰਾ ਪੱਕੇ ਹੋ ਰਹੇ ਆ। ਸੋ ਇਸ ਕਰਕੇ ਖੁਸ਼ੀ ਜਿਹੜੀ ਆ ਮੈਂ ਸਾਂਝੀ ਕਰਦਾ ਜੀ। ਰੂਪ ਨਿਊਜ਼ੀਲੈਂਡ ਤੋਂ ਪੁੱਛਦੇ, ਕਹਿੰਦੇ ਸੌਰੀ ਜੀ ਮੈਂ ਇੱਕ ਵਾਰ ਫੇਰ, ਕੀ ਮੈਂ ਵੀਜ਼ਾ ਮਾਰਚ ਤੋਂ ਬਾਅਦ ਅਪਲਾਈ ਕਰ ਸਕਦਾ ਜੇ ਮੈਨੂੰ ਹੁਣੇ ਹੀ ਕਰਨਾ ਪੈਣਾ? ਆਈ ਥਿੰਕ ਉਹ ਗੈਪ ਵਾਲਾ ਮਸਲਾ ਸੀ ਜੀ, ਮੈਨੂੰ ਚੇਤਾ ਭੁੱਲ ਗਿਆ, ਮੈਂ ਦੁਬਾਰਾ ਉੱਥੇ ਜਾਣਾ ਮੈਨੂੰ, ਕਿਉਂਕਿ ਪਹਿਲਾਂ ਦਾ ਇਹਨਾਂ ਦਾ ਕਮੈਂਟ ਸੀ। ਮੈਂ ਇੱਕ ਵਾਰ ਫੇਰ ਉੱਥੇ ਆਉਣਾ ਜੀ। ਰੂਪ ਉਹਨਾਂ ਦਾ ਪਹਿਲਾ ਕਮੈਂਟ ਸੀ ਕਿ ਮੈਂ ਐਸੈਂਸ਼ੀਅਲ ਵਰਕ ਵੀਜ਼ਾ ਤੇ ਆ, ਮੇਰਾ ਵੀਜ਼ਾ ਜਿਹੜਾ ਉਹ 22 ਜੁਲਾਈ ਨੂੰ ਐਕਸਪਾਇਰ ਹੋਣਾ, ਤੇ ਸ਼ਰਨ ਜੀ ਨੇ ਇਸ ਦਾ ਜਵਾਬ ਦਿੱਤਾ ਸੀ ਕਿ ਉਹਨਾਂ ਨੂੰ ਵੀਜ਼ਾ ਜਿਹੜਾ ਉਹ ਅਪਲਾਈ ਕਰਨਾ ਪੈਣਾ। ਹਾਂਜੀ, ਕਿਉਂਕਿ ਇਹਨਾਂ ਦਾ ਵੀਜ਼ਾ ਜੁਲਾਈ 2022 ਨੈਕਸਟ ਈਅਰ ਹੋ ਰਿਹਾ, ਸੋ ਦੇ ਕੈਨ ਅਪਲਾਈ ਨੈਕਸਟ ਈਅਰ ਮਾਰਚ ਵਿੱਚ, ਉਸ ਤੋਂ ਪਹਿਲਾਂ, ਬਟ ਮੇਕ ਸ਼ੋਰ ਕਿ ਤੁਸੀਂ ਅਹੈਡ ਆਫ ਟਾਈਮ ਕਰੋ, ਬਿਕਾਜ਼ ਪ੍ਰੋਸੈਸਿੰਗ ਦੇ ਵਿੱਚ ਵੀ ਕਾਫੀ ਟਾਈਮ ਲੱਗ ਜਾਂਦਾ ਹੈ। ਡੈਫੀਨਿਟਲੀ ਜਿਹੜੀ ਹਰਾਸਮੈਂਟ ਆ ਉਹ ਤੋਂ ਬਚਿਆ ਜਾ ਸਕਦਾ। ਤੇ ਨਾਲ ਨਾਲ ਸਾਡੇ ਕੋਲ ਹਰਪ੍ਰੀਤ ਕੌਰ ਰਿਹਲ ਹੋਣਾ ਦਾ ਇੱਕ ਸੁਨੇਹਾ ਪਹੁੰਚਿਆ। ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਂਦੇ ਜੀ ਤੁਹਾਨੂੰ ਵੀ। ਉਹ ਕਹਿੰਦੇ ਵੀ ਮੈਂ ਜਿਹੜੀ ਆ 2019 ਚ ਅਪਲਾਈ ਕੀਤੀ ਸੀ, ਸਾਡੀ ਫਾਈਲ ਫਸਟ ਆਫਿਸਰ ਕੋਲ ਪੈਂਡਿੰਗ ਵਿੱਚ ਪਈ ਹੈ, ਡਿਊ ਟੂ ਮਾਈ ਪਾਰਟਨਰਸ ਕੈਰੈਕਟਰ ਵੇਵਰ, ਵਾਟ ਵੀ ਸ਼ੁਡ ਡੂ। ਹੁਣ ਇਸ ਵੇਲੇ ਜਿਹੜਾ ਪ੍ਰੋਸੈਸ ਆ ਉਹਨੂੰ ਲੈ ਕੇ ਸ਼ਾਇਦ ਉਹ ਜ਼ਿਆਦਾ ਤਾਂ ਪਿਕਚਰ ਕਲੀਅਰ ਨਹੀਂ ਹੈ, ਲੇਕਿਨ ਇਹਨਾਂ ਹਾਲਾਤਾਂ ਦੇ ਵਿੱਚ ਉਹਨੂੰ ਕੀ ਕਰਨਾ ਚਾਹੀਦਾ ਜਾਂ ਵੇਟ ਹੀ ਕਰਨੀ ਚਾਹੀਦੀ? ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਤੁਸੀਂ ਦੱਸਿਆ ਤੁਹਾਡੀ ਐਪਲੀਕੇਸ਼ਨ ਆਲਰੇਡੀ ਐਲੋਕੇਟਡ ਹੈ ਔਰ ਕਰੈਕਟਰ ਵੇਵਰ ਆਈ ਅਜ਼ਿਊਮ ਕਿ ਤੁਸੀਂ ਅਪਲਾਈ ਕਰ ਦਿੱਤਾ ਹੋਇਆ ਕਰੈਕਟਰ ਵੇਵਰ ਹਸਬੈਂਡ ਲਈ। ਸੋ ਹੋ ਸਕਦਾ ਤੁਹਾਡਾ ਦਸੰਬਰ ਤੋਂ ਪਹਿਲਾਂ ਡਿਸੀਜਨ ਆ ਜਾਏ। ਅਗਰ ਨਹੀਂ ਆਉਂਦਾ, ਅਗਰ ਤੁਸੀਂ ਫੀਲ ਕਰਦੇ ਆ ਕਿ ਹਾਂਜੀ ਤੁਹਾਡੀ ਐਪਲੀਕੇਸ਼ਨ 'ਚ ਕੁਝ ਨੈਗੇਟਿਵਿਟੀ ਆ, ਕਿ ਡਿਕਲਾਈਨ ਹੋਣ ਦੇ ਚਾਂਸਸ ਆ, ਤੇ ਤੁਸੀਂ ਫਿਰ ਵਨ ਆਫ ਰੈਜ਼ੀਡੈਂਟ ਵੀਜ਼ਾ ਦੇ ਵਿੱਚ ਵੀ ਪਾ ਸਕਦੇ ਆ। ਬਾਕੀ ਜਿੰਨੀ ਕਿ ਤੁਸੀਂ ਇਨਫੋਰਮੇਸ਼ਨ ਦਿੱਤੀ ਹੈ ਉਹ ਤੋਂ ਲੱਗਦਾ ਕਿ ਐਂਡ ਸਟੇਜਸ ਤੇ ਹੀ ਹੈ ਫਾਈਲ। ਵੰਡਰਫੁਲ। ਜਸਟ ਗਲੋਤਰਾ ਜੀ ਜਿਹੜੇ ਆ ਉਹਨਾਂ ਦਾ ਕਮੈਂਟ ਆ ਰਿਹਾ ਜੀ। ਇਸ ਤਰ੍ਹਾਂ ਦੇ ਕਾਫੀ ਕੇਸ ਸਾਹਮਣੇ ਆਏ ਜੀ ਪਿਛਲੇ ਥੋੜੇ ਜਿਹੇ ਦਿਨਾਂ ਤੋਂ। ਇੰਦਰ ਜੀ ਤੁਸੀਂ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਆਪਣੇ ਫੋਨ ਦੇ ਉੱਤੇ ਇਹ ਸੁਨੇਹੇ ਤੁਹਾਨੂੰ ਮਿਲੇ ਹੋਣਗੇ। 112 ਕਿਲੋਮੀਟਰ ਪਰ ਆਵਰ ਦੇ ਸਪੀਡ ਤੇ ਓਵਰ ਸਪੀਡਿੰਗ ਦੀ ਟਿਕਟ ਆ। ਆਈ ਥਿੰਕ ਡਿਪੈਂਡ ਕਰਦਾ ਕਿ ਜੇ ਤਾਂ ਆਫਿਸਰ ਨੇ ਇਹਨਾਂ ਨੂੰ ਸਟੇਸ਼ਨਰੀ ਜਿਹੜਾ ਕੈਮਰਾ ਆ ਉਹਦੇ ਰਾਹੀਂ ਟਿਕਟ ਮਿਲੀ ਜਾਂ ਕਿੱਦਾਂ, ਜਾਂ ਕਿਵੇਂ ਕਨਫਰੰਟੇਸ਼ਨ ਹੋਈ ਆ, ਉਹ ਸਾਰੀ ਚੀਜ਼ ਤੇ ਡਿਪੈਂਡ ਕਰਦਾ। ਪਰ ਮੇਰੇ ਹਿਸਾਬ ਦੇ ਨਾਲ ਕੱਲੀ ਓਵਰ ਸਪੀਡਿੰਗ ਦੀ ਟਿਕਟ ਮਿਲੀ ਆ ਤਾਂ ਉਹ ਮੇਰੇ ਹਿਸਾਬ ਨਾਲ ਕੋਈ ਬਹੁਤ ਵੱਡੀ ਗੱਲ ਨਹੀਂ। ਇੰਦਰ ਜੀ ਤੁਸੀਂ ਇੱਥੇ ਕੀ ਕਹਿਣਾ ਚਾਹੋਗੇ? ਐਕਚੁਅਲੀ ਮੈਂ ਵੀ ਐਕਸਪੀਰੀਅੰਸ ਕੀਤੇ, ਮੈਨੂੰ ਵੀ ਕਾਫੀ ਫੋਨ ਕਾਲਸ ਆ ਰਹੀਆਂ ਇਸ ਚੀਜ਼ ਤੇ। ਇਹ ਜ਼ਿਆਦਾ ਰਿਲੇਟਡ ਹੈ ਕਿ ਜੋ ਨਿਊਜ਼ ਆਈ ਸੀਗੀ ਕਿ ਇੱਕ ਰੈਜ਼ੀਡੈਂਟ ਵੀਜ਼ਾ ਦਾ ਪਾਰਟਨਰ ਜਿਹੜਾ ਉਹਦਾ ਵੀਜ਼ਾ ਡਿਕਲਾਈਨ ਹੋ ਗਿਆ ਬਿਕਾਜ਼ ਆਫ ਓਵਰ ਸਪੀਡਿੰਗ ਟਿਕਟ। ਬਟ ਅਗਰ ਆਪਾਂ ਨਿਊਜ਼ ਧਿਆਨ ਨਾਲ ਅੱਗੇ ਜਾ ਕੇ ਪੜ੍ਹੀਏ ਤਾਂ ਉਹਦੇ ਵਿੱਚ ਡਿਸਕੁਆਲੀਫਿਕੇਸ਼ਨ ਆਫ ਲਾਇਸੈਂਸ ਵੀ ਹੈ, ਜੋ ਕਿ 6 ਮਹੀਨੇ ਲਈ ਹੋਈ ਹੈ, ਐਂਡ ਫਾਈਨ ਵੀ ਸੀ। ਉਹ ਮਸਲਾ ਸੀ ਕਿ ਮਿਸਲੀਡਿੰਗ ਇਨਫੋਰਮੇਸ਼ਨ ਦਾ ਮਸਲਾ ਸੀ ਜੀ, ਮਿਸਲੀਡਿੰਗ ਇਨਫੋਰਮੇਸ਼ਨ ਦਾ ਸੀ ਔਰ ਵਿਦ ਹੋਲਡਿੰਗ ਮਟੀਰੀਅਲ ਇਨਫੋਰਮੇਸ਼ਨ ਸੀ। ਅਗਰ ਕਿਸੇ ਨੂੰ ਓਵਰ ਸਪੀਡਿੰਗ ਹੈ ਵੀ, ਛੋਟੀ ਵੱਡੀ ਜਿੱਦਾਂ ਦੇ ਵੀ ਆ, ਡਿਕਲੇਅਰ ਜ਼ਰੂਰ ਕਰੋ। ਅਗਰ ਕੇਸ ਆਫਿਸਰ ਨੂੰ ਲੱਗਦਾ ਹੈ ਕਿ ਹਾਂ ਇਹ ਚੀਜ਼ ਕੋਈ ਬਹੁਤ ਵੱਡੀ ਹੈ, ਅਗਰ ਉਹ ਕੰਸੀਡਰ ਕਰਦਾ ਹੈ ਕਿ ਹਾਂਜੀ ਇਹ 100 ਦੀ ਸਪੀਡ ਤੇ 112 ਤੇ ਜਾਂ 50 ਦੀ ਸਪੀਡ ਤੇ 112 ਵਿਚ ਇਜ਼ ਟੂ ਮਚ,
ਹਨਾ 50 ਦੀ ਸਪੀਡ ਲਿਮਿਟ ਤੇ ਤਾਂ 112 ਤਾਂ ਕਾਫੀ ਹਾਈ ਆ, ਸਕੂਲਸ ਨੇੜੇ ਤੇੜੇ ਹੋਣਗੇ, ਤਾਂ ਕਾਫੀ ਚੀਜ਼ਾਂ ਦੇਖੀਆਂ ਜਾਂਦੀਆਂ ਉਹ ਆਈ ਥਿੰਕ ਮੇਬੀ ਸਿਨੈਰੀਓਜ਼ ਵਿੱਚ। ਮੋਟਰਵੇ ਤੇ ਵੀ ਜੇ 112 ਤੇ ਜਾਓ, ਸ਼ਾਇਦ ਮੋਟਰਵੇ ਤੇ ਉਹਨਾਂ ਨੂੰ 112 ਦੇ ਟਿਕਟ ਮਿਲੀ ਹੋਣੀ ਆ, ਉਹਨੇ ਕਲੀਅਰ ਤਾਂ ਨਹੀਂ ਕੀਤਾ ਉਹਨਾਂ ਹਾਲਾਤਾਂ ਦਾ, ਫਿਰ 2 ਕਿਲੋਮੀਟਰ ਉੱਪਰ ਆ। ਹਾਂਜੀ, ਪਰ ਸਾਡੇ ਕੋਲ ਇਦਾਂ ਦੇ ਕੇਸਿਸ ਵੀ ਆ ਜਿੱਥੇ 50 ਦੇ ਜ਼ੋਨ ਚ ਵੀ ਲੋਕ 100 ਤੋਂ ਉੱਪਰ ਜਾਂਦੇ ਆ। ਠੀਕ ਹੈ, ਉੱਥੇ ਹਾਂਜੀ, ਤੇ ਉੱਥੇ ਕਰੈਕਟਰ ਵੇਵਰ ਅਪਲਾਈ ਕਰਨੇ ਪੈਂਦੇ ਆ, ਤਾਂ ਹਰ ਚੀਜ਼ ਦਾ ਹਰ ਕੀ ਰੀਜ਼ਨ ਸੀ, ਕਿਉਂ ਸਿਚੁਏਸ਼ਨਸ ਹੋਈਆਂ, ਕਰੈਕਟਰ ਵੇਵਰ ਹਮੇਸ਼ਾ ਅਪਲਾਈ ਕੀਤੇ ਜਾ ਸਕਦੇ ਆ। ਬਟ ਇਹ ਚੀਜ਼ ਹਮੇਸ਼ਾ ਐਡਵਾਈਜ਼ੇਬਲ ਹੈ ਕਿ ਆਪਣੀ ਫਾਈਲ ਦੇ ਵਿੱਚ ਹਰ ਚੀਜ਼ ਡਿਕਲੇਅਰ ਕਰੋ, ਠੀਕ ਹੈ, ਚਾਹੇ ਤੁਹਾਨੂੰ ਇੰਪੋਰਟੈਂਟ ਲੱਗਦੀ ਚਾਹੇ ਨਹੀਂ ਲੱਗਦੀ, ਕਿਉਂਕਿ ਟ੍ਰੈਫਿਕ ਆਫੈਂਸ ਉਹਦੇ ਵਿੱਚ ਕਰੈਕਟਰ ਕੰਡੀਸ਼ਨਸ ਅਗਰ ਆਪਾਂ ਕਿਸੇ ਵੀ ਵੀਜ਼ਾ ਐਪਲੀਕੇਸ਼ਨ 'ਚ ਦੇਖੀਏ ਤਾਂ ਉਹਦੇ ਵਿੱਚ ਹੈ ਪੁਆਇੰਟ ਤੇ, ਤਾਂ ਕਲੀਅਰ ਕਰਨਾ ਜ਼ਰੂਰੀ ਹੈ। ਮੋਗੇ ਲਾਗੇ ਨਾ 22-24 ਪਿੰਡ ਇਕੱਠੇ ਧਾਲੀਵਾਲਾਂ ਦੇ ਆ, ਤੇ ਜਗਜੀਤ ਸਿੰਘ ਧਾਲੀਵਾਲ ਨੂੰ ਪੁੱਛਦੇ, ਕਹਿੰਦੇ ਵੀ ਮੈਂ ਐਸੈਂਸ਼ੀਅਲ ਸਕਿੱਲ ਵੀਜ਼ਾ ਤੇ 3 ਸਾਲ ਹੋ ਗਏ ਨਿਊਜ਼ੀਲੈਂਡ ਦੇ ਵਿੱਚ, ਪਰ ਮੇਰਾ ਕੁਐਸਚਨ ਹੈ ਕਿ ਮੈਂ ਨਿਊਜ਼ੀਲੈਂਡ ਵਿੱਚ ਪਾਰਟਨਰਸ਼ਿਪ ਬੇਸਿਸ ਤੇ ਆਇਆ ਸੀ, ਮੇਰੀ ਵਾਈਫ ਜਿਹੜੇ ਆ ਉਹ ਸਟੂਡੈਂਟ ਸਨ, ਨਾਓ ਆਈ ਐਮ ਮੇਨ ਐਪਲੀਕੈਂਟ ਆਫ ESWV ਐਸੈਂਸ਼ੀਅਲ ਵਰਕ ਵੀਜ਼ਾ ਐਜ਼ ਏ ਕੋਰੀਅਰ ਡਰਾਈਵਰ, ਐਮ ਆਈ ਐਲੀਜੀਬਲ? ਹਾਂਜੀ, ਜਿੱਦਾਂ ਇਹਨਾਂ ਦਾ ਐਸੈਂਸ਼ੀਅਲ ਸਕਿੱਲ ਵੀਜ਼ਾ ਅਗਰ 29 ਅਕਤੂਬਰ 2021 ਨੂੰ ਸੀਗਾ ਤਾਂ ਯੈਸ ਹੀ ਇਜ਼ ਐਲੀਜੀਬਲ, ਔਰ ਬਾਕੀ ਇਹ ਟਰੱਕ ਕੁਰੀਅਰ ਡਰਾਈਵਰ ਨੇ, ਕੁਰੀਅਰ ਡਰਾਈਵਰ ਲਿਸਟ ਦੇ ਵਿੱਚ ਵੈਸੇ ਮੇਰੇ ਧਿਆਨ ਚ ਕਿ ਸ਼ਾਇਦ ਨਹੀਂ ਹੈਗੇ ਲਿਸਟਡ ਉਹਦੇ ਵਿੱਚ, ਬਟ ਅਗਰ ਹਾਂ ਇਹਨਾਂ ਨੂੰ 3 ਇਅਰਸ ਤੋਂ ਉੱਪਰ ਹੋ ਗਏ ਆ ਤੇ ਟਾਈਮ ਫਰੇਮ ਨੂੰ ਵੀ ਮੀਟ ਕਰ ਸਕਦੇ ਆ। ਮੇਨ ਇਹ ਹੈ ਕਿ ਤੁਸੀਂ ਜਿਹੜਾ ਪਹਿਲਾ ਟਾਈਮ ਇੱਥੇ ਸਪੈਂਡ ਕੀਤਾ ਕਿਹੜੇ ਵੀਜ਼ਿਆਂ ਤੇ ਸੀ ਉਹ ਇੰਪੋਰਟੈਂਟ ਨਹੀਂ ਹੈ, 29 ਸਤੰਬਰ 2021 ਨੂੰ ਤੁਸੀਂ ਕਿਹੜਾ ਵੀਜ਼ਾ ਹੋਲਡ ਕਰ ਰਹੇ ਸੀ ਉਹ ਇੰਪੋਰਟੈਂਟ ਹੈ। ਕਿਆ ਬਾਤ ਆ, ਕਿਆ ਬਾਤ ਆ, ਹੁਣ ਤੁਸੀਂ ਕਾਫੀ ਭੇਦ ਵਾਲੀ ਗੱਲ ਜਿਹੜੀ ਸਾਂਝੀ ਕਰ ਦਿੱਤੀ। ਹੁਣ ਅਗਲੀ ਗੱਲ ਤੇ ਆਉਂਦੇ ਜੀ, ਕਿਹੜੇ ਜਿਹੜਾ ਪੇਪਰ ਵਰਕ ਆਪਾਂ ਨੂੰ ਤਿਆਰੀ ਕਰਨੀ ਪੈਣੀ ਆ, ਖਾਸ ਤੌਰ ਤੇ ਆਪਾਂ ਇੰਦਰਜੀਤ ਜੀ ਜਾਣਦੇ ਹੀ ਆ, ਜਦੋਂ ਆਪਾਂ ਇੰਡੀਆ ਤੋਂ ਆਉਂਦੇ ਆ ਓਬਵੀਅਸਲੀ ਕਈ ਸਾਡੇ ਸਰਟੀਫਿਕੇਟ ਜਿਹੜੇ ਉਹ ਸਾਡੀ ਜਿਹੜੀ ਮਾਂ ਬੋਲੀ ਪੰਜਾਬੀ ਦੇ ਵਿੱਚ ਹੁੰਦੇ ਆ, ਸੋ ਉਹਨਾਂ ਨੂੰ ਟਰਾਂਸਲੇਟ ਵੀ ਕਰਾਉਣਾ ਪੈ ਜਾਂਦਾ, ਮੈਰਿਜ ਸਰਟੀਫਿਕੇਟ ਵੀ ਨਾਰਮਲੀ ਟਰਾਂਸਲੇਟ ਕਰਾਉਣੇ ਪੈਂਦੇ ਨੇ। ਆਈ ਥਿੰਕ ਸ਼ਾਇਦ ਇਸੇ ਕਰਕੇ ਹੀ ਸੁਖਬੀਰ ਬਾਜਵਾ ਉਹਨਾਂ ਨੇ ਇਹ ਗੱਲ ਪੁੱਛੀ ਆ ਵੀ ਆਪਾਂ ਨੂੰ ਬਰਥ ਸਰਟੀਫਿਕੇਟ ਜਿਹੜਾ ਉਹ ਚਾਹੀਦਾ ਵੈਸੇ ਅਪਲਾਈ ਕਰਨਾ। ਜੀ, ਵੈਸੇ ਤਾਂ ਹਰ ਰੈਜ਼ੀਡੈਂਸ ਐਪਲੀਕੇਸ਼ਨ ਦੀ ਰਿਕੁਆਇਰਮੈਂਟ ਹੁੰਦਾ ਹੈ ਬਰਥ ਸਰਟੀਫਿਕੇਟ, ਬਟ ਟ੍ਰਾਂਸਲੇਸ਼ਨ ਕਰਾਉਣੀ ਕੋਈ ਐਡਾ ਡਿਫਿਕਲਟ ਪੁਆਇੰਟ ਨਹੀਂ ਆ, ਆਪਾਂ ਨੂੰ ਸਰਟੀਫਾਈਡ ਟ੍ਰਾਂਸਲੇਟਰ ਤੋਂ ਪਹਿਲਾਂ ਤਾਂ ਕਰਾਉਣੀ ਚਾਹੀਦੀ ਹੈ, ਤੇ ਉਹੀ ਅਸੈਪਟੇਬਲ ਹੈ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੇ ਵਿੱਚ, ਔਰ ਵਿਦਿਨ 1 or 2 ਡੇਜ਼ ਉਹ ਮਿਲ ਜਾਂਦੇ ਆ, ਔਰ ਆਪਣੀ ਕਮਿਊਨਿਟੀ 'ਚ ਬਹੁਤ ਸਾਰੇ ਇੱਦਾਂ ਦੇ ਟ੍ਰਾਂਸਲੇਟਰਸ ਹੈਗੇ ਆ, ਠੀਕ ਹੈ। ਬਾਕੀ ਸਾਡੇ ਵੀ ਲਿੰਕਸ ਹੈਗੇ ਆ, ਅਗਰ ਕੋਈ ਸਾਡੇ ਥਰੂ ਕਰਾਉਣਾ ਚਾਹੁੰਦਾ ਅਸੀਂ ਵੀ ਕਰਵਾ ਕੇ ਦੇ ਸਕਦੇ ਹਾਂ। ਬਾਕੀ ਵੈਬਸਾਈਟ ਤੇ ਵੀ ਉਹ ਦੇਖ ਸਕਦੇ ਆ, ਹਾਂਜੀ, ਸਰਟੀਫਾਈਡ ਟ੍ਰਾਂਸਲੇਟਰਸ ਅਗਰ ਨਿਊਜ਼ੀਲੈਂਡ ਦੇ ਉਹ ਲੈਂਗੁਏਜ ਅਕੋਰਡਿੰਗਲੀ ਦੇਖਣ ਦੇ ਕੈਨ ਈਜ਼ੀਲੀ ਸਰਚ। ਬਿਲਕੁਲ ਸਹੀ, 40 ਮਿੰਟ ਦਾ ਸਮਾਂ ਅੱਖ ਦੇ ਫੋਰ ਚ ਲੰਘ ਗਿਆ, ਪਰ ਮੈਂ ਥੋੜਾ ਜਿਹਾ ਬੇਨਤੀ ਕਰਨੀ ਚਾਹਣਾ, ਤੁਸੀਂ ਗਾਹ ਨਾ ਕਿਸੇ ਨੂੰ ਦੱਸਿਓ। ਸ਼ਰਨ ਜੀ, ਜਦੋਂ ਵੀ ਕੋਈ ਬੰਦਾ ਤੁਹਾਡੇ ਕੋਲ ਅਪਲਾਈ ਕਰਨ ਆਉਂਦਾ ਉਹਨੂੰ ਪਹਿਲਾਂ ਨਾ ਦਫ਼ਤਰ 'ਚ ਗਾਜਰਾਂ ਰੱਖ ਲਓ, ਉਹਨੂੰ ਗਾਜਰਾਂ ਦੀ ਸਹੁੰ ਖਿਲਾਓ ਵੀ ਭਾਈ ਜੋ ਵੀ ਕਹੂੰਗਾ ਸੱਚ ਕਹੂੰਗਾ, ਕੋਈ ਡਾਕੂਮੈਂਟ ਦੇ ਵਿੱਚ ਕੋਈ ਵੀ ਮਿਸਲੀਡਿੰਗ ਇਨਫੋਰਮੇਸ਼ਨ ਨਹੀਂ ਦੇਣੀ। ਹੁਣ ਤਿਆਰੀ ਤੇ ਆਉਂਦੇ ਆ ਇੰਦਰਜੀਤ ਜੀ, ਜੋ ਤਿਆਰੀ ਕਰਨੀ ਆ, ਅੱਜ ਕੱਲ ਬੈਂਗਣ ਮਹਿੰਗੇ ਆ, ਬੈਂਗਣਾ ਦੀ ਸਹੁੰ ਚਕਾ ਲਓ। ਤੁਹਾਨੂੰ ਰੇਡੀਓ ਪ੍ਰੈਜ਼ੈਂਟਰ ਹੋਣਾ ਚਾਹੀਦਾ, ਤੁਸੀਂ ਮੇਰੀ ਜੌਬ ਖਤਰੇ 'ਚ ਪਾਤੀ। ਤੁਹਾਡੇ ਤੋਂ ਸਿੱਖਦੇ ਪਏ ਆ, ਤੁਹਾਡੇ ਤੋਂ ਸਿੱਖਦੇ ਪਏ ਆ। ਖੈਰ, ਮੈਂ ਇਹ ਮਹਿਸੂਸ ਕਰਦਾ ਕਿ ਸਾਡੇ ਜਿਹੜੇ ਬਹੁਤੇ ਸਰੋਤੇ, ਜਿਵੇਂ ਪਹਿਲਾਂ ਤੁਸੀਂ ਇਸ਼ਾਰਾ ਕਰੀ ਦਿੱਤਾ, ਕਈ ਵਾਰੀ ਤਾਂ ਹੁੰਦਾ ਗੱਲ ਦੇਖਣ ਨੂੰ ਲੱਗ ਜਾਂਦੀ ਕਿ ਛੋਟੀ ਜਿਹੀ ਆ, ਪਰ ਐਜ਼ ਯੂ ਮੈਂਸ਼ਨਡ ਅਰਲੀਅਰ, ਕਿਉਂਕਿ ਸਾਰੀ ਜ਼ਿੰਦਗੀ ਦਾ ਸੌਦਾ ਜੀ, ਔਰ ਲੰਬਾ ਸਮਾਂ ਇੰਤਜ਼ਾਰ ਸਾਡੇ ਦੇਸੀ ਜਿਹੜੇ ਭਾਈ ਭਾਈ ਭੈਣਾਂ ਭਰਾ ਨੇ ਉਹਨਾਂ ਨੂੰ ਕਰਨਾ ਪਿਆ, ਬਹੁਤ ਸਾਰੀਆਂ ਉਮੀਦਾਂ ਸਾਡੇ ਜਿਹੜੇ ਮਾਂ-ਬਾਪ, ਸਾਡੇ ਰਿਸ਼ਤੇਦਾਰ ਪਿੱਛੇ ਨੇ, ਜਾਂ ਜਿਹੜੀਆਂ ਚੂੜੇ ਵਾਲੀਆਂ ਪਿੱਛੇ ਰਹਿ ਗਈਆਂ ਡੀਕਦੀਆਂ, ਉਹਨਾਂ ਨੂੰ ਬੜੀਆਂ ਉਮੀਦਾਂ ਹੈ, ਤੇ ਹੁਣ ਉਮੀਦਾਂ ਪੂਰੀਆਂ ਕਰਨ ਦਾ ਸਮਾਂ ਆਇਆ। ਸੋ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਜਿੰਨੀ ਜਲਦੀ ਹੋ ਸਕਦਾ ਤੁਸੀਂ ਇੰਡੀਅਨ ਇਮੀਗ੍ਰੇਸ਼ਨ ਵਾਲਿਆਂ ਤੋਂ ਅਪਾਇੰਟਮੈਂਟ ਲੈ ਕੇ ਆਪਣਾ ਸਮਾਂ ਬਣਾ ਲਓ, ਤੇ ਕਾਗਜ਼ ਪੱਤਰ ਜਿਹੜੇ ਆ ਉਹਨਾਂ ਨੇ ਤੁਹਾਡੇ ਆਪ ਹੀ ਜਿਹੜੇ ਆ ਉਹ ਲੈਂਸਰ ਕਰ ਦੇਣੇ ਆ। ਇਸ ਦੌਰਾਨ ਸਾਡੇ ਕੋਲ ਗੁਰਮਿੰਦਰ ਸਿੰਘ ਸੰਘਾ ਸਾਹਿਬ ਦਾ ਸੁਨੇਹਾ ਪਹੁੰਚਾ, ਕਹਿੰਦੇ ਕਿ PCC ਜਿਹੜੀ ਇੰਡੀਆ ਵਾਲੀ ਚਾਹੀਦੀ ਹੈ ਜਾਂ ਨਿਊਜ਼ੀਲੈਂਡ ਲੋਕਲ ਪੁਲਿਸ ਤੋਂ ਇੰਡੀਆ ਦੀ ਚਾਹੀਦੀ ਹੈ, ਤਾਂ ਰੈਡੀ ਰੱਖੀਏ, ਟਾਈਮ ਬਹੁਤ ਲਗਾ ਦਿੰਦੇ ਆ। ਇਹਦੇ ਵਿੱਚ ਤੁਸੀਂ ਦੱਸਦੇ। ਹਾਂਜੀ, ਦੇਖੋ ਵੈਸੇ ਤਾਂ ਇਹਨਾਂ ਨੇ ਸਪੈਸੀਫਾਈ ਕੀਤਾ ਹੈ ਕਿ PCC ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਇਸ ਵੀਜ਼ਾ 'ਚ, ਓਵਰਸੀਜ਼ PCC ਦੀ। ਬਾਕੀ ਜੋ ਨਿਊਜ਼ੀਲੈਂਡ ਦੀ PCC ਹੈ, ਜਦੋਂ ਕਿਸੇ ਨੂੰ 5 ਸਾਲ ਹੋ ਜਾਂਦੇ ਆ ਨਿਊਜ਼ੀਲੈਂਡ ਦੇ ਵਿੱਚ, ਤਾਂ ਇਮੀਗ੍ਰੇਸ਼ਨ ਖੁਦ ਹੀ ਰਿਕੁਐਸਟ ਕਰਦੀ ਆ, ਉਹ ਐਪਲੀਕੈਂਟ ਨਹੀਂ ਅਪਲਾਈ ਕਰਦਾ, ਨਿਊਜ਼ੀਲੈਂਡ ਇਮੀਗ੍ਰੇਸ਼ਨ ਖੁਦ ਪੁਲਿਸ ਡਿਪਾਰਟਮੈਂਟ ਤੋਂ ਰਿਕੁਐਸਟ ਕਰਦੀ ਹੈ ਉਹ PCC, ਤਾਂ ਉਹ ਇੰਟਰਨਲ ਪ੍ਰੋਸੈਸ ਹੈ, ਤਾਂ ਉਹਦੇ ਵਿੱਚ ਆਪਾਂ ਕੁਝ ਨਹੀਂ ਕਰ ਸਕਦੇ, ਨਾ ਕੋਈ ਐਪਲੀਕੈਂਟ ਕੁਝ ਵੀ ਕਰ ਸਕਦਾ। ਬਟ ਹਾਂ, ਓਵਰਸੀਜ਼ ਪੁਲਿਸ ਕਲੀਅਰੈਂਸ ਦੀ ਰਿਕੁਆਇਰਮੈਂਟ ਜਿਹੜੀ ਉਹਨਾਂ ਨੇ ਇਹਦੇ ਵਿੱਚ ਵੇਵ ਆਫ ਕੀਤੀ ਹੈ। ਵੈਰੀ ਗੁੱਡ। ਜਿਵੇਂ ਪਹਿਲਾਂ ਮੈਂ ਗੱਲ ਪੂਰੀ ਕਰਦਾ ਰਹੇਗਾ, ਜਿਹੜਾ ਪੇਪਰ ਵਰਕ ਆ ਮੋਟੇ ਤੌਰ ਤੇ ਤੁਸੀਂ ਦੋਵੇਂ ਆਪਣੇ ਵੱਲੋਂ, ਜਿਹੜਾ ਕੋਈ ਕਲਾਇੰਟ ਤੁਹਾਨੂੰ ਬਿਲਕੁਲ ਤਸੱਲੀ ਨਾਲ ਫੋਨ ਕਰਦਾ ਹੈ ਕਿ ਮੈਂ ਜੀ ਆਪਣੀ ਫਾਈਲ ਤਿਆਰ ਕਰ ਰਿਹਾ, ਕਿਹੜੇ ਪੇਪਰ ਵਰਕ ਜਿਹੜੇ ਆ ਉਹ ਇਮੀਡੀਏਟਲੀ ਤੁਸੀਂ ਚੈੱਕਲਿਸਟ ਜਿਹੜੀ ਤੁਹਾਡੇ ਮੂਹਰੇ ਪਈ ਹੋਣੀ ਹੈ, ਉਹ ਕਿਹੜੀ ਚੈੱਕਲਿਸਟ ਜਿਹੜੀ ਤੁਸੀਂ ਉਸ ਲਈ ਭੇਜਦੇ ਹੋ ਜਿਹਦੇ ਵਿੱਚ ਲੋਕ ਸਾਡੇ ਪਹਿਲਾਂ ਤੋਂ ਤਿਆਰੀ ਰੱਖਣ?
देखो फिर मैं वही गल करूंगी। हाँ जी शर्म। हाँ जी ਇਹੀ ਹੈਗਾ ਹੈ ਜੀ। ਦੇਖੋ ਬੇਸਿਕ ਰਿਕੁਆਇਰਮੈਂਟਸ ਜਿਹੜੀਆਂ ਆਪਾਂ ਕਹੀਏ ਕਿ ਹਨਾ ਉਹਨਾਂ ਨੇ ਪੀਸੀਸੀ ਓਵਰਸੀਜ਼ ਪੀਸੀਸੀ ਵੇਵ ਆਫ ਕਰ ਦਿੱਤੀ ਹੈਗੀ ਹੈ। ਮੈਡੀਕਲਸ ਕਈ ਕੇਸਿਸ ਦੇ ਵਿੱਚ ਚਾਹੀਦਾ ਹੋਏਗਾ ਬਰਥ ਸਰਟੀਫਿਕੇਟ, ਬਟ ਜਿਹੜੀ ਇੱਕ ਡਿਟੇਲਡ ਲਿਸਟ ਚੈੱਕ ਲਿਸਟ ਹੋਏਗੀ ਉਹ ਵੀ ਵਿਲ ਬੀ ਏਬਲ ਟੂ ਬੈਟਰ ਗਾਈਡ ਯੂ। ਇੱਕ ਵਾਰੀ ਇਮੀਗ੍ਰੇਸ਼ਨ ਇੰਸਟਰਕਸ਼ਨਸ ਰਿਲੀਜ਼ ਹੁੰਦੀਆਂ ਨੇ ਬਾਈ ਐਂਡ ਆਫ ਅਕਤੂਬਰ, ਉਸ ਤੋਂ ਬਾਅਦ ਇੱਕ ਅਸੀਂ ਬੈਟਰ ਪਿਕਚਰ ਦੇ ਪਾਵਾਂਗੇ। ਓਕੇ, ਸੋ ਮੈਨੂੰ ਲੱਗਦਾ ਇੱਕ ਹੋਰ ਸੈਸ਼ਨ ਉਦੋਂ ਤੱਕ ਆਂਟੀ ਸ਼ਿੰਦੀ ਨੇ ਜੇ ਗੱਲਬਾਤ ਕਰਕੇ ਲੈਵਲ 2 ਲਾਗੂ ਕਰਤਾ, ਫਿਰ ਆਪਾਂ ਸਟੂਡੀਓ 'ਚ ਬਹਿ ਕੇ ਗੱਲਾਂ ਬਾਤਾਂ ਕਰਾਂਗੇ ਭੈਣ ਭਰਾ। ਬਿਲਕੁਲ ਜੀ ਬਿਲਕੁਲ ਜੀ। ਕੁਮਾਰ ਬਲਦੇਵ ਹੋਣਾ ਦਾ ਮੈਸੇਜ ਆਇਆ ਜੀ, ਉਹ ਵੀ ਸਾਂਝਾ ਕਰ ਲਈਏ। ਉਹ ਕਹਿੰਦੇ ਮੈਂ 2014 ਤੋਂ ਇੱਥੇ ਆ ਪਾਰਟਨਰਸ਼ਿਪ ਵਰਕ ਵੀਜ਼ਾ ਦੇ ਉੱਤੇ। ਇਹਨਾਂ ਦੀ ਜਾਣਕਾਰੀ ਦੇਖ ਕੇ ਦੱਸੋ ਪੱਤਰੀ ਹੋਰ ਕੀ ਕਹਿੰਦੀ ਆ। देखो पार्टनरशिप वर्क वीजा तो एलिजिबल नहीं है इस कैटेगरी ਦੇ ਵਿੱਚ। ਬਾਕੀ ਇਹ ਬਹੁਤ ਲਿਮਿਟਡ ਦੀ ਇਨਫੋਰਮੇਸ਼ਨ ਹੈ ਤੇ ਐਲੀਜੀਬਲ ਵੀਜ਼ਾ ਕੈਟਾਗਰੀ ਦੇ ਵਿੱਚ ਇਹ ਨਹੀਂ ਹੈ ਕਿ ਆਈ ਡੋਨਟ ਥਿੰਕ ਕਿ ਇਹ ਇਸ ਕੈਟਾਗਰੀ ਲਈ ਐਲੀਜੀਬਲ ਹੋ ਸਕਣਗੇ। ਜੀ ਬਲਦੇਵ ਕੁਮਾਰ ਜੀ, ਕੋਸ਼ਿਸ਼ ਕਰੋ ਕਿ ਸਵਾਲ ਥੋੜਾ ਜਿਹਾ ਖੋਲ ਕੇ ਦੱਸੋ, ਜਿਹੜੀ ਤੁਹਾਡੀ ਐਲੀਜੀਬਿਲਟੀ ਆ ਉਹਨੂੰ ਅਸੈਸ ਕੀਤਾ ਜਾ ਸਕੇ, ਜਿਵੇਂ ਬਾਕੀ ਸਾਡੇ ਮਿੱਤਰ ਪਿਆਰਿਆਂ ਨੇ ਦੱਸਿਆ। ਸੁਖਦੇਵ ਜੀ ਦਾ ਸਾਡੇ ਕੋਲ ਸਵਾਲ ਪਹੁੰਚਿਆ ਹੈ। ਕਹਿੰਦੇ ਜੀ ਮੈਂ ਪੁੱਛਣਾ ਸੀ ਕਿ ਮੇਰਾ ਨੇਮ ਬਰਥ ਸਰਟੀਫਿਕੇਟ ਤੇ ਸੁਖਦੇਵ ਸਿੰਘ ਹੈ, ਪਰ ਪਾਸਪੋਰਟ ਤੇ ਸੁਖਦੇਵ ਸਿੰਘ ਰਾਏ ਹੈ। ਆਈ ਥਿੰਕ ਨੇਮ ਚੇਂਜ ਵਾਲਾ ਜਿਹੜਾ ਅਨਾਉਂਸਮੈਂਟ ਆ ਉਹ ਫਿਰ ਅਖਬਾਰਾਂ 'ਚ ਕਢਾਉਣੀ ਪਊਗੀ। ਜੀ ਇਹ ਆਲਰੇਡੀ ਕਢਵਾਈ ਹੋਣੀ ਇਹਨਾਂ ਨੇ ਜਦੋਂ ਪਾਸਪੋਰਟ ਬਣਿਆ ਹੋਣਾ, ਤਾਂ ਉਹ ਵਾਲਾ ਯੂਜ਼ ਹੋ ਜਾਏਗਾ। ਕੁਝ ਐਡੀਸ਼ਨਲ ਡਾਕੂਮੈਂਟਸ ਵੀ ਹੁੰਦੇ ਆ, ਜਿੱਦਾਂ ਨੋਟਰੀ ਦਾ ਸਰਟੀਫਿਕੇਸ਼ਨ ਹੁੰਦਾ ਆ। ਹਾਂਜੀ 10th ਔਰ +2 ਦੇ ਡਾਕੂਮੈਂਟਸ ਹੁੰਦੇ ਆ। ਠੀਕ ਹੈ, ਬਾਕੀ ਪੈਨ ਕਾਰਡ, ਆਧਾਰ ਕਾਰਡ ਜਾਂ ਵੋਟਰ ਕਾਰਡ, ਆਈਡੀ ਕਾਰਡ ਵੀ ਚੱਲਦੇ ਆ। ਰਾਏ ਸਾਹਿਬ, ਜੇ ਤੁਸੀਂ ਉੱਥੋਂ ਦੇ ਇੰਡੀਆ ਦੇ ਅਖਬਾਰ ਦੇ ਵਿੱਚ ਇਹ ਨੋਟਿਸ ਕਢਾਇਆ ਹੋਣਾ ਜਦੋਂ ਪਾਸਪੋਰਟ ਦੇ ਵਿੱਚ ਚੇਂਜ ਕੀਤਾ, ਕਿਉਂਕਿ ਤੁਹਾਡੇ ਪਾਸਪੋਰਟ ਤੇ ਸੁਖਦੇਵ ਸਿੰਘ ਰਾਏ ਹੈ, ਸੋ ਇਸ ਕਰਕੇ ਮੇਰੇ ਖਿਆਲ ਉਹ ਨੋਟਿਸ ਮੰਗਾ ਕੇ ਉਹਨੂੰ ਟਰਾਂਸਲੇਟ ਕਰਕੇ ਟੈਸਟ ਕਰਕੇ ਪੇਪਰ ਵਰਕ ਦੇ ਵਿੱਚ ਨਾਲ ਲਾਇਆ ਜਾ ਸਕਦਾ ਹੈ ਨਾ। ਜੀ ਬਿਲਕੁਲ, ਇਹ ਬਹੁਤ ਕਾਮਨ ਚੀਜ਼ ਹੈ ਆਪਣੇ ਪੰਜਾਬੀ ਕਮਿਊਨਿਟੀ ਦੇ ਵਿੱਚ ਤਾਂ, ਕਿ ਸਰਨੇਮ ਕਈ ਵੇਲੇ ਜਾਂ ਪਾਸਪੋਰਟ ਤੇ ਹੁੰਦਾ ਜਾਂ ਬਰਥ ਸਰਟੀਫਿਕੇਟਸ ਤੇ ਹੁੰਦਾ ਆ। ਸੋ ਇਹਦੇ ਵਿੱਚ ਇਸ ਤਰ੍ਹਾਂ ਦੇ ਹੀ ਡਾਕੂਮੈਂਟਸ ਲੱਗਦੇ ਆ। ਬਾਕੀ ਇਹ ਅਗਰ ਸਾਨੂੰ ਕੰਟੈਕਟ ਕਰਨਗੇ ਉਸ ਟਾਈਮ ਤੇ ਤਾਂ ਡੈਫੀਨਿਟਲੀ ਵੀ ਵਿਲ ਬੀ ਏਬਲ ਟੂ ਐਡਵਾਈਸ ਅਕੋਰਡਿੰਗਲੀ। ਓਕੇ, ਪੰਨੂ ਸਾਹਿਬ ਨੇ, ਇੰਦਰ ਸਿੰਘ ਪੰਨੂ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਆਪਣੀ ਪਾਰਟਨਰ ਮੌਲੀ ਤੇ 3 ਸਾਲ ਦੀ ਬੇਟੀ ਨਾਲ ਰਹਿ ਰਿਹਾ। ਮੇਰੀ ਬੇਟੀ ਦਾ 1 ਸਾਲ 5 ਮਹੀਨੇ ਦੀ ਸੀ, ਉਹ ਬੈੱਡ ਤੋਂ ਹੇਠਾਂ ਡਿੱਗ ਪਈ ਸੀ। ਹਸਪੀਟਲ ਲੈ ਕੇ ਜਾਣ ਤੇ ਡਾਕਟਰ ਨੇ ਮੇਰੇ ਪਿਤਾ ਦਾ ਸਾਲ ਲਗਾਤਾ। ਫਿਰ 2021 ਚ ਮੇਰਾ ਪਾਰਟਨਰ ਵੀਜ਼ਾ ਐਕਸਪਾਇਰ ਹੋ ਗਿਆ, ਬਟ ਮੈਂ ਪਾਰਟਨਰ ਵਰਕ ਵੀਜ਼ਾ ਐਂਡ ਰੈਜ਼ੀਡੈਂਸ ਵੀਜ਼ਾ ਸਪਟੈਂਬਰ 2020 ਦੇ ਵਿੱਚ ਅਪਲਾਈ ਕੀਤਾ ਹੋਇਆ, ਪੈਂਡਿੰਗ ਸ਼ੋ ਕਰ ਰਿਹਾ ਹੈ। ਬਟ ਮੇਰਾ ਫੈਬ 2021 ਦੇ ਵਿੱਚ ਐਂਟਰਮ ਵੀਜ਼ਾ ਡਿਸਾਈਡ ਕਰ ਦਿੱਤਾ ਗਿਆ ਤੇ ਫੈਬ 2021 ਤੋਂ ਮੈਂ ਘਰ ਹਾਂ। ਮੈਂ ਕੋਰਟ ਵਿੱਚ ਜਦੋਂ ਵੀ ਜਾਂਦਾ ਹਾਂ ਉਹ ਪੂਰਾ ਨਹੀਂ ਆ ਸਕਿਆ ਜੀ ਇਹਨਾਂ ਦਾ। ਆਈ ਥਿੰਕ ਇਹ ਪੁਲਿਸ ਮੈਟਰ ਆ, ਕਿਉਂਕਿ ਆਬਵੀਅਸਲੀ ਹੀ ਇਜ਼ ਅੰਡਰ ਐਕਟਿਵ ਇਨਵੈਸਟੀਗੇਸ਼ਨ ਔਰ ਮੇਬੀ ਟ੍ਰਾਇਲ ਜਿਹੜਾ ਉਹਨਾਂ ਦਾ ਚੱਲ ਰਿਹਾ ਚਾਈਲਡ ਅਸੌਲਟ ਵਾਲਾ। ਇਸ ਕਰਕੇ ਇਹਦੇ ਤੇ ਮੇਰਾ ਖਿਆਲ ਆਪਾਂ ਕੋਈ ਵੱਡੀ ਟਿੱਪਣੀ ਤਾਂ ਨਹੀਂ ਕਰ ਸਕਾਂਗੇ। ਫਿਰ ਵੀ ਜੇ ਤੁਸੀਂ ਕੁਝ ਕਹਿਣਾ ਚਾਹੋ ਇੰਦਰ ਜੀ। ਬਾਕੀ ਦੇਖੋ ਇੰਟਰਮ ਵੀਜ਼ਾ ਤਾਂ ਆਟੋਮੈਟਿਕਲੀ ਇਸ਼ੂ ਹੋ ਜਾਂਦਾ ਜਦੋਂ ਕਿਸੇ ਦੀ ਫਾਈਲ ਪ੍ਰੋਸੈਸਿੰਗ ਤੇ ਹੁੰਦੀ ਹੈ। 6 ਮਹੀਨੇ ਦੀ ਵੈਲਿਡਿਟੀ ਹੁੰਦੀ ਹੈ। ਇਹ ਇੰਟਰਮ ਵੀਜ਼ਾ ਤੇ ਇਟ ਮੀਨਸ ਇਹਨਾਂ ਦਾ ਹਾਲੇ ਵੀਜ਼ਾ ਪ੍ਰੋਸੈਸਿੰਗ ਦੇ ਵਿੱਚ ਚੱਲ ਰਿਹਾ ਹੈ। ਤੇ ਬਾਕੀ ਕੋਰਟ ਕੇਸ ਵਗੈਰਾ ਵੀ ਹੈ। ਕਰੈਕਟਰ ਇਹ ਥੋੜਾ ਡੀਪਲੀ ਆਪਾਂ ਨੂੰ ਇਹਨਾਂ ਨਾਲ ਗੱਲਬਾਤ ਕਰਨੀ ਪੈਣੀ ਹੈ ਤੇ ਸਾਨੂੰ ਡਾਇਰੈਕਟ ਵੀ ਕੰਟੈਕਟ ਕਰ ਸਕਦੇ ਆ। ਤੇ ਕੀ ਕਰੈਕਟਰ ਵੇਵਰ ਇਸ਼ੂ ਸਬਮਿਟ ਹੋ ਗਿਆ, ਕੋਰਟ ਦੇ ਵਿੱਚ ਕੇਸ ਪੈਂਡਿੰਗ ਚੱਲ ਰਿਹਾ ਜਾਂ ਕੀ ਡਿਸੀਜਨ ਆ, ਕਿਸ ਤਰੀਕੇ ਨਾਲ ਹੁੰਦਾ, ਉਹਦੇ ਤੇ ਡਿਪੈਂਡ ਕਰਦਾ ਉਹ ਸਾਰਾ ਕੁਝ। ਅੱਛਾ, ਸਿੱਧੂ ਪੰਜਾਬ ਦੀ ਸਿਆਸਤ 'ਚ ਬਹੁਤ ਛਾਏ ਹੋਏ ਆ, ਲੇਕਿਨ ਇੱਥੇ ਵੀ ਛਾ ਜਾਣਗੇ ਹੁਣ। ਹਰਪ੍ਰੀਤ ਸਿੱਧੂ ਨਹੀਂ ਕਹਿੰਦੇ ਵੀ ਮੈਂ 5 ਸਾਲ ਤੋਂ ਅਸੀਂ ਨਿਊਜ਼ੀਲੈਂਡ 'ਚ ਹਾਂ ਜੀ ਤੇ ਇਸੀ ਸਟੱਡੀ ਕੰਪਲੀਟ ਕੀਤੀ ਆ 29 ਸਤੰਬਰ ਤੋਂ ਬਾਅਦ। ਸੋ ਇਹਨਾਂ ਬਾਰੇ ਦੱਸੋ ਜੀ। ਇਹਨਾਂ ਨੇ ਅਗਰ 29 ਸਤੰਬਰ ਤੋਂ ਬਾਅਦ ਕੰਪਲੀਟ ਕੀਤੀ ਹੈ ਤਾਂ ਆਈ ਗੈਸ ਕਿ ਮੈਂ ਅਜ਼ਿਊਮ ਕਰ ਰਹੀ 2021 ਦੀ ਗੱਲ ਕਰ ਰਹੇ ਇਹ, ਤੇ ਫਿਰ ਇਹ ਸਟੂਡੈਂਟ ਵੀਜ਼ਾ ਤੇ ਹੋਏ। ਠੀਕ ਹੈ, ਸਟੂਡੈਂਟ ਵੀਜ਼ਾ ਇਹ ਫਿਰ ਐਲੀਜੀਬਲ ਕੈਟਾਗਰੀ ਦੇ ਵਿੱਚ ਨਹੀਂ ਆਉਂਦਾ, ਹਾਲੇ ਲਿਸਟਡ ਨਹੀਂ ਹੈ। ਪਰ ਮੈਨੂੰ ਲੱਗਦਾ ਜੀ ਜਿੱਦਾਂ ਈਸੀ ਸਟੱਡੀ ਵਰਗੇ ਜਿਹੜੇ ਵਧੀਆ ਕੋਰਸਸ ਨੇ ਇਹਨਾਂ ਦਾ ਵੈਸੇ ਵੀ ਅੱਜ ਨਹੀਂ ਕੱਲ ਨਹੀਂ ਪਰਸੋਂ ਕਿਤੇ ਨਾ ਕਿਤੇ ਸੂਟ ਆਏ ਜਾਣਾ, ਲੇਕਿਨ ਵਨ ਆਫ ਵਾਲੇ 'ਚ ਇਹਨਾਂ ਦਾ ਸੂਟ ਨਹੀਂ ਆਉਣਾ। ਇਫ ਹੀ অর ਸ਼ੀ ਵਾਸ ਔਨ ਸਟੂਡੈਂਟ ਵੀਜ਼ਾ ਐਟ ਦੈਟ ਟਾਈਮ। ਹਾਂਜੀ ਜੀ। ਕਿੰਗ ਗਰੇਵਾਲ, ਕਿੰਗ ਸਾਹਿਬ ਤੁਹਾਨੂੰ ਤਾਂ ਹੁਣ ਕਹਿੰਦੇ ਵੀ ਅਸੀਂ ਮਤਲਬ ਸੰਗਾਂਗੇ, ਪਰ ਫਿਰ ਵੀ ਅਸੀਂ ਦੱਸਾਂਗੇ ਜ਼ਰੂਰ ਕਿ ਸਪੀਡ ਟੈਕਟ ਮੈਂਸ਼ਨ ਕਰਨੀ ਜ਼ਰੂਰੀ ਆ। ਕਹਿੰਦੇ ਬਿਲਕੁਲ ਜ਼ਰੂਰੀ ਹੈ, ਕੁਝ ਵੀ ਚੀਜ਼ ਹਾਈਡ ਨਹੀਂ ਕਰਨੀ ਚਾਹੀਦੀ। ਇਮੀਗ੍ਰੇਸ਼ਨ ਤੋਂ ਡਿਕਲੇਅਰ ਹੋਣਾ ਕਰਨਾ ਹਰ ਚੀਜ਼ ਬਹੁਤ ਜ਼ਰੂਰੀ ਹੈ। ਮੈਂ ਨਾ ਠੇਠ ਪੰਜਾਬੀ 'ਚ, ਕਿਉਂਕਿ ਆਪਾਂ ਪਿੰਡੂ ਬੰਦੇ ਆ, ਸੁਹਾਗੇ ਤੇ ਝੂਟੇ ਲੈਂਦੇ ਆਏ ਆ, ਕਹਿਣਾ ਤਾਂ ਨਹੀਂ ਚਾਹੀਦਾ, ਗੱਲ ਕਈ ਵਾਰੀ ਬਹੁਤ ਦੂਰ ਤੇ ਚੱਲ ਜਾਂਦੀ। ਦਾਈਆਂ ਤੋਂ ਜਿਹੜੇ ਪੇਟ ਆ ਗੁੱਝੇ ਰਹਿੰਦੇ ਨਹੀਂ, ਇਸ ਕਰਕੇ ਦੱਸ ਦਿਓ ਤਾਂ ਵਧੀਆ ਭਰਾਵਾ, ਕੱਲ ਹੀ ਲੁਕਾਉਣੀ ਇਨਫੋਰਮੇਸ਼ਨ। ਅੱਛਾ, ਸੰਧੂ ਸਾਹਿਬ ਪੁੱਛਦੇ ਬਲਜੀਤ ਸਿੰਘ ਹੁਣੀ, ਕਹਿੰਦੇ ਵੀ ਮੇਰੇ ਕੋਲ ਕੈਨੇਡਾ ਦਾ ਵਰਕ ਵੀਜ਼ਾ, ਪਰ ਮੈਂ ਇੱਥੇ ਵੀ ਐਲੀਜੀਬਲ ਹਾਂ, ਪਰ ਮੈਂ ਮੂਵ ਹੋਣਾ ਚਾਹੁੰਦਾ ਕੈਨੇਡਾ, ਮੈਂ ਆਪਣੀ ਫਾਈਲ ਉੱਥੇ ਜਾ ਕੇ ਵੀ ਕਰ ਸਕਦਾ ਅਪਲਾਈ? ਹਾਂ, ਦਿਸ ਇਜ਼ ਕੁਆਇਟ ਟੈਕਨੀਕਲ ਕੁਐਸਚਨ। ਤੁਸੀਂ ਅਪਲਾਈ ਕਰਨ ਲੱਗੇ ਵੀ ਨਿਊਜ਼ੀਲੈਂਡ 'ਚ ਹੋਣੇ ਚਾਹੀਦੇ ਆ। 29 ਸਤੰਬਰ 21 ਨੂੰ ਵੀ ਨਿਊਜ਼ੀਲੈਂਡ 'ਚ, ਔਰ ਜਿੱਦਣ ਅਪਲਾਈ ਕਰਨਾ ਉਦੋਂ ਵੀ ਨਿਊਜ਼ੀਲੈਂਡ 'ਚ ਹੋਣੇ ਚਾਹੀਦੇ ਆ। ਬਾਕੀ ਬਲਜੀਤ ਜੀ ਹੁਣ ਤਾਂ ਸਾਰਾ ਆਪਣਾ ਜਸਿੰਡਾ ਆਂਟੀ ਨੇ ਆਪਣਾ ਇੱਥੇ ਕੈਨੇਡਾ ਬਣਾਤਾ ਆ, ਹੁਣ ਕੈਨੇਡਾ ਜਾਣ ਦੀ ਲੋੜ ਕੀ ਆ।
ਨਾਲ ਦੇ ਸਾਥੀ ਆਵਾਜ਼ਾਂ ਮਾਰਦੇ ਹੋਣੇ ਨੇ ਜੀ, ਇੱਕ ਵਾਰ ਹੈ ਉੱਥੇ ਜਾਣਾ ਜਿਹੜੇ ਮੁਲਕ ਦੇ ਤੇ ਅਸੀਂ ਉਹਨਾਂ ਨੂੰ ਸੱਦੋ ਨਾ ਇੱਥੇ ਵੀ, ਦੇਖੋ ਜੀ ਟੈਸਟ ਕਰੋ ਯਾਰੀ ਦੋਸਤੀ, ਅਗਲਾ ਇੱਥੇ ਵਾਪਸ ਮੁੜਦਾ ਕਿ ਨਹੀਂ, ਉਹਨਾਂ ਨੂੰ ਸੱਦੋ। ਉਹਨੂੰ ਕਹੋ ਵੀ ਤੂੰ ਆ ਜਾ। ਹਾਂਜੀ। ਅੱਛਾ ਸ਼ਰਨ ਜੀ, ਪ੍ਰੀਤ ਸੰਧੂ ਹੁਣੀ ਪੁੱਛਦੇ, ਕਹਿੰਦੇ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮਾਈ ਪਾਰਟਨਰ ਗੋਟ ਸਮ ਪ੍ਰੋਬਲਮ ਵਿਦ ਹਰ ਬਰਥ ਸਰਟੀਫਿਕੇਟ, ਹਰ ਮਦਰ ਨੇਮ ਇਜ਼ ਡਿਫਰੈਂਟ ਔਨ ਬਰਥ ਸਰਟੀਫਿਕੇਟ ਫਰਮ ਆਲ ਅਦਰ ਡਾਕੂਮੈਂਟਸ, ਇਹਦਾ ਕੀ ਇਲਾਜ ਹੈ? ਹਾਂਜੀ, ਇਹਦਾ ਇਹ ਹੈਗਾ ਕਿ ਜਿਵੇਂ ਇੰਦਰ ਨੇ ਕਿਹਾ ਕਿ ਚੇਂਜ ਕਰਾ ਸਕਦੇ ਨੇ ਹਨਾ ਨੋਟਰੀ ਤੋਂ, ਆਪਾਂ ਡਾਕੂਮੈਂਟਸ ਵਗੈਰਾ ਲੈ ਕੇ ਫਰਦਰ ਉਹਦੇ ਵਿੱਚ ਐਡੀਸ਼ਨਲ ਡਾਕੂਮੈਂਟਸ ਲੱਗ ਕੇ ਇਟ ਕੈਨ ਬੀ ਸੋਲਵਡ। ਇਹ ਕੋਈ ਇੰਨੀ ਵੱਡੀ ਇਸ਼ੂ ਨਹੀਂ ਹੈਗਾ। ਬਾਕੀ ਇਹਨਾਂ ਦੇ ਮਦਰ ਦੇ ਡਾਕੂਮੈਂਟਸ ਜ਼ਿਆਦਾ ਲੱਗਣੇ ਆ, ਕਿਉਂਕਿ ਉਹਨਾਂ ਦਾ ਅਗਰ ਨਾਮ ਡਿਫਰੈਂਟ ਆ ਜਾਂ ਉਹਨਾਂ ਨੇ ਚੇਂਜ ਕੀਤਾ ਬਾਅਦ ਵਿੱਚ, ਠੀਕ ਹੈ, ਇਹਨਾਂ ਦੀ ਮਦਰ ਦਾ ਪੈਨ ਕਾਰਡ ਵਗੈਰਾ ਲੱਗੇਗਾ, ਉਹਨਾਂ ਦਾ ਨੇਮ ਚੇਂਜ ਦਾ ਜੋ ਵੀ ਅਗਰ ਨਿਊਜ਼ਪੇਪਰ 'ਚ ਉਹਨਾਂ ਨੇ ਕਢਾਇਆ ਉਹ ਲੱਗੇਗੀ ਚੀਜ਼। ਸੋ ਪ੍ਰੂਫ ਜਿਵੇਂ ਪਹਿਲਾਂ ਆਪਾਂ ਉਹਨਾਂ ਨੂੰ ਜ਼ਿਕਰ ਕੀਤਾ ਸੀ ਰਾਏ ਸਾਹਿਬ ਨੂੰ, ਇਸੇ ਤਰ੍ਹਾਂ ਪ੍ਰੂਫ ਜਿਹੜੇ ਆਪਾਂ ਨੂੰ ਇੰਗਲਿਸ਼ ਜ਼ੁਬਾਨ ਦੇ ਵਿੱਚ ਟ੍ਰਾਂਸਲੇਟ ਕਰਕੇ ਇੱਥੇ ਹੁਣ ਆਪਾਂ ਦੇਖੋ ਐਪਲੀਕੈਂਟ ਦੇ ਮੰਗੇ ਸੀ, ਇੱਥੇ ਐਪਲੀਕੈਂਟ ਦੇ ਨਾਲ ਨਾਲ ਉਹਦੀ ਮਦਰ ਦੇ ਵੀ ਜਾਓਗੇ, ਕਿਉਂਕਿ ਉਹਦੀ ਮਦਰ ਦਾ ਨਾਮ ਡਿਫਰੈਂਟ ਹੈ। ਹੋ ਸਕਦਾ ਵੀ ਤੁਸੀਂ ਨਾਮ ਗਲਤ ਜਿਹੜਾ ਮੈਂਸ਼ਨ ਕੀਤਾ ਹੋਇਆ ਹੈ ਨਾ ਜੀ। ਜੀ ਜੀ ਜੀ। ਉਹਦਾ ਪ੍ਰੂਫ ਜਿਹੜਾ ਉਹ ਦੇਣਾ ਪਊਗਾ। ਜੱਜ ਵੜੈਚ ਸਾਹਿਬ ਪੁੱਛਦੇ ਆ, ਦੇਖੋ ਜੱਜ ਵੀ ਆ ਤੇ ਵੜੈਚ ਵੀ ਆ, ਦੋ ਬੰਦੇ ਇਕੱਠੇ ਹੀ। ਹਾਂਜੀ, ਕਹਿੰਦੇ ਵੀਰ ਜੀ ਪਾਰਟਨਰ ਦੀ ਫਾਈਲ ਲੱਗਦੀ ਵਾ ਆਫਸ਼ੋਰ ਵਾਲੀ? ਹਾਂਜੀ, ਜੇ ਰੈਜ਼ੀਡੈਂਟ ਜਾਂ ਸਿਟੀਜ਼ਨ ਦੇ ਪਾਰਟਨਰਸ ਆ ਤਾਂ ਲੱਗਦੀ ਹੈ। ਥੈਂਕ ਯੂ ਜੱਜ ਸਾਹਿਬ। ਤੇ ਪਰਮਜੀਤ ਗੋਪਾਲ ਸਾਹਿਬ ਪੁੱਛਦੇ, ਕਹਿੰਦੇ ਇਜ਼ ਇਟ ਮੈਂਡੇਟਰੀ ਟੂ ਮੈਂਸ਼ਨ ਟਿਕਟ ਰਿਸੀਵਡ ਫਰਮ NZTA? ਇੱਕ ਪੁਲਿਸ ਵਾਲੀ ਟਿਕਟ ਆ, ਇੱਕ NZTA ਵਾਲੇ ਮਹਿਕਮੇ ਵਾਲੀ ਟਿਕਟ ਆ। ਹਾਂਜੀ, ਉਹ ਦੱਸਣਾ ਤਾਂ ਪੈਣਾ ਹੀ ਆ ਸਾਰਾ ਕੁਝ। ਕੋਈ ਐਸੀ ਗੱਲ ਨਹੀਂ ਪਰਮਜੀਤ ਸਿੰਘ ਜੀ, ਰੱਬ ਸਿੱਧੀਆਂ ਪਾਊਗਾ, ਕੋਈ ਏਡੀ ਗੱਲ ਨਹੀਂ ਹੈ, ਤੁਸੀਂ ਤਗੜੇ ਹੋ ਕੇ ਕੰਮ ਕਰੋ। ਪ੍ਰੀਤ ਸੰਧੂ ਨਹੀਂ ਪੁੱਛਦੇ, ਕਹਿੰਦੇ ਵੀ ਲੋਸਟ ਨਿਊਜ਼ਪੇਪਰ ਕਟਿੰਗਸ, ਜਸਟ ਗॉट ਫੋਟੋਜ਼ ਆਫ ਦੈਟ ਐਡਵਰਟਾਈਜ਼ਮੈਂਟ। ਆਈ ਥਿੰਕ ਐਫੀਡੈਵਿਟ ਬਣਾ ਲੈਣਾ ਤਾਂ ਵਧੀਆ ਹੈ ਜੀ ਮੇਰੇ ਖਿਆਲ ਨੋਟਰੀ ਤੋਂ ਨਾ। ਹਾਂਜੀ, ਨਿਊਜ਼ਪੇਪਰ ਕਟਿੰਗ ਅਗਰ ਇਹਨਾਂ ਨੂੰ ਡੇਟਸ ਵਗੈਰਾ ਯਾਦ ਹੈ ਤਾਂ ਆਨਲਾਈਨ ਡਾਟਾ ਪਿਆ ਹੁੰਦਾ ਨਿਊਜ਼ਪੇਪਰਸ ਦਾ, ਠੀਕ ਹੈ, ਉਸ ਪਾਰਟਿਕੂਲਰ ਨਿਊਜ਼ਪੇਪਰ ਤੋਂ ਵੀ ਜਾ ਕੇ ਕਢਾ ਸਕਦੇ ਆ ਜੀ। ਅੱਛਾ ਜੱਜ ਵੜੈਚ ਉਹਨਾਂ ਦਾ ਜਿਹੜਾ ਪਹਿਲਾ ਸਵਾਲ ਆਇਆ ਸੀ ਨਾ, PR ਦੇ ਸੰਬੰਧ ਸੀ, ਉਹ ਪੁੱਛਦੇ ਆ ਵੀ ਪਾਰਟਨਰ ਦੀ ਫਾਈਲ ਲੱਗਦੀ ਆ ਆਫਸ਼ੋਰ ਵਾਲੀ PR ਦੀ ਜੀ। PR ਦੀ ਐਪਲੀਕੇਸ਼ਨ ਵੀ ਲੱਗਦੀ ਆ। ਆਈ ਥਿੰਕ ਇਹਨਾਂ ਨੇ ਇਹ ਦੱਸਿਆ ਕਿ ਆਪ PR ਆ, ਕਿਉਂਕਿ ਆਪਾਂ ਇਸ ਤਰੀਕੇ ਨਾਲ ਦੱਸ ਕਿ ਜੇ ਤੁਸੀਂ ਆਪ PR ਆ, ਇੱਥੇ ਰੈਜ਼ੀਡੈਂਟ ਆ, ਪਰਮਾਨੈਂਟ ਰੈਜ਼ੀਡੈਂਟ ਆ, ਸਿਟੀਜ਼ਨ ਆ, ਫਿਰ ਪਾਰਟਨਰਸ਼ਿਪ ਦੀਆਂ ਆਫਸ਼ੋਰ ਐਪਲੀਕੇਸ਼ਨਸ ਲੱਗਦੀਆਂ। ਜੀ ਜੀ, ਬਹੁਤ ਸਾਰੇ ਮਿੱਤਰ ਪਿਆਰਿਆਂ ਦੇ ਧੰਨਵਾਦ ਦੇ ਮੈਸੇਜ ਆ ਰਹੇ ਆ, ਤੇ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡਾ ਦੋਨਾਂ ਭੈਣਾਂ ਦਾ। ਚਲੋ ਤੁਸੀਂ ਤਾਂ ਵੀ ਪਾਣੀ ਪੂਣੀ ਪੀ ਲਿਆ ਅੰਦਰ ਜੀ, ਧੰਨ ਜਿਗਰਾ ਕੁੜੀ ਦਾ ਜਿਹੜੇ ਵਿਚਾਰੀ ਨੇ ਪਾਣੀ ਵੀ ਨਹੀਂ ਪੀਤਾ। ਅੱਛਾ ਤਜਿੰਦਰ ਰਿਆੜ ਜੀ ਪੁੱਛਦੇ ਆ, ਕਹਿੰਦੇ ਵੀ ਮੈਂ ਆਪਣੀ ਕਰੰਟ ਜੌਬ ਛੱਡ ਕੇ ਕੋਈ ਹੋਰ ਜੌਬ ਜੁਆਇਨ ਕਰ ਸਕਦਾ, ਪਲੀਜ਼ ਦੱਸਿਓ। ਉਹਨਾਂ ਦਾ ਕਹਿਣ ਦਾ ਭਾਵ ਇਹ ਹੈ ਵੀ ਜੇ ਇਸ ਦੌਰਾਨ EMPLOYER ਚੇਂਜ ਹੁੰਦਾ ਆ ਤਾਂ ਕੀ ਪ੍ਰਭਾਵ ਪਏਗਾ ਉਹਨਾਂ ਦੀ ਐਪਲੀਕੇਸ਼ਨ ਦੇ ਉੱਤੇ? ਇੰਦਰ ਜੀ ਤੁਸੀਂ ਇਸ ਦਾ ਜਵਾਬ ਦਿਓ। ਦੇਖੋ ਹਾਲੇ ਤੱਕ ਤਾਂ ਇਹੀ ਹੈ ਕਿ 29 ਸਤੰਬਰ ਨੂੰ ਹੀ ਇਹਨਾਂ ਨੇ ਕੰਡੀਸ਼ਨਸ ਮੀਟ ਕਰਨੀਆਂ, ਚਾਹੇ ਉਹ ਜੌਬ ਰਿਲੇਟਡ ਆ, ਚਾਹੇ ਉਹ ਸੈਲਰੀ ਰਿਲੇਟਡ ਹੈਗੀਆਂ ਆ। ਤੇ ਬਾਕੀ ਇਮੀਗ੍ਰੇਸ਼ਨ ਇੰਸਟਰਕਸ਼ਨਸ ਹਾਲੇ ਆਊਟ ਨਹੀਂ ਹੋਈਆਂ, ਹਾਲੇ ਇਦਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਕਿ ਅਪਲਾਈ ਕਰਨ ਲੱਗਾ ਵੀ ਬੰਦਾ ਉਹ ਕ੍ਰਾਈਟੇਰੀਆ ਮੀਟ ਕਰੇ। ਸਿਰਫ ਇਹ ਚੀਜ਼ ਹੈ ਕਿ ਅਪਲਾਈ ਕਰਨ ਲੱਗੇ ਉਹ ਨਿਊਜ਼ੀਲੈਂਡ 'ਚ ਹੋਣਾ ਚਾਹੀਦਾ ਹੈ, ਬਟ ਜੋ ਰਿਕੁਆਇਰਮੈਂਟਸ ਉਹ 29 ਸਤੰਬਰ 2021 ਦੀਆਂ ਹੀ ਹੈ ਕਿ ਉਸ ਤਰੀਕ ਨੂੰ ਹੀ ਮੀਟ ਹੋਣੀਆਂ ਚਾਹੀਦੀਆਂ। ਵੈਲ ਸੇਡ, ਥੈਂਕ ਯੂ। ਸ਼ਰਨ ਜੀ ਇੱਕ ਸਵਾਲ ਤੁਹਾਡੇ ਲਈ। ਸਤਿ ਸ਼੍ਰੀ ਅਕਾਲ ਜੀ, ਮੇਰੀ ਵਾਈਫ ਹਰਿਆਣਾ ਤੋਂ ਹੈ, 1988 ਦਾ ਬਰਥ ਹੈ, ਪਰ ਬਰਥ ਸਰਟੀਫਿਕੇਟ ਉਹ ਕਹਿੰਦੇ ਅਵੇਲੇਬਲ ਨਹੀਂ ਕਿਉਂਕਿ ਰਜਿਸਟਰਡ ਹੀ ਨਹੀਂ ਕਰਾਇਆ ਉਹਨਾਂ ਨੇ। ਸੋ ਹੁਣ ਇਹਦੇ ਬਾਰੇ ਕੀ ਕੀਤਾ ਜਾ ਸਕਦਾ? ਹਾਂਜੀ, ਜੇ ਇਹਨਾਂ ਨੇ ਰਜਿਸਟਰ ਨਹੀਂ ਕਰਾਇਆ, ਇਹਦੇ ਲਈ ਵੀ ਫਰਦਰ ਲਿਸਟ ਆਫ ਡਾਕੂਮੈਂਟਸ ਹੈ, ਐਡੀਸ਼ਨਲ ਡਾਕੂਮੈਂਟਸ ਪ੍ਰੋਵਾਈਡ ਕਰ ਸਕਦੇ ਨੇ। ਤੇ ਫॉर ਐਗਜ਼ਾਮਪਲ ਕਾਫੀ ਲਿਸਟ ਹੈਗੀ ਹੈ, ਪੈਨ ਕਾਰਡ ਹੋ ਗਿਆ, ਹੋਰ ID ਪ੍ਰੂਫਸ ਹੋ ਗਏ, ਦੇ ਕੈਨ ਅਪਲਾਈ। ਇਟ ਇਜ਼ ਨਾਟ ਅ ਬਿਗ ਇਸ਼ੂ ਕਿ ਜੇ ਬਰਥ ਸਰਟੀਫਿਕੇਟ ਰਜਿਸਟਰਡ ਨਹੀਂ ਹੋਇਆ ਤੇ ਆਲਟਰਨੇਟਿਵ ਨਹੀਂ ਹੈਗਾ, देयर ਆਰ ਆਲਟਰਨੇਟਿਵਸ ਜਿਹੜੇ ਕਿ ਆਪਾਂ ਯੂਜ਼ ਕਰ ਸਕਦੇ। That is also known as, I mean, ਉਹਨੂੰ ਤੁਸੀਂ ਕੰਸੀਡਰ ਕਰਦੇ ਹੋ ਯੂਨੀਕ ID ਜਾਂ ਨੈਸ਼ਨੈਲਿਟੀ ਦੇ ਹਿਸਾਬ ਦੇ ਨਾਲ। ਜੀ ਜੀ ਜੀ। ਬਾਕੀ ਕਰਤਾ ਜੀ ਉਹਨਾਂ ਨੇ, ਉਹ ਕਹਿੰਦੇ ਐਸੈਂਸ਼ੀਅਲ ਵਰਕ ਵੀਜ਼ੇ ਵਾਲਾ ਪੁੱਛਦੇ ਆ, ਜਿਹੜਾ ਆਫਸ਼ੋਰ ਵਾਲਾ ਮੇਰੇ ਖਿਆਲ ਪੁੱਛਦੇ ਸੀ। ਓਕੇ, ਐਸੈਂਸ਼ੀਅਲ ਸਕਿੱਲ ਵਰਕ ਵੀਜ਼ੇ ਦੇ ਹਾਂਜੀ, ਅਗਰ ਹੈਲਥ ਕ੍ਰਿਟੀਕਲ ਵਰਕਰਸ ਹੈਗੇ ਆ ਕੋਈ, ਉਹਨਾਂ ਦੇ ਪਾਰਟਨਰਸ ਆ ਸਕਦੇ ਆ ਜਿਹੜੇ ਇੱਥੋਂ ਵਾਪਸ ਗਏ ਹੋਏ ਆ, ਰਿਟਰਨ ਹੋਏ ਆ, ਨਾਟ ਦ ਫਰੈਸ਼ ਕੇਸਿਸ। ਲਿਵਿੰਗ ਟੂਗੇਦਰ ਵੀ ਮੀਟ ਕਰਨਾ ਇੱਕ ਰਿਕੁਆਇਰਮੈਂਟ ਹੈ ਇਹਦੇ ਵਿੱਚ। ਜੀ ਸਿੱਧੂ ਸਾਹਿਬ, ਤੁਹਾਡਾ ਕੰਮ ਸਬੂਤ ਆ ਜਾਣਾ। ਤੁਸੀਂ ਫੋਟੋ ਵੀ ਸੁੱਖਣਾ ਬਹੁਤ ਸੋਹਣੀ ਲਾਈ ਹੋਆ। ਉਹ ਕਹਿੰਦੇ ਵੀ ਮੇਰਾ ਬਰਥ ਸਰਟੀਫਿਕੇਟ ਸਰਨੇ ਨਵਦੀਪ ਸਿੰਘ ਸਿੱਧੂ ਲੱਗਿਆ ਹੋਇਆ, ਬਟ ਪਾਸਪੋਰਟ ਤੇ ਅਨਦਰ ਡਾਕੂਮੈਂਟਸ ਤੇ ਨਵਦੀਪ ਸਿੰਘ ਹੈ। ਸੋ ਉਹਨਾਂ ਨੇ ਇੰਡੀਆ ਤੋਂ ਐਫੀਡੇਵਿਟ ਬਣਵਾ ਲਿਆ ਜੀ, ਉਹਨਾਂ ਦੇ ਫਾਦਰ ਸਾਹਿਬ ਵੱਲੋਂ ਟ੍ਰਾਂਜੈਕਸ਼ਨ ਹੋਈ ਆ ਪ੍ਰੋਪਰ ਬਰਥ ਸਰਟੀਫਿਕੇਟ ਦੀ। ਸੋ ਉਹ ਕਹਿੰਦੇ ਵੀ ਚੱਲ ਜਾਏਗਾ। ਸਰਟੀਫਾਈਡ ਟ੍ਰਾਂਸਲੇਸ਼ਨ ਵੈਸੇ ਚਾਹੀਦੀ ਆ, ਠੀਕ ਹੈ। ਤੇ ਬਾਕੀ ਹਾਂਜੀ ਤੇ ਬਾਕੀ ਇਹਨਾਂ ਨੂੰ
ਹਾਂਜੀ ਨੋਟਰੀ ਕਰਵਾ ਲਿਆ। ਪਬਲਿਕ ਨੋਟਿਸ ਵੀ ਇਹਨਾਂ ਨੂੰ ਕੱਢਣਾ ਪੈਣਾ ਕਿ ਹੀ ਇਜ਼ ਨੋਨ ਬਾਈ ਬੋਥ ਦ ਨੇਮਸ, ਕਿ ਸੇਮ ਪਰਸਨ ਹੀ ਹੈ, ਤੇ ਉਹ ਵੀ ਚੀਜ਼ ਆਪਣੀ ਯੂਜ਼ ਹੋਏਗੀ। ਬਾਕੀ ਇੱਕ ਮੈਂ ਛੋਟਾ ਜਿਹਾ ਐਡ ਕਰਨਾ ਚਾਹੂੰਗੀ, ਪਿੱਛੇ ਆਪਣਾ ਕੁਐਸਚਨ ਆਇਆ ਸੀ ਨਾਨ ਰਜਿਸਟ੍ਰੇਸ਼ਨ ਬਰਥ ਸਰਟੀਫਿਕੇਟ ਵਾਸਤੇ, ਹਰਿਆਣਾ ਦੇ ਸੀਗੇ ਜੋ, ਤੇ ਉਹਦੇ ਵਿੱਚ ਦੇਖੋ ਇੱਕ ਹਾਂਜੀ ਇਮੀਗ੍ਰੇਸ਼ਨ ਇਹ ਵੀ ਰਿਕੁਐਸਟ ਕਰਦੀ ਕਿ ਆਪਾਂ ਉੱਥੇ ਦੀ ਜੋ ਵੀ ਅਥਾਰਟੀ ਹੈ ਮਿਊਨਿਸਪਲ ਕਾਰਪੋਰੇਸ਼ਨ ਆ, ਉਹਨਾਂ ਤੋਂ ਨਾਨ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਵੀ ਇੱਕ ਮਿਲ ਜਾਂਦਾ ਹੈ, ਜਾਂ ਲੇਟ ਰਜਿਸਟ੍ਰੇਸ਼ਨ ਦਾ ਵੀ ਮਿਲ ਜਾਂਦਾ। ਓਕੇ, ਵੰਡਰਫੁਲ, ਥੈਂਕ ਯੂ। ਜੋਬਨ ਸਿੱਧੂ ਸਾਹਿਬ ਨੇ ਕਹਿੰਦੇ ਵੀ ਮੈਂ ਨਵੀਂ ਕੈਟਾਗਰੀ ਦੇ ਵਿੱਚ ਐਲੀਜੀਬਲ ਹਾਂ, ਮੈਂ ਤੇ ਮੇਰੀ ਪਤਨੀ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਆ, ਪਰ ਮੇਰਾ ਬੇਟਾ ਜਿਹੜਾ ਉਹ ਇੰਡੀਆ ਦੇ ਵਿੱਚ ਆ, ਭਾਵੇਂ ਕੋਈ ਨਿਊਜ਼ੀਲੈਂਡ ਦਾ ਬੋਰਨ ਹੈ। ਸੋ ਆਈ ਐਮ ਵੰਡਰਿੰਗ ਕੈਨ ਆਈ ਆਲਸੋ ਅਪਲਾਈ ਮਾਈ ਸਨਸ ਰੈਜ਼ੀਡੈਂਸੀ ਫਾਈਲ ਵਿਦ ਮੀ? ਹਾਂਜੀ, ਪਾਰਟਨਰਸ ਔਰ ਡਿਪੈਂਡੈਂਟ ਚਿਲਡਰਨ ਉਹਦੇ ਵਿੱਚ ਇਨਕਲੂਡਡ ਹੈ, ਚਾਹੇ ਓਵਰਸੀਜ਼। ਜਿਵੇਂ ਸ਼ਰਮਾ ਨੇ ਜ਼ਿਕਰ ਕੀਤਾ ਸੀ। ਹਾਂਜੀ ਜੀ ਜੀ ਜੀ। ਤੇਜਿੰਦਰ ਰਿਆੜ ਸਾਹਿਬ ਨੇ ਕਹਿੰਦੇ ਜੀ ਥੈਂਕ ਯੂ ਸੋ ਮਚ। ਆਈ ਥਿੰਕ ਪਹਿਲਾਂ ਵੀ ਸਵਾਲ ਸੀ ਇਹਨਾਂ ਦਾ, 29 ਸਤੰਬਰ ਨੂੰ ਮੇਰਾ ਫਰੈਂਡ ਜੌਬ ਨਹੀਂ ਸੀ ਕਰ ਰਿਹਾ, ਬਟ ਉਹ ਸਕਾਰਸ ਲਿਸਟ ਲਿਸਟ ਵਿੱਚ ਐਲੀਜੀਬਲ ਹੈ, ਪਲੀਜ਼ ਦੱਸਿਓ। ਅਗਰ ਉਹ ਸਕਾਰਸ ਲਿਸਟ ਦੇ ਵਿੱਚ ਐਲੀਜੀਬਲ ਹੈ, ਬਟ ਉਹਨੂੰ ਜੌਬ ਕਰਨੀ ਜ਼ਰੂਰੀ ਸੀ 29 ਸਤੰਬਰ ਨੂੰ, ਅਗਰ ਤਾਂ ਉਸ ਟਾਈਮ ਉਹ ਜੌਬ ਕਰ ਰਿਹਾ ਸੀਗਾ, ਫਿਰ ਉਹ ਐਲੀਜੀਬਲ ਬਣਦਾ ਹੈ। ਅਮਰਿਤ ਸਿੰਘ ਵੀ ਦੁਬਾਰਾ ਆਏ ਜੀ, ਕਹਿੰਦੇ ਸਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਮੇਰਾ WTR ਦਾ ਟਾਈਮ ਪੂਰਾ ਹੋ ਗਿਆ ਸੀ। WTR ਟਾਈਮ ਪੂਰਾ ਹੋ ਗਿਆ ਕਿ ਮੈਂ ਅਕਤੂਬਰ ਦਾ ਨਵਾਂ ਰੂਲ ਦੇ ਵੇਟ ਕਰਕੇ ਨੈਕਸਟ ਮੰਥ ਰੈਜ਼ੀਡੈਂਸੀ ਪਾ ਸਕਦਾ, ਕੋਈ ਗੱਲ ਤਾਂ ਨਹੀਂ? ਹਾਂਜੀ ਤੁਸੀਂ ਪਾ ਸਕਦੇ ਆ, ਆਪਾਂ ਪਹਿਲਾਂ ਵੀ ਇੱਥੇ ਆਨਸਰ ਕੀਤੇ, ਤੁਹਾਡੀ ਪਰਸਨਲ ਚੋਇਸ ਹੋਏਗੀ, ਕਿ ਮੈਂ ਇਹ ਨਹੀਂ ਕਹੂੰਗੀ ਕਿ ਤੁਸੀਂ ਇਸ ਕੈਟਾਗਰੀ 'ਚ ਨਾ ਪਾਓ, ਕੱਲ੍ਹ ਨੂੰ ਤੁਹਾਡਾ, ਕਿਉਂਕਿ ਵਨ ਆਫ ਰੈਜ਼ੀਡੈਂਟ ਵੀਜ਼ਾ ਦਾ ਅਗਰ ਟਾਈਮ ਫਰੇਮ ਜ਼ਿਆਦਾ ਹੋ ਜਾਂਦਾ ਹੈ, ਠੀਕ ਹੈ, ਜਾਂ ਕੁਛ ਤੁਸੀਂ ਕੋਈ ਚੀਜ਼ ਨਹੀਂ ਪ੍ਰੂਵ ਕਰ ਪਾਉਂਦੇ, ਫਿਰ ਜਿਹੜੀ ਕੈਟਾਗਰੀ 'ਚ ਤੁਸੀਂ ਅੱਜ ਐਲੀਜੀਬਲ ਆ ਉਹਨੂੰ ਤੁਸੀਂ ਇੱਦਾਂ ਨਹੀਂ ਛੱਡਣਾ ਚਾਹੀਦਾ। ਤੁਸੀਂ ਆਲਰੇਡੀ ਯੂ ਹੈਵ ਸਪੈਂਡ 24 ਮੰਥਸ ਫॉर दैट, ਕਿ ਉਸ ਕੈਟਾਗਰੀ 'ਚ ਕੰਮ ਕਰਕੇ ਅੱਜ ਦੀ ਡੇਟ 'ਚ ਤੁਸੀਂ ਐਲੀਜੀਬਲ ਹੋਏ ਆ, ਤਾਂ ਜ਼ਰੂਰ ਪਾ ਲੈਣੀ ਚਾਹੀਦੀ। ਫੇਰ ਇਨਫ। ਜੱਜ ਵੜੈਚ ਸਾਹਿਬ ਚੌਥੀ ਵਾਰ ਕੁੰਡਾ ਖੜਕਾ ਰਹੇ ਆ, ਪੂਰੀਆਂ ਵਿੱਚ 4 ਗੱਤੀਆਂ ਜਿਹੜਾ 5ਵਾਂ ਗੜੀ ਸੋਹਣੀ ਯਾਦ ਆ। ਉਹ ਕਹਿੰਦੇ ਵੀ ਹਾਰਟੀਕਲਚਰ ਮੈਨੇਜਰ ਜਿਹੜਾ ਇਹਨੂੰ ਤੁਸੀਂ ਪ੍ਰਾਇਮਰੀ ਸਕਾਰਡ ਲਿਸਟ ਦੇ ਵਿੱਚ ਜਿਹੜਾ ਇਹ ਮੰਨਦੇ ਹੋ ਕਿ ਹੈਗਾ ਜੀ ਉਹਦੇ ਵਿੱਚ ਨਾ? ਦੇਖੋ ਲਿਸਟ ਦੇ ਵਿੱਚ ਪੋਜੀਸ਼ਨਸ ਦਿੱਤੀਆਂ ਹੋਈਆਂ ਸਾਰੀਆਂ, ਬਟ ਮੈਨੇਜਰਸ ਨਹੀਂ ਆ, ਬਟ ਹਾਂ ਹਾਰਟੀਕਲਚਰ ਦੀਆਂ ਹੋਰ ਬਹੁਤ ਪੋਜੀਸ਼ਨਸ ਆ, ਜਿੱਦਾਂ ਐਗਰੀਕਲਚਰ ਪਲਾਂਟ ਆਪਰੇਟਰਸ, ਮੋਬਾਈਲ ਪਲਾਂਟ ਆਪਰੇਟਰਸ ਹੈਗੇ ਜਿਹੜੇ ਟਰੱਕ ਚਲਾਉਂਦੇ, ਜਾਂ ਫੂਟਲਿਫਟ, ਜਾਂ ਐਗਰੀਕਲਚਰ 'ਚ ਹੋਰ ਜੋ ਵੀ ਮਸ਼ੀਨਰੀ ਯੂਜ਼ ਹੁੰਦੀ ਆ ਉਹ ਚਲਾਉਣ ਵਾਲੇ, ਫਰੂਟ ਐਂਡ ਨਟ ਪਿਕਰਸ ਵੀ ਹੈਗੇ ਆ, ਪੈਕਰਸ ਵੀ ਹੈਗੇ ਆ, ਤੇ ਇਸ ਤਰੀਕੇ ਦੀਆਂ ਜੌਬਸ ਉਹ 'ਚ ਲਿਸਟਡ ਆ। ਬਟ ਹਾਂ ਐਸ ਸੱਚ ਅਗਰ ਆਪਾਂ ਬਿਜ਼ਨਸ ਲੈਵਲ ਦੀਆਂ ਜੌਬਸ ਦੇਖੀਏ ਉਹ ਨਹੀਂ ਹੈ। ਮੈਂ ਸਮਝ ਗਿਆ ਜੀ। ਕਿੰਜ ਗਰੇਵਾਲ ਹੋਣਾ ਦਾ ਸਵਾਲ ਹੈ ਜੀ, ਇਹ ਵੀ ਕਾਫੀ ਟੈਕਨੀਕਲ ਸਵਾਲ, ਬੜਾ ਕਾਮਨ ਸਵਾਲ ਹੈ। 2015 'ਚ ਉਹਨਾਂ ਦਾ ਮਿੱਤਰ ਇੱਥੇ ਆਇਆ ਸੀ, ਫਰਵਰੀ 2020 ਦੇ ਵਿੱਚ ਇੰਡੀਆ ਗਿਆ ਤੇ ਕੋਵਿਡ ਕਰਕੇ ਇੰਡੀਆ ਸਟਕ ਹੋ ਗਿਆ, ਪਰ ਹੁਣ ਸਤੰਬਰ 2021 'ਚ ਵਾਪਸ ਆ ਗਿਆ। ਉਹ ਕਹਿੰਦੇ ਵੀ ਉਹ ਐਲੀਜੀਬਲ ਹੈ ਰੈਜ਼ੀਡੈਂਸੀ ਪ੍ਰੋਗਰਾਮ ਦੇ ਲਈ? ਹਾਂਜੀ, ਇਹ ਜਿਵੇਂ ਜੇ ਅਸੀਂ ਦੇਖੀਏ ਕਿ ਇਹ 29 ਸਪਟੈਂਬਰ 2018 ਤੋਂ ਪਹਿਲਾਂ ਨਿਊਜ਼ੀਲੈਂਡ ਦੇ ਵਿੱਚ ਸੀਗੇ, ਰਾਈਟ, ਕਿ 2015 ਚ ਆਏ ਸੀ ਜਿਵੇਂ, ਜੇ ਉਹ ਇੰਡੀਆ ਸਟਕ ਹੋਏ ਨੇ, ਸੋ ਆਪਾਂ ਨੂੰ ਟਾਈਮ ਫਰੇਮ ਦੇਖਣਾ ਪੈਣਾ ਕਿ 29 ਸਪਟੈਂਬਰ 18 ਤੋਂ ਲੈ ਕੇ 29 ਸਪਟੈਂਬਰ 2021 ਦੇ ਵਿਚਕਾਰ ਕੀ ਉਹ 821 ਡੇਜ਼ ਕੰਪਲੀਟ ਕਰਦੇ ਨੇ ਕਿ ਨਹੀਂ। ਜੇ ਉਹ ਰਿਕੁਆਇਰਮੈਂਟ ਕੰਪਲੀਟ ਕਰਦੇ ਨੇ ਦੈਨ ਯੈਸ ਹੀ ਵਿਲ ਬੀ ਐਲੀਜੀਬਲ। ਬਾਕੀ ਦੋ ਹੋਰ ਆਪਸ਼ਨਸ ਵੀ ਹੈ, ਜੇ $27 ਲੈਂਦੇ ਆ ਜਾਂ ਸਕਾਰਸ ਲਿਸਟ ਦੇ ਵਿੱਚ ਆ, ਉਧਰੋਂ ਵੀ ਆਪਾਂ ਦੇਖਿਆ ਜਾ ਸਕਦਾ ਹੈ। ਵੰਡਰਫੁਲ। ਰਮਨਪ੍ਰੀਤ ਚੌਹਾਨ ਦੁਬਾਰਾ ਪੁੱਛ ਰਹੇ ਨੇ ਕਿ ਮੇਰੇ ਹਸਬੈਂਡ ਕੋਲ ਬਰਥ ਸਰਟੀਫਿਕੇਟ ਨਹੀਂ ਹੈ, ਕੀ ਕਰ ਸਕਦੇ ਹਾਂ? ਰਮਨ ਜੀ, ਜੇ ਤੁਸੀਂ ਸਾਰੀ ਗੱਲਬਾਤ ਨੂੰ ਦੁਬਾਰਾ ਸੁਣੋ ਤੇ ਉਹਦੇ ਵਿੱਚ ਕਾਫੀ ਵਾਰ ਸਵਾਲ ਆਇਆ, ਸੋ ਬੜਾ ਸੌਖਾ ਜਿਹਾ ਤਰੀਕਾ ਇਹਦਾ, ਜਿਵੇਂ ਅਲੱਗ-ਅਲੱਗ ਆਈਡੀਜ਼ ਨੈਸ਼ਨਲ ਲੈਵਲ ਦੇ ਉੱਤੇ, ਚਾਹੇ ਆਧਾਰ ਕਾਰਡ ਹੋਵੇ, ਚਾਹੇ ਤੁਹਾਡਾ ਪੈਨ ਕਾਰਡ ਹੋਵੇ, ਉਹਨੂੰ ਵੀ ਤੁਸੀਂ ਜਿਹੜਾ ਉਹਦੀ ਬਜਾਏ ਇਮੀਗ੍ਰੇਸ਼ਨ ਦੇ ਕੋਲ ਪ੍ਰੂਫ ਦੇ ਵਜੋਂ ਜਮ੍ਹਾਂ ਕਰਾ ਸਕਦੇ ਹੋ। ਮੈਂ ਖਹਿਰਾ ਨੇ ਕਹਿੰਦੇ ਵੀ ਮੇਰਾ ਐਸੈਂਸ਼ੀਅਲ ਵਰਕ ਵੀਜ਼ਾ ਹੈਗਾ 29 ਸਤੰਬਰ ਨੂੰ, ਬਟ ਅਗਰ ਮੈਂ ਬਾਅਦ ਵਿੱਚ ਵੀਜ਼ਾ ਕੋਈ ਹੋਰ ਚੇਂਜ ਕਰ ਲੈਣਾ, ਲਾਈਕ ਪਾਰਟਨਰਸ਼ਿਪ ਓਪਨ ਵਰਕ ਵੀਜ਼ਾ, ਤੇ ਉਹਦੇ ਲਈ ਮੈਂ ਐਲੀਜੀਬਲ ਹਾਂ? ਬਾਕੀ ਇਹ ਵੀ ਰਿਪੀਟ ਹੀ ਕੁਐਸਚਨ ਆ, ਆਪਾਂ ਕਿਹਾ ਕਿ ਜਿਸ 29 ਸਤੰਬਰ 2021 ਨੂੰ ਆਪਾਂ ਨੂੰ ਰਿਕੁਆਇਰਮੈਂਟ ਮੀਟ ਕਰਨ ਦੀ ਲੋੜ ਹੈ, ਜੋ ਕਿ ਐਲੀਜੀਬਲ ਵੀਜ਼ਾ ਦੀ ਹੈ, ਤੇ ਐਸੈਂਸ਼ੀਅਲ ਸਕਿੱਲ ਅਗਰ ਅੱਜ ਦੀ ਡੇਟ 'ਚ ਹੋਲਡ ਕਰ ਰਹੇ ਆ ਤੇ ਉਹ ਵਾਲੀ ਰਿਕੁਆਇਰਮੈਂਟ ਮੀਟ ਕਰਦੇ ਪਏ ਆ। ਦੇਖੋ ਜਵਾਬ ਸ਼ਾਇਦ ਮਤਲਬ WhatsApp ਤੋਂ ਇੱਧਰ ਪਾਇਆ ਨਵਦੀਪ ਉਹਨਾਂ ਨੇ, ਮਾਈ ਹਸਬੈਂਡ ਇਜ਼ ਮੇਨ ਐਪਲੀਕੈਂਟ, ਆਈ ਐਮ ਔਨ ਡਿਪੈਂਡੈਂਟ ਵਰਕ ਵੀਜ਼ਾ, when we apply for our residency in March, I don't have my name on birth certificate, what should I do? ਇਹਦਾ ਵੀ ਉਹੀ ਆਪਾਂ ਨੈਸ਼ਨਲ ਆਈਡੀਜ਼ ਪ੍ਰੂਫ ਵਗੈਰਾ ਦੇ ਸਕਦੇ, ਸਟੈਟੂਟਰੀ ਡਿਕਲੇਰੇਸ਼ਨਸ ਦੇ ਸਕਦੇ ਹਾਂ। ਹਾਂਜੀ, ਰਿਆੜ ਸਾਹਿਬ ਪੁੱਛਦੇ ਜੀ, ਇੰਸਟੈਡ ਆਫ ਨਹੀਂ ਵਿਦ ਬਰਥ ਸਰਟੀਫਿਕੇਟ, ਇੰਸਟੈਡ ਆਫ ਨਹੀਂ, ਉਹ ਜਿਹੜਾ ਨਾਮ ਨਹੀਂ ਲਿਸਟਡ ਉਹ ਤਾਂ ਦੇਣਾ ਹੀ ਪੈਣਾ ਹੈ। ਹਾਂਜੀ, ਜੇ ਕਿਸੇ ਕੋਲ ਬਰਥ ਸਰਟੀਫਿਕੇਟ ਨਹੀਂ ਹੈ ਤਾਂ ਨਾਨ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਦੇਣਾ ਪੈਣਾ ਹੈ, ਜਾਂ ਲੇਟ ਰਜਿਸਟ੍ਰੇਸ਼ਨ ਦਾ। Okay, I understand. So ਤੇਜਿੰਦਰ ਰਿਆੜ ਸਾਹਿਬ ਪੁੱਛਦੇ, ਸਰ ਵਨ ਮੋਰ ਕੁਐਸਚਨ ਪਲੀਜ਼, ਮੇਰਾ ਫਰੈਂਡ ਸਕਾਰਸ ਲਿਸਟ ਵਿੱਚ ਹੈ,
ਤੇ $27 ਪੇ ਰੇਟ ਹੈ ਜੀ ਉਹਨਾਂ ਦਾ। ਉਹ ਕਹਿੰਦੇ ਦਸੰਬਰ 'ਚ ਅਪਲਾਈ ਕਰ ਸਕਦਾ ਉਹ ਪਹਿਲੇ ਫੇਜ਼ ਦੇ ਵਿੱਚ। ਦਸੰਬਰ ਚ ਆਈ ਥਿੰਕ ਸ਼ਰਨ ਨੇ ਆਲਰੇਡੀ ਇਹ ਟੌਪਿਕ ਕਵਰ ਕੀਤਾ ਸੀ। ਦਸੰਬਰ ਚ ਉਹੀ ਬੰਦੇ ਕਰ ਸਕਦੇ ਜਿਨ੍ਹਾਂ ਦੀਆਂ ਰੈਜ਼ੀਡੈਂਸੀਜ਼ ਆਲਰੇਡੀ ਚੱਲ ਰਹੀਆਂ, ਪਲੱਸ ਜਾਂ ਫਿਰ ਜਿਨ੍ਹਾਂ ਦੀਆਂ ਰੈਜ਼ੀਡੈਂਸੀਜ਼ ਐਪਲੀਕੇਸ਼ਨ ਵਿੱਚ 17 ਜਾਂ 17 ਇਅਰਸ ਤੋਂ 올ਡਰ ਬੱਚੇ ਇਨਕਲੂਡਡ ਨੇ, ਔਰ ਉਹਨਾਂ ਦੀਆਂ ਰੈਜ਼ੀਡੈਂਸੀਜ਼ 29 ਸਤੰਬਰ EOIs ਜਿਹੜੀਆਂ 29 ਸਤੰਬਰ 2021 ਤੋਂ ਪਹਿਲਾਂ ਅਪਲਾਈ ਕੀਤੀਆਂ ਹੋਣ। ਐਕਸਲੈਂਟ, ਠੀਕ ਹੈ ਜੀ। ਸੋ ਮੇਰੇ ਖਿਆਲ ਇੱਥੇ ਆਪਾਂ ਆਪਣੀ ਗੱਲਬਾਤ ਜਿਹੜੀ ਹੈ ਉਸ ਨੂੰ ਆਰਾਮ ਚ ਲਾਉਂਦੇ ਹਾਂ। ਆਉਂਦੇ ਸਮਿਆਂ ਦੇ ਵਿੱਚ ਹੋਰ ਵੀ ਜਿਹੜੀਆਂ ਜ਼ਰੂਰੀ ਗੱਲਾਂ ਬਾਤਾਂ ਹੋਣਗੀਆਂ ਉਹਨਾਂ ਨੂੰ ਤੁਹਾਡੇ ਤੱਕ ਅਸੀਂ ਜ਼ਰੂਰ ਹਾਜ਼ਰ ਕਰਦੇ ਚਲਾਂਗੇ। ਤੁਹਾਡਾ ਦੋਨਾਂ ਦਾ, ਇੰਦਰਜੀਤ ਮਠਾਰੂ ਜੀ, ਮੈਨੂੰ ਪਤਾ ਅੱਜ ਤੁਹਾਡਾ ਫੋਨ ਜਿਹੜਾ ਲਗਾਤਾਰ ਰਿੰਗ ਕਰ ਰਿਹਾ ਹੋਣਾ। ਸ਼ਰਨ, ਤੁਸੀਂ ਵੀ ਹੁਣ ਇਸ ਤੋਂ ਬਾਅਦ ਆਪਣੇ ਫੋਨ ਦੇ ਉੱਤੇ ਸਾਰੇ ਮੈਸੇजेस ਚੈੱਕ ਕਰਨੇ, ਤੇ ਮੈਂ ਉਮੀਦ ਕਰਦਾ ਕਿ ਬਹੁਤ ਸਾਰੇ ਨਵੇਂ ਜਿਹੜੇ ਪ੍ਰਵਾਸੀ ਪੰਜਾਬੀ ਜਾਂ ਪ੍ਰਵਾਸੀ ਭਾਰਤੀ ਲੋਕ ਜਿਹੜੇ ਨੇ ਇਸ ਮੁਲਕ ਨੂੰ ਆਪਣੀ ਕਰਮ ਭੂਮੀ ਬਣਾਉਣ ਜਾ ਰਹੇ ਨੇ, ਤੋ ਉਹਨਾਂ ਨੂੰ ਜਿੱਥੇ ਸ਼ੁਭ ਇਛਾਵਾਂ ਦਿੰਦੇ ਆ, ਉੱਥੇ ਮੈਂ ਵੀ ਉਮੀਦ ਕਰਦਾ ਕਿ ਇੰਡੀਵਿਜੂਅਲੀ ਜਿਹੜੇ ਵੀ ਸਾਡੇ ਸੱਜਣ ਪਿਆਰੇ ਤੁਹਾਡੇ ਨਾਲ ਸੰਪਰਕ ਕਰਨਗੇ 303 2209 ਬੜਾ ਸੁਖਾਲਾ ਜਿਹਾ ਨੰਬਰ ਹੈ। ਸੋ ਉਹਦੇ ਤੇ ਜਦੋਂ ਤੁਹਾਨੂੰ ਗੱਲਬਾਤ ਕਰਨਗੇ ਤੇ ਜ਼ਰੂਰ ਤੁਸੀਂ ਜਿਹੜਾ ਉਹਨਾਂ ਦਾ ਜਵਾਬ ਦਿਓਗੇ। ਲੇਕਿਨ ਆਹ ਹੁਣ ਇੱਕ ਬੰਦੇ ਨੇ ਇਤਰਾਜ਼ ਲਾਤਾ, ਉਹ ਕਹਿੰਦਾ ਮਠਾਰੂ ਮੈਡਮ 1 ਘੰਟੇ 'ਚ 1 ਲੀਟਰ ਪਾਣੀ ਦੇ ਗਿਆ। ਮੇਰੇ ਖਿਆਲ 2 ਲੀਟਰ ਪੀ ਗਿਆ ਬਾਟ ਸਾਹਿਬ। ਪੀਣਾ ਪੈਂਦਾ ਹੈ, ਪੀਣਾ ਪੈਂਦਾ ਹੈ, ਔਰ ਇਟਸ ਅ ਗੁੱਡ ਥਿੰਗ ਨਾ ਕਿ ਪੀਣਾ ਚਾਹੀਦਾ ਹੈ। ਬਾਕੀ ਅਸੀਂ ਚਾਹ ਵੀ ਪੀਂਦੇ ਆ, ਬਟ ਅਸੀਂ ਰੱਖੀ ਆ ਲੈਵਲ 2 ਤੇ ਭਾਜੀ ਦੇ ਕੋਲ ਪਕੌੜਿਆਂ ਦੇ ਨਾਲ ਜਾ ਕੇ ਪੀਣੀ ਆ। ਐਨੀ ਟਾਈਮ, ਬਹੁਤ ਵੈਲਕਮ। ਐਤਕੀ ਤੁਸੀਂ ਸ਼ਰਨ ਵੀ ਨਾਲ ਲੈ ਕੇ ਆਉਣਾ, ਮੈਨੂੰ ਬਹੁਤ ਚੰਗਾ ਲੱਗਿਆ। ਜਿੰਨੇ ਈਜ਼ੀ ਮੂਡ 'ਚ ਅਸੀਂ ਗੱਲਾਂ ਕੀਤੀਆਂ, ਲੋਕਾਂ ਨੂੰ ਇਨਫੋਰਮੇਸ਼ਨ ਵੀ ਦੇ ਦਿੱਤੀ, ਤੇ ਨਾਲ ਨਾਲ ਉਹਨਾਂ ਦਾ 1 ਘੰਟੇ ਆਪਾਂ ਦਿਲ ਵੀ ਪੂਰਾ ਲਾ ਕੇ ਰੱਖਿਆ। ਮੈਂ ਉਮੀਦ ਕਰਦਾ ਕਿ ਜਿਹੜਾ ਕੋਈ ਸਵਾਲ ਜਵਾਬ ਆਪਣੇ ਕੋਲ ਇਸ ਗੱਲਬਾਤ ਵਿੱਚ ਸ਼ਾਮਲ ਕਰਨ ਨੂੰ ਰਹਿ ਗਿਆ ਹੋਏਗਾ, ਆਉਂਦੇ ਦਿਨਾਂ ਦੇ ਵਿੱਚ ਅਸੀਂ ਆਪਣੇ ਪ੍ਰਾਈਮ ਸਪਾਂਸਰ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਐਂਜਲ ਇਮੀਗ੍ਰੇਸ਼ਨ ਤੋਂ ਜਦੋਂ ਵੀ ਅਸੀਂ ਤੁਹਾਨੂੰ ਯਾਦ ਕਰਦੇ ਹਾਂ, ਤੁਸੀਂ ਖਿੜੇ ਮੱਥੇ ਪ੍ਰਵਾਨ ਕਰਦੇ ਹੋ। ਔਰ ਮੈਂ ਉਮੀਦ ਕਰਦਾ ਕਿ ਜਲਦੀ ਆਪਾਂ ਸਟੂਡੀਓ ਦੇ ਵਿੱਚ ਵੀ ਮਿਲਾਂਗੇ। ਥੈਂਕ ਯੂ ਵੈਰੀ ਮੱਚ। ਇਸ ਲੰਬੀ ਗੱਲਬਾਤ ਦੇ ਵਿੱਚ ਤੁਸੀਂ ਕਿਤੇ ਵੀ ਸਬਰ ਦਾ ਪੱਲਾ ਨਹੀਂ ਛੱਡਿਆ, ਪੂਰੀ ਬਰੀਕੀ ਨਾਲ ਆਪਣੀ ਸਮਰੱਥਾ ਦੇ ਮੁਤਾਬਕ ਜੋ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਹੋਣ ਦੇ ਨਾਤੇ, ਉਸ ਦਾ ਫਰਜ਼ ਪੂਰਾ ਕੀਤਾ। ਆਪਣੇ ਭੈਣਾਂ ਭਰਾਵਾਂ ਦੇ ਕੰਮ ਆਉਣ ਦਾ, ਇਹ ਵੀ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਣ ਦਾ ਬੜਾ ਸ਼ਾਨਦਾਰ ਤਰੀਕਾ, ਤੇ ਇਹਦੇ ਲਈ ਤੁਹਾਡਾ ਦੋਨਾਂ ਭੈਣਾਂ ਦਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੂੰਗਾ। ਬਹੁਤ ਧੰਨਵਾਦ ਜੀ, ਬਹੁਤ ਸ਼ੁਕਰੀਆ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੋਸਤੋ, ਇਸ ਇੰਦਰਜੀਤ ਕੌਰ ਮਠਾਰੂ ਜੀ ਅਤੇ ਨਾਲ ਉਹਨਾਂ ਦਾ ਸਾਥ ਦੇ ਰਹੇ ਸਨ ਸ਼ਰਨਪ੍ਰੀਤ, ਜਿਹੜੇ ਕਿ ਐਂਜਲ ਇਮੀਗ੍ਰੇਸ਼ਨ ਤੋਂ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿਹੜੇ ਨੇ ਉਹ ਤੁਹਾਡੇ ਨਾਲ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ। ਕਿੰਗ ਗਰੇਵਾਲ ਸਾਹਿਬ ਕਹਿੰਦੇ ਵੀ ਪੱਗ ਦੀ 50 ਦੀ ਮੈਚਿੰਗ ਜਿਹੜੀ ਪੂਰੀ ਆ। ਮੈਂ ਵੈਸੇ ਨਾਲ ਰੁਮਾਲ ਵੀ ਮੈਚਿੰਗ ਲਾ ਕੇ ਆਇਆ ਜੀ, ਉਹ ਕੁਦਰਤੀ ਦਿਸਿਆ ਨਹੀਂ, ਥੱਲੇ ਨਵਦੀਪ ਕਟਾਰੀਆ ਨੇ ਨੰਬਰਿੰਗ ਪਾਤੀ। ਅਗਰ ਆਪਾਂ ਇਹ ਵੀ ਦਿਖਾਵਾਂਗੇ। ਖੈਰ, ਵੱਡੀ ਗੱਲ ਇਹ ਹੈ ਕਿ ਜੇ ਅਸੀਂ ਤੁਹਾਡੇ ਕਿਸੇ ਕੰਮ ਆ ਸਕੇ, ਇਹਦੇ ਨਾਲ ਦੀ ਹੋਰ ਤਸੱਲੀ ਦੁਨੀਆ ਤੇ ਕੋਈ ਨਹੀਂ। ਸੋ ਮੈਨੂੰ ਨਿੱਜੀ ਤੌਰ ਤੇ ਅਦਾਰੇ ਨੂੰ, ਰੇਡੀਓ ਸਪਾਈਸ ਵੱਲੋਂ ਅਸੀਂ ਇਸ ਤਰ੍ਹਾਂ ਜਿੰਨੇ ਵੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ, ਉਹਦੇ ਵਿੱਚ ਜੇ ਤੁਸੀਂ ਕਿਣਕਾ ਮਾਤਰ ਵੀ ਲਾਹਾ ਰਹਿ ਸਕੇ ਤਾਂ ਸਾਡੇ ਵੱਡੇ ਭਾਗ ਨੇ। ਆਉਂਦੇ ਸਮੇਂ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨਾਜ਼ਰ ਰਹਾਂਗੇ। ਤੁਹਾਡਾ ਸਾਰਿਆਂ ਦਾ ਸਾਥ ਦੇਣ ਦੇ ਲਈ, ਸਹਿਯੋਗ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਆਪਣਾ ਸਾਥ ਸਹਿਯੋਗ ਰੇਡੀਓ ਸਪਾਈਸ ਤੇ